ਸਵਾਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਆਪਣੇ ਸਮੇਂ ਮੁਤਾਬਕ ਅਸੀਂ ਹਾਜ਼ਰ ਹਾਂ। ਤੇ ਕੰਮ ਧੰਦਾ ਸਾਡਾ ਇਹ ਆ ਕਿ ਵੀ ਹਰ ਰੋਜ਼ ਜੋ ਖਬਰਾਂ ਹੁੰਦੀਆਂ ਨੇ ਜੀ ਉਹ ਆਪ ਜੀ ਤੱਕ ਸਹੀ ਸਲਾਮਤ ਪਹੁੰਚਾਉਣੀਆਂ। ਜੋ ਉਹਨਾਂ ਦੇ ਇੱਧਰ ਉੱਧਰ ਤੋਂ ਰਿਐਕਸ਼ਨ ਆਏ ਹੁੰਦੇ ਆ ਉਹ ਵੀ ਆਪ ਜੀ ਦੀ ਕਚਹਿਰੀ 'ਚ ਰੱਖ ਦਈਦੇ ਆ, ਅਤੇ ਜੋ ਗੱਲਾਂ ਬਾਤਾਂ ਲੋਕਾਂ ਵਾਲੇ ਪਾਸਿਓਂ ਹੁੰਦੀਆਂ ਨੇ ਆਪਾਂ ਉਹਨਾਂ ਦਾ ਰਿਐਕਸ਼ਨ ਵੀ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਗੱਲਬਾਤ ਕਣਕ ਤੋਂ ਲੈ ਕੇ ਬਿਜਲੀ ਅਤੇ ਬਿਜਲੀ ਤੋਂ ਲੈ ਕੇ ਪਾਰਟੀਆਂ ਅਤੇ ਪਾਰਟੀਆਂ ਤੋਂ ਲੈ ਕੇ ਵਿਰੋਧੀ ਧਿਰਾਂ ਅਤੇ ਵਿਰੋਧੀ ਧਿਰਾਂ ਦੇ ਵਿਚਲਾ ਫਿਰ ਰੇੜਕਾ, ਉਹ ਸਾਰੇ ਕੁਝ ਦੀ ਆਪਾਂ ਕਰਾਂਗੇ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਕੀ ਹਾਲ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਮੇਰੀਆਂ ਠੀਕ ਨੇ ਅੱਜ, ਮੈਂ ਦੱਸ ਦਵਾਂ ਪਹਿਲਾਂ ਹੀ। ਨਹੀਂ ਹੁਣ ਸਾਰੇ ਪਾਸੇ ਠੀਕ ਹੀ ਆ ਕੰਮ। ਆਨੇ ਇੰਨੀ ਗੱਲ ਹੁੰਦੀ, ਕਸੂਰ ਹੀ ਸਾਰਾ ਮੇਰਾ ਸੀ ਤਾਂ ਮਤਲਬ ਕਿ ਨਹੀਂ ਉਹ ਸੀ ਵੀ ਰਹੂਗਾ ਵੀ ਆਉਣ ਵਾਲੇ ਟਾਈਮ 'ਚ ਵੀ। ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਨਿਕਲ ਨਹੀਂ ਦੇਣਾ ਬੰਦਾ। ਮੈਂ ਕਿਹਾ ਟਾਈਮ ਨਾਲ ਜ਼ਿੰਮੇਵਾਰੀ ਤੈਅ ਕਰ ਦਿੱਤੀ ਜਾਵੇ ਤਾਂ ਵਧੀਆ ਨਾ, ਕਿ ਭਾਈ ਕਹਿ ਰਹੇ ਹੁੰਦਾ ਨਾ ਘਰ ਦੇ ਵਿੱਚ ਵੀ ਇਹ ਕੀ ਕਾਕਾ ਜੀ ਕਰਦੇ, ਕਾਕਾ ਜੀ ਵਿਹਲੇ ਸਵੇਰੇ ਉੱਠਦੇ ਆ, ਕੁਛ ਨਹੀਂ ਬਸ ਪੱਠਾ ਦੱਥਾ ਕਰਕੇ ਆ ਕੇ ਚਾਹ ਪੀ ਕੇ 5 ਮਿੰਟ ਨਾਲ ਹੀ ਪੱਠੇ ਲੈਣ ਚੱਲ ਜਾਂਦੇ ਆ। ਪੱਠੇ ਲਿਆ ਕੇ ਆ ਕੇ ਕੁਛ ਨਹੀਂ, ਫਿਰ ਇਹਨਾਂ ਨੇ ਸਕੂਲੇ ਪੜ੍ਹਨ ਚੱਲ ਜਾਣਾ, ਫਿਰ ਮੁੜ ਕੇ ਵਿਹਲੇ ਬਸ ਆਣ ਕੇ ਝੋਲਾ ਰੱਖਣਾ ਹੀ, ਇੱਕ ਕੱਪ ਚਾਹ ਦਾ ਪੀ ਕੇ ਨਾਲ ਰੋਟੀ ਖਾ ਕੇ ਫਿਰ ਇਹਨਾਂ ਨੇ ਪੱਠੇ ਫੇਰ ਪਾਉਣ ਚੱਲ ਜਾਣਾ। ਸ਼ਾਮ ਨੂੰ ਕੁਛ ਵੀ ਨਹੀਂ ਕਰਨਾ, ਮਾੜਾ ਮੋਟਾ ਖੇਤ ਕੋਈ ਕੰਮ ਹੋਵੇ ਤਾਂ ਹੋਰ ਸ਼ਾਮ ਨੂੰ 8-9 ਵਜੇ ਵਿਹਲੇ। ਹਾਂ, ਕੁੱਲ ਮਿਲਾ ਕੇ ਵਿਹਲੇ। ਕੁੱਲ ਮਿਲਾ ਕੇ ਵਿਹਲੇ। ਅਤੇ ਸੌਂਦੇ ਆ ਸਾਰੇ, ਸਵੇਰੇ ਉੱਠਦੇ ਆ ਸਕੂਲੇ ਚੱਲ ਜਾਂਦੇ ਕਿਉਂਕਿ ਹੈ ਵਿਹਲੇ। ਅਤੇ ਸਕੂਲੇ ਆ ਕੇ ਡਾਂਗ ਫਿਰਨੀ ਆ, ਹੁਣ ਤਾਂ ਚਲੋ ਫਿਰਦੀ ਨਹੀਂ। ਨਹੀਂ, ਪਰ ਵੈਸੇ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਚੀਜ਼ ਚਾਹੀਦੀ ਸੀ ਜਦੋਂ ਤੋਂ ਉਹ ਚੇਂਜ ਕੀਤਾ ਕੰਮ, ਕਿ ਵੀ ਹਾਂ ਵੀ ਤੁਸੀਂ ਜਵਾਕ ਨੂੰ ਕਹਿਣਾ ਹੀ ਕੁਝ ਨਹੀਂ। ਕਿਉਂਕਿ ਕਾਰਨ ਹੈ ਵੀ ਆਪਾਂ ਨਕਲਾਂ 'ਤੇ ਮਾਰਦੇ ਬਾਹਰਲੇ ਮੁਲਕਾਂ ਦੇ ਹਿਸਾਬ ਨਾਲ ਵੀ ਓਕੇ ਨੋ 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 ਬੇਟਾ ਕੋ ਕੁਛ ਨਹੀਂ ਬੋਲਣਾ। ਕਾਰਨ ਹੈ ਵੀ ਅਗਲਾ ਬੇਟਾ ਤਾਂ ਆਖੇ ਲਾ ਜਾਂਦਾ ਜੀ। ਹੁਣ ਆਪਣੇ ਵਾਲਾ ਜਿਹੜਾ ਅਗਲਿਆਂ ਨੇ, ਕਿਉਂਕਿ ਉਹ ਘਰੇ ਵੀ ਕੁਛ ਨਹੀਂ ਕਹਿੰਦੇ, ਇਸ ਕਰਕੇ ਸਕੂਲੇ ਵੀ ਕੁਛ ਨਹੀਂ ਕਹਿੰਦੇ। ਹੁਣ ਆਪਣੇ ਵਾਲੇ ਨੂੰ ਘਰੇ ਕਹਿੰਦੇ ਵੀ ਜਦ ਤੱਕ ਇੱਕ ਰਹਿ ਚੋਪੜ ਕੇ ਪਤਾ ਨਾ ਲੱਗੇ ਵੀ ਆਪਣੇ ਵਾਲਾ ਹੀ ਹੈ। ਉਹਨੂੰ ਆਦਤ ਜਿਹੜੀ ਘਰੋਂ ਪਈ ਹੁੰਦੀ ਹੈ। ਹੁਣ ਤੁਸੀਂ ਆਏ ਭਾਲੋ ਵੀ ਹਾਂ ਵੀ ਹੁਣ ਉਹ ਸਕੂਲੇ ਜਾ ਕੇ ਤੈਨੂੰ ਆਖੋ ਕੁਛ ਨਾ, ਅਤੇ ਉਹ ਬਿਨਾਂ ਧੱਕਾ ਸਟਾਰਟ ਹੀ ਚੱਲੀ ਜਾਵੇ। ਇੱਦਾਂ ਥੋੜ੍ਹਾ ਹੁੰਦਾ। ਦੇਖੋ ਹੁਣ ਫਰਕ ਬੜਾ ਆ ਗਿਆ। ਪਹਿਲਾਂ ਛੋਟੇ ਹੁੰਦੇ ਸੀ ਤਾਂ ਅੱਧੇ ਕੁ ਨਿਆਣੇ ਦੇ ਗਲ ਦੇ ਉੱਤੇ ਚਪੇੜ ਛਪੀ ਹੋਈ ਹੁੰਦੀ ਸੀ, ਪੱਕਾ ਹੀ ਹੁੰਦਾ ਸੀ। ਜੇ ਕਿ ਰਿਸ਼ਤੇਦਾਰ ਆ ਜਾਣੇ ਤਾਂ 2-3 ਨਿਆਣਿਆਂ ਦੇ ਵਿੱਚੋਂ ਇੱਕ ਅੱਧਾ ਉਹ ਖੂੰਜੇ ਲਗਾ ਹੋਕੇ ਲੈਂਦਾ ਹੁੰਦਾ ਸੀ, ਹੈ ਨਾ। ਹੁਣ ਤਾਂ ਨਿਆਣੇ ਮੌਜਾਂ ਕਰਦੇ ਆ। ਨਹੀਂ, ਪਰ ਉਹ ਚਲੋ ਇਹ ਹੁਣ ਸਰਕਾਰਾਂ ਜਾਣਨ, ਸਰਕਾਰਾਂ ਦਾ ਜਾਣੇ ਕੰਮ। ਪਰ ਇਹ ਚਰਚਾ ਬੜੀ ਹੈ ਇਸ ਚੀਜ਼ ਦੀ ਕਿ ਜਿਹੜੀ ਸਖਤੀ ਘਟਾ ਦਿੱਤੀ ਗਈ ਉਹਦਾ ਕਰਕੇ ਜਵਾਕ ਪੜ੍ਹਨੋਂ ਹਟ ਗਏ। ਟਿੱਪਣੀਆਂ ਆਪਾਂ ਮੰਗ ਲੈਂਦੇ ਹਾਂ, ਜ਼ਰੂਰ ਕੋਈ ਨਾ ਕੋਈ ਲਿਖ ਦਿੱਤੀਆਂ ਜਾਣ। ਅਸੀਂ ਦੇਖੋ ਇਸ ਗੱਲ ਦੇ ਤਾਂ ਬਿਲਕੁਲ ਪੱਖ 'ਚ ਨਹੀਂ ਕਿ ਜਵਾਕਾਂ ਦੇ ਡੰਡੇ ਫੇਰੇ ਜਾਣ, ਚਪੇੜਾਂ ਮਾਰੀਆਂ ਜਾਣ ਜਾਂ ਕੁਛ ਇਹਦਾ, ਉਹ ਨਹੀਂ ਗੱਲ। ਕਿਉਂਕਿ ਕਈ ਵਾਰੀ ਵਾਧਾ ਵੀ ਬਹੁਤ ਹੋ ਜਾਂਦਾ। ਪਰ ਫਿਰ ਵੀ ਜਿਸ ਕੰਮ ਕਰਕੇ ਸਖਤੀ ਹਟਾਈ ਗਈ ਸੀ, ਨਤੀਜੇ ਉੱਦਾਂ ਦੇ ਨਹੀਂ ਆਏ। ਹਾਂ, ਵੀ ਉਹਦੇ ਪਿੱਛੇ ਕਾਰਨ ਕੀ ਹੈ, ਪੜਚੋਲ ਤਾਂ ਮਾੜੀ ਮੋਟੀ ਕਰਨੀ ਪਊਗੀ। ਨਹੀਂ ਚਲੋ ਹੁਣ ਤਾਂ ਇਹ ਵੀ ਹੈ ਕਿ ਮੇਰਾ ਖਿਆਲ ਤੁਸੀਂ ਨਾਂ ਨੂੰ ਵੀ ਨਹੀਂ ਕੱਟਦੇ ਕਿਸੇ ਦਾ। ਨਾਂ ਵੀ ਨਹੀਂ ਕੱਟਦੇ। ਕਈ ਕੁਛ ਹੋਰ ਆ, ਜੇ ਨਿਆਣਾ ਆਉਂਦਾ ਨਹੀਂ ਆਉਂਦਾ ਕੋਈ ਗੱਲ ਨਹੀਂ, ਫਿਰ ਟੀਚਰਾਂ ਦੇ ਉੱਤੇ ਦੇਖੋ ਇੱਕ ਪਾਸੇ ਨਾਂ ਨਹੀਂ ਕੱਟਣਾ, ਬੱਚਾ ਆਵੇ ਨਾ ਆਵੇ, ਤੁਸੀਂ ਕੁਛ ਕਹਿਣਾ ਨਹੀਂ, ਬੱਚਾ ਪੜ੍ਹੇ ਨਾ ਪੜ੍ਹੇ, ਅਤੇ ਫਿਰ ਰਿਜ਼ਲਟ ਦੀ ਵੀ ਫਿਕਰ ਹੋਣੀ ਆ ਕਿ ਤੁਹਾਡਾ ਰਿਜ਼ਲਟ ਕਦੋਂ ਘੱਟ ਆਇਆ। ਚਲੋ ਕੋਈ ਗੱਲ ਨਹੀਂ ਜੀ। ਇਹ ਘੰਟੀਆਂ ਵੱਜਦੀਆਂ ਰਹਿੰਦੀਆਂ ਨੇ, ਇੱਦਾਂ ਹੀ ਹਾਂ, ਇਹ ਤਾਂ ਚੱਲਦੀਆਂ ਰਹਿੰਦੀਆਂ ਨੇ। ਮਹਾਰਾਜ ਘੰਟੀਆਂ ਵੱਜਦੀਆਂ ਰੱਖੇ। ਅੱਛਾ, ਗੱਲ ਇਹ ਆ ਜੀ ਕਿ ਆਪਾਂ ਹੁਣ ਕਿੱਧਰੋਂ ਸ਼ੁਰੂ ਹੋਣਾ, ਕਿਉਂਕਿ ਇੱਕ ਤਾਂ ਬਹੁਤ ਪੁਰਾਣਾ ਮਸਲਾ, ਅਤੇ ਉਹ ਜਿਹੜਾ ਮਸਲਾ ਉਹਦੀ ਗੱਲ ਕਰਦੇ ਆ ਵੀ ਇਹ ਜੀ ਕੋਈ ਨਹਿਰ ਸੀ ਅਤੇ ਇਹ ਸੀ ਉਹ ਸੀ। ਜੀ। ਜੇ ਆਪਾਂ ਉਹਦੀ ਗੱਲ ਕਰਨੀ ਉਹਦੀ ਕਰ ਲੈਂਦੇ ਹਾਂ। ਜੇ ਤੁਹਾਨੂੰ ਜਗਦਾ ਕਿ ਵੀ ਆਪਾਂ ਨੂੰ ਬੱਤੀ ਵਾਲੀ ਗੱਲ ਕਰਨੀ ਤਾਂ ਆਪਾਂ ਉਹਦੀ ਕਰ ਲੈਂਦੇ ਹਾਂ। ਜੇ ਉਹਦੀ ਵੀ ਨਹੀਂ ਕਰਨੀ ਤਾਂ ਫਿਰ ਆਪਾਂ ਇੱਕ ਹੋਰ ਮਸਲਾ ਹੈ ਉਹਦੀ ਗੱਲ ਵੀ ਕਰ ਸਕਦੇ ਹਾਂ। ਉਹ ਮਸਲਾ ਪੋਲੀਟੀਕਲ ਪਾਰਟੀਆਂ ਦੇ ਆਪਸੀ ਰੌਲੇ ਦਾ। ਨਹੀਂ, ਮੈਨੂੰ ਐਂ ਲੱਗਦਾ ਕਿ ਆਪਾਂ ਬੱਤੀ ਤੋਂ ਸ਼ੁਰੂ ਹੋ ਕੇ ਨਹਿਰ ਤੋਂ ਹੁੰਦੇ ਹੋਏ ਪੋਲੀਟੀਕਲ ਪਾਰਟੀਆਂ ਤੱਕ ਆਵਾਂਗੇ। ਨਹੀਂ, ਪਰ ਬੱਤੀ ਦਾ ਨਹਿਰ ਨਾਲ ਲਿੰਕ ਹੈਗਾ ਕੋਈ? ਹੋਵੇ ਨਾ ਹੋਵੇ, ਆਪਾਂ ਜੋੜ ਨਹੀਂ। ਓਕੇ, ਚਲੋ ਠੀਕ, ਇੱਦਾਂ ਕਰ ਲੈਂਦੇ। ਚਲੋ ਫਿਰ ਬੱਤੀ ਦੀ ਗੱਲ ਕਰੀਏ ਤੇ ਬਿਜਲੀ ਨੂੰ ਲੈ ਕੇ ਮੇਰੇ ਖਿਆਲ ਨਾਲ ਇਸ ਵਕਤ ਜਿੰਨਾ ਰੌਲਾ ਰੱਪਾ ਇੰਨਾ ਕਿਤੇ ਨਹੀਂ ਪਿਆ, ਅਤੇ ਖਾਸ ਕਰਕੇ ਉਸ ਇਸ਼ੂ ਦੇ ਉੱਪਰ ਤਾਂ ਹੁਣ ਗੱਲ ਹੀ ਨਹੀਂ ਕੋਈ ਕਰਦਾ ਵੀ ਕੀ ਕੀਤਾ ਕੀ ਨਹੀਂ ਕੀਤਾ। ਉਹ ਆਪਣੇ ਵੱਲੋਂ ਵੰਨ-ਸੁਵੰਨੇ ਥਾਵਾਂ ਦੇ ਉੱਪਰ ਹਰੇਕ ਕੋਈ, ਚਾਹੇ ਮੰਤਰੀ ਸਾਹਿਬਾਨ ਹੋਣ ਚਾਹੇ MLA ਸਾਹਿਬਾਨ ਹੋਣ, ਉਹ ਸਪਸ਼ਟੀਕਰਨ ਦਿੰਦੇ ਆ ਵੀ ਮਹਾਰਾਜ ਇਸ ਤੋਂ ਪਹਿਲਾਂ ਕੀਤਾ ਕਿੰਨੇ ਸੀ ਤੁਸੀਂ ਦੱਸੋ, ਬਾਕੀ ਦੀਆਂ ਗੱਲਾਂ ਆਪਾਂ ਬਾਅਦ 'ਚ ਕਰਦੇ ਹਾਂ। ਉਹ ਕਹਿੰਦੇ ਨਾ ਜੀ ਨਾ, ਇਹ ਤਾਂ ਜਾਤ ਪਾਤ ਦਾ ਮੁੱਦਾ ਬਣ ਗਿਆ। ਬਣਿਆ ਨਹੀਂ ਬਣਿਆ ਆਪਾਂ ਉਹਦੇ 'ਚ ਨਹੀਂ ਪੈਂਦੇ। ਪਰ ਜਿਹੜੀ ਹੁਣ ਨਵੀਂ ਗੱਲ ਬਿਜਲੀ ਮੰਤਰੀ ਹਰਭਜਨ ਸਿੰਘ ਹੋਰਾਂ ਨੇ ਕਹੀ, ਉਹ ਕਹਿੰਦੇ ਵੀ ਮੈਂ ਕਰੈਕਟ ਕਰਦਿਆਂ ਤੁਹਾਨੂੰ ਵੀ ਇਹ ਬਿਲਕੁਲ ਨਾ ਸਮਝਿਆ ਜਾਵੇ ਕਿ ਇਹ ਜਾਤ ਆਧਾਰਿਤ ਅਸੀਂ ਜਿਹੜੀ ਦਿੱਤੀ ਆ ਤੁਹਾਨੂੰ ਸਹੂਲਤ, ਇਹਦਾ ਜਾਤ ਨਾਲ ਕੋਈ ਲਿੰਕ ਨਹੀਂ ਹੈ। ਕਿਉਂਕਿ ਪਹਿਲਾਂ ਤੋਂ ਜਿਹਨਾਂ ਨੂੰ 200 ਯੂਨਿਟ ਬਿਜਲੀ ਮਾਫ ਸੀ, ਉਹ ਸਿਰਫ 1 ਕਿਲੋਵਾਟ ਤੱਕ ਦਾ ਲੋਡ ਹੁੰਦਾ ਸੀ ਉਹਨਾਂ ਦਾ। SC ਜਾਂ BC ਪਰਿਵਾਰ ਜਾਂ ਜਿਹੜੇ ਘੱਟ ਆਮਦਨ ਵਾਲੇ ਪਰਿਵਾਰ ਸੀਗੇ, ਉਹਨਾਂ ਦੀ ਆਰਥਿਕਤਾ ਨੂੰ ਵੇਖਦੇ ਹਾਂ ਉਹ ਆਲਰੇਡੀ ਸਾਡੇ ਕੋਲ ਕੈਟਾਗਰਾਈਜ਼ਡ ਸੀਗੇ ਵੀ ਆਹ ਉਹ ਨੇ ਜੀ ਜਿਨ੍ਹਾਂ ਨੂੰ 200 ਯੂਨਿਟ ਮਿਲਦੀ ਹੈ। ਉਹਨਾਂ ਦੀ ਕਹਿੰਦੇ ਮਹੀਨੇ ਦੀ 300 ਕਰਤੀ, 2 ਮਹੀਨਿਆਂ ਦੀ ਹੁਣ 600 ਹੋ ਗਈ। ਹਾਂ, ਜੇ ਉਹਨਾਂ ਦਾ ਬਿੱਲ 600 ਤੋਂ ਵੱਧ ਆਉਂਦਾ ਤਾਂ ਫਿਰ ਉਹ 1 2 4 5 10 ਜਿੰਨੇ ਯੂਨਿਟ ਬਾਲਣਗੇ ਉਹਦਾ ਬਿੱਲ ਦੇ ਦੇਣ। ਪਰ
ਜਿਹੜੇ ਉਸ ਤੋਂ ਬਿਨਾਂ ਨੇ ਉਹ ਇਹ ਬਿਲਕੁਲ ਸਹੂਲਤ ਨਾ ਸਮਝਣ, ਉਹ ਸਾਰੇ ਹੀ ਉਸੇ ਕੈਟਾਗਰੀ 'ਚ ਆਉਂਦੇ ਵੀ 300 ਯੂਨਿਟ ਪ੍ਰਤੀ ਮਹੀਨੇ ਦੇ ਤਾਂ ਮਾਫ ਹੈਗੇ ਹੀ ਹੈਗੇ ਆ, 600 ਯੂਨਿਟ 2 ਮਹੀਨਿਆਂ ਦੇ ਹੋ ਗਏ। ਪਰ ਜੇ ਉਸ ਤੋਂ ਉੱਪਰ ਤੁਸੀਂ ਬਿਜਲੀ ਬਾਲਦੇ ਹੋ, ਯਾਨੀ ਕਿ ਇਹ ਤੁਹਾਨੂੰ ਇੱਕ ਲਿਮਟ ਦੇ ਦਿੱਤੀ ਵੀ ਜੇ ਇੰਨੇ 'ਚ ਬਾਲ ਲਓ ਤਾਂ ਫਿਰ ਕੋਈ ਪੈਸਾ ਨਾ ਦਿਓ, ਪਰ ਜੇ ਤੁਸੀਂ ਇਸ ਤੋਂ ਉੱਪਰ ਗਏ ਤੇ ਫਿਰ ਤੁਹਾਨੂੰ ਇਹ ਸਾਰੇ ਕੁਛ ਦੇ ਪੈਸੇ ਦੇਣੇ ਪੈਣੇ ਆ। ਮਤਲਬ ਕਹਿਣ ਤੋਂ ਇਹ ਵੀ ਉਹਨਾਂ ਨੇ ਰਿਸਪੈਕਟਿਵ ਆਫ ਕੋਈ ਵੀ ਜਾਤ ਜਾਂ ਜਿਸ ਤਰ੍ਹਾਂ ਦੀ ਵੰਡੀ ਦੀ ਗੱਲ ਕੀਤੀ ਜਾ ਰਹੀ ਸੀ, ਕਹਿੰਦੇ ਵੀ ਇਹਦਾ ਕੋਈ ਲਿੰਕ ਨਹੀਂ ਹੈਗਾ, ਆਰਥਿਕ ਆਧਾਰ ਦੇ ਉੱਪਰ ਵੀ ਦੇਖਿਆ ਜਾਣਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਆ ਕਿ ਪੰਜਾਬ ਭਰ ਦੇ ਵਿੱਚ ਜਿਹੜਾ ਵੀ ਬੰਦਾ ਉਹ ਕਿਸੇ ਧਰਮ ਜਾਤੀ ਦੇ ਨਾਲ ਸੰਬੰਧ ਰੱਖਦਾ ਜਾਂ ਨਹੀਂ ਰੱਖਦਾ, ਜੇ ਉਹ ਆਰਥਿਕ ਤੌਰ ਤੇ ਕਮਜ਼ੋਰ ਹੈ, ਜੇ ਉਹਨੂੰ ਜੀਵਨ ਜਿਉਣ ਦੇ ਲਈ, ਨਿਆਣੇ ਪੜ੍ਹਾਉਣ ਦੇ ਲਈ, ਬਜ਼ੁਰਗਾਂ ਨੂੰ ਦਵਾਈ ਦਵਾਉਣ ਦੇ ਲਈ, ਕੁਝ ਵੀ ਕਰਨ ਦੇ ਲਈ, ਰੋਟੀ ਖਾਣ ਦੇ ਲਈ ਸਰਕਾਰ ਦੀ ਸਹਾਇਤਾ, ਸਬਸਿਡੀ, ਸੋਸ਼ਲ ਸਿਕਿਉਰਿਟੀ ਢਾਂਚੇ ਦੀ ਲੋੜ ਹੈ ਤੇ ਉਹਨੂੰ ਉਹ ਮਿਲਣੀ ਚਾਹੀਦੀ ਹੈ। ਜਿਹਦੇ ਕੋਲ ਪੈਸਾ ਟਕਾ ਨਹੀਂ, ਕਿਉਂਕਿ ਅੱਜ SC ST ਭਾਈਚਾਰੇ ਦੇ ਵਿੱਚ ਵੀ ਇੱਕ ਵਰਗ ਵਿਸ਼ੇਸ਼ ਇਦਾਂ ਦਾ ਹੈਗਾ ਜਿਹੜੇ ਚੰਗੇ ਸਰਦੇ ਪੁੱਜਦੇ ਆ, ਜਿਨ੍ਹਾਂ ਦੇ ਕੋਲੇ ਅਥਾਹ ਰੁਪਈਏ ਨੇ। ਅੱਜ ਸਧਾਰਨ ਜਿਹੜੀਆਂ ਕਾਸਟਾਂ ਨੇ ਉਹਨਾਂ ਦੇ ਵਿੱਚ ਵੀ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਜਿਨ੍ਹਾਂ ਦੇ ਕੋਲੇ ਕੋਈ ਜ਼ਮੀਨ ਨਹੀਂ, ਜਿਹੜੇ ਆਰਥਿਕ ਤੌਰ ਦੇ ਉੱਤੇ ਬਹੁਤ ਕਮਜ਼ੋਰ ਨੇ। ਆਪਾਂ ਬੀਤੇ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਬੰਦਾ ਆਰਥਿਕ ਤੌਰ ਦੇ ਉੱਤੇ ਵਧੀਆ, ਚਾਹੇ ਉਹ ਕਿਸੇ ਵੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ, ਉਹ ਸਰਕਾਰ ਤੋਂ ਕੋਈ ਇਦਾਂ ਦੀ ਮੁਫਤ ਦੀ ਸਹੂਲਤ ਲਵੇ ਹੀ ਨਾ, ਸਗੋਂ ਤਾਂ 600 ਦਾ ਵੀ ਬਿੱਲ ਦੇਵੇ। ਜੇ ਉਹਨੂੰ ਲੱਗਦਾ ਮੈਂ ਪੰਜਾਬੀ ਹਾਂ, ਜੇ ਉਹਨੂੰ ਲੱਗਦਾ ਕਿ ਭਾਈ ਮੇਰੇ ਕੋਲ 4 ਪੈਸੇ ਹੈਗੇ ਆ, ਜੇ ਉਹਨੂੰ ਐਂ ਲੱਗਦਾ ਕਿ ਭਾਈ ਮੈਂ ਮਹਿੰਗੀ ਗੱਡੀ ਦੇ ਵਿੱਚ ਸ਼ੀਸ਼ਾ ਖੋਲ੍ਹ ਕੇ ਤੇ ਕੂਣੀ ਉੱਪਰ ਰੱਖ ਕੇ ਐਂ ਕਰਕੇ ਗੱਡੀ ਚਲਾਉਣੀ ਆ, ਫਿਰ ਉਹਨੂੰ ਜ਼ਰੂਰ ਚਾਹੀਦਾ ਕਿ ਭਾਈ ਉਹ ਮਾਣ ਤਾਣ ਤਾਂ ਕਾਇਮ ਰਹਿਣਾ। ਉਹ ਕਹਿੰਦਾ ਮੈਂ ਕਿਹੜਾ ਸਬਸਿਡੀ ਨਾਲ, ਆਪਾਂ ਤਾਂ ਆਪਣੇ ਸਿਰ ਖੁਦ ਖੜੇ ਆ ਭਾਈ, ਕਮਾਈਆਂ ਕਰਦੇ ਆ। ਦੂਸਰੇ ਪਾਸੇ ਹੁਣ 600 ਯੂਨਿਟ ਹੋ ਗਈ। ਇੱਕ ਗੱਲ ਤਾਂ ਕਲੀਅਰ ਆ ਕਿ ਪੰਜਾਬ ਦੇ ਵਿੱਚ ਵਸਦਾ, ਹਜੇ ਕਲੈਰਿਟੀ ਥੋੜ੍ਹੀ ਆਈ ਹੈ, ਤਬਦੀਲੀਆਂ ਹੋਈਆਂ ਨੇ ਕਿ ਪੰਜਾਬ 'ਚ ਵਸਦੇ ਹਰ ਇੱਕ ਪਰਿਵਾਰ ਦੇ ਲਈ 600 ਯੂਨਿਟ ਮੁਫਤ ਹੈ। ਇਹ ਗੱਲ ਕਲੀਅਰ ਹੋ ਗਈ। ਉਹ ਕਿਸੇ ਜਾਤੀ ਦਾ, ਉਹ ਕਿਸੇ ਧਰਮ ਦਾ, ਉਹ ਪਿੰਡ ਦਾ, ਉਹ ਸ਼ਹਿਰ ਦਾ, ਕੋਈ ਫਰਕ ਨਹੀਂ ਪੈਂਦਾ। ਮਤਲਬ 599 ਪੁਆਇੰਟ ਕੁਛ ਦੇ ਉੱਪਰ ਤੁਹਾਡਾ ਬਿੱਲ ਆ ਗਿਆ ਤੇ ਕੋਈ ਪੈਸਾ ਨਹੀਂ, ਜ਼ੀਰੋ ਬਿੱਲ। ਦੂਸਰੀ ਗੱਲ, ਜੇ ਤਾਂ ਸਧਾਰਨ ਜਾਤੀ ਦੇ ਨਾਲ ਸੰਬੰਧ ਰੱਖਦੇ ਹੋ, ਫਿਰ ਤੁਹਾਡੇ 601 ਯੂਨਿਟ ਹੋਏ ਤਾਂ ਤੁਸੀਂ ਸਾਰਾ ਬਿੱਲ ਦੇਣਾ ਹੈ। ਜੇ SC ST ਭਾਈਚਾਰੇ ਜਾਂ BPL ਕਾਰਡ ਹੋਲਡਰ ਹੋ, ਜਾਨੀ ਕਿ ਆਰਥਿਕ ਤੌਰ ਦੇ ਉੱਤੇ ਤੁਹਾਡਾ ਪੱਧਰ ਥੋੜਾ ਨੀਵਾਂ ਹੈ, ਉਹਦੇ ਵਿੱਚ ਜੇ ਤਾਂ ਤੁਹਾਡਾ ਜਿਹੜਾ ਮੀਟਰ ਹੈ, ਜਦੋਂ ਤੁਸੀਂ ਬਿੱਲ ਆਪਣਾ ਦੇਖੋ ਤਾਂ ਉਹਦੇ ਉੱਤੇ ਲਿਖਿਆ ਹੁੰਦਾ ਕੁੱਲ ਲੋਡ ਇੰਨੇ ਕਿਲੋਵਾਟ। ਜੇ ਤਾਂ ਤੁਹਾਡਾ ਲੋਡ 1 ਕਿਲੋਵਾਟ ਤੱਕ ਹੈ ਤਾਂ ਫਿਰ ਜੇ ਤੁਹਾਡਾ 650 ਯੂਨਿਟ ਫੂਕਦੇ ਹੋ ਤਾਂ 50 ਯੂਨਿਟਾਂ ਦਾ ਬਿੱਲ ਦੇਣਾ ਪਊਗਾ। ਜੇ ਤੁਹਾਡੇ ਮੀਟਰ ਦਾ ਲੋਡ ਜਿਹੜਾ ਕਿ ਪਾਵਰਕਾਮ ਦੁਆਰਾ ਪ੍ਰਵਾਨਿਤ ਕੀਤਾ ਹੋਇਆ 1 ਕਿਲੋਵਾਟ ਤੋਂ ਵੱਧਦਾ ਤੇ ਤੁਹਾਡੇ ਯੂਨਿਟ 601 ਹੋ ਜਾਂਦੇ ਆ। ਤੇ ਚਾਹੇ ਤੁਸੀਂ SC ਭਾਈਚਾਰੇ ਨਾਲ ਸੰਬੰਧ ਰੱਖਦੇ ਹੋ, ਚਾਹੇ ST ਭਾਈਚਾਰੇ ਨਾਲ ਸੰਬੰਧ ਰੱਖਦੇ ਹੋ, ਚਾਹੇ ਫਰੀडम ਫਾਈਟਰ ਹੋ, ਚਾਹੇ BPL ਹੋਲਡਰ ਹੋ, ਤੁਹਾਨੂੰ ਫਿਰ ਸਾਰੇ ਦਾ ਸਾਰਾ ਬਿੱਲ ਦੇਣਾ ਪਏਗਾ। ਇਹ ਗੱਲ ਕਲੀਅਰ ਕਰ ਦਿੱਤੀ ਬਿਜਲੀ ਮੰਤਰੀ ਪੰਜਾਬ ਸਰਕਾਰ ਹਰਭਜਨ ਸਿੰਘ ETO ਸਾਹਿਬ ਨੇ। ਹੁਣ ਸੰਧਾਲੀਆ ਸਾਹਿਬ, ਇੱਥੇ ਇੱਕ ਚੀਜ਼ ਹੈ ਹਲਕੀ ਜੀ, ਜੇ ਤੁਸੀਂ 1 ਕਿਲੋਵਾਟ ਤੱਕ ਹੀ ਹੋ ਫਿਰ ਨਹੀਂ। ਇਹ ਗੱਲ ਸਮਝ ਆਉਂਦੀ ਹੈ, ਹਾਲਾਂਕਿ ਉਹਨਾਂ ਨੇ ਵਾਅਦਾ ਕੀ ਕੀਤਾ ਸੀ ਕਿ ਨਹੀਂ ਕੀਤਾ ਸੀ, ਆਪਾਂ ਉਧਰ ਜਾਂਦਾ ਹੀ ਨਹੀਂ। ਕਿਉਂਕਿ ਹੁਣ ਲੋਡ ਕਿੱਦਾਂ ਹੁੰਦਾ, ਤੁਹਾਡੇ ਘਰੇ ਸਵਿੱਚ ਕਿੰਨੇ ਲੱਗੇ ਆ, ਸਵਿੱਚ ਤੁਸੀਂ ਉਨੇ ਹੀ ਲਵਾਓਗੇ ਨਾ ਜਿੱਡਾ ਕਿ ਤੁਹਾਡਾ ਘਰ ਹੈ, ਜਿੰਨੇ ਕਿ ਤੁਹਾਡੇ ਕੋਲ ਸਮਾਨ ਹੈ। ਹੁਣ ਤੁਸੀਂ ਇੱਕ ਪਲੇਟ ਜੀ ਜਿਹੜੀ ਲੱਗੀ ਹੁੰਦੀ ਹੈ ਜਿਹਦੇ ਉੱਤੇ ਸਵਿੱਚ ਆਪਾਂ ਔਨ ਆਫ ਕਰਦੇ ਹਾਂ, ਉਸ ਪਲੇਟ ਦੇ ਉੱਤੇ ਮੈਨੂੰ ਯਾਦ ਹੈ ਕਿ ਸਾਡੇ ਘਰ ਦੇ ਵਿੱਚ 2 ਹੀ ਸਵਿੱਚ ਹੁੰਦੇ ਸੀ ਪਹਿਲਾਂ, ਇੱਕ ਤੋਂ ਬੱਤੀ ਜਗਦੀ, ਦੂਜੇ ਤੋਂ ਪੱਖਾ ਚੱਲਦਾ ਸੀ, ਤੇ ਨਾਲ ਇੱਕ ਪਲੱਗ ਵਾਲਾ ਸੀ ਤੀਸਰਾ, ਜਿਹਦੇ ਵਿੱਚ ਆਪਾਂ ਮੰਨ ਲਓ ਕਿ TV ਚਲਾਉਣਾ ਜਾਂ ਪ੍ਰੈਸ ਲਾਉਣੀ ਜਾਂ ਕੁਝ ਵੀ ਹੋਰ ਕਰਨਾ। ਹੁਣ ਤਾਂ ਇੱਕ ਪਲੇਟ ਦੇ ਉੱਤੇ ਕਹਿ ਰਹੇ 8-8 ਵੀ ਹੁੰਦੇ ਆ। ਉਹ 8-8 ਕਾਹਦੇ ਲਈ ਆ, ਲਾਈਟਾਂ 2 ਲੱਗੀਆਂ ਆ ਜਾਂ ਕੀ ਲੱਗਾ ਆ ਜਾਂ ਕਾਹਦੇ ਲਈ ਹੈ। ਉਹ ਜਿਹੜੇ ਦੂਸਰੇ ਪਲੱਗ ਆਮ ਤੌਰ ਤੇ ਘਰ 'ਚ 1 ਜਾਂ 2 ਹੀ ਹੁੰਦੇ ਸੀ ਕਿ ਭਾਈ ਇੱਥੋਂ ਹੀ ਕੰਮ ਚੱਲ ਜਾਣਾ। ਪਰ ਜੇ ਹੁਣ ਆਪਾਂ ਵਾਸ਼ਿੰਗ ਮਸ਼ੀਨ ਵੀ ਲਈ ਹੈ, ਆਪਾਂ AC ਵੀ ਲਾਇਆ, ਆਪਾਂ ਬਾਕੀ ਸਾਰਾ ਕੁਝ ਲਾਇਆ, ਤਾਂ ਫਿਰ ਸ਼ਾਇਦ ਉਹ 600 ਯੂਨਿਟ ਵਾਲੀ ਮੱਦ ਦੇ ਵਿੱਚੋਂ ਆਪਾਂ ਖਿਸ ਕੇ ਬਾਹਰ ਹੋ ਜਾਣਾ। ਮੈਂ ਕਹਿੰਦਾ ਸੰਧਾਲੀਆ ਸਾਹਿਬ, ਚੰਗਾ ਹੋਇਆ ਕਿ ਸਰਕਾਰ ਨੇ ਕਲੀਅਰ ਕੀਤਾ। ਇੱਕ ਤਾਂ ਸਿਆਸੀ ਤੌਰ ਤੇ ਰੌਲਾ ਮੁੱਕ ਗਿਆ, ਦੂਸਰਾ ਹੁਣ ਸਾਰੇ ਬੰਦੇ ਸੋਚਣਗੇ ਕਿ ਭਾਈ ਆਪਾਂ ਬਿਜਲੀ ਥੋੜੀ ਜਿਹੀ ਘੱਟ ਬਾਲਣੀ ਹੈ, ਜਿੱਥੇ ਲੋੜ ਹੈ ਆਪਾਂ ਉੱਥੇ ਹੀ ਬਾਲਣੀ ਹੈ। ਉਹ 'ਚ ਸਾਰੇ ਪੰਜਾਬ ਦਾ ਭਲਾ, ਨਹੀਂ ਬਿਲਕੁਲ ਭਲਾ। ਤੇ ਉਹ ਕਿਹੜੀ ਗੱਲ ਆਪਾਂ ਕੱਲ ਜੇ ਕੁਦਰਤੀ ਕੀਤੀ ਸੀ ਜੀ, ਉਹ ਵਾਹਵਾ ਲਗਭਗ ਉਸ ਤਰ੍ਹਾਂ ਮੈਸੇਜ ਗਏ ਆਪਣੇ ਪਰਿਵਾਰ ਦੇ ਮੈਂਬਰਾਂ ਨੇ ਵੀ ਉਹ ਗੱਲ ਕਹੀ ਵੀ ਗਰਮੀਆਂ ਦਾ ਮਹੀਨੇ ਹੋ ਸਕਦਾ ਜੀ, ਇੱਕ ਅੱਧਾ ਬਿੱਲ ਹੀ ਆ ਵੀ 1 ਜਾਂ 2 ਬਿੱਲ ਜਿਹੜੇ ਉਹ ਤੁਹਾਡੇ 600 ਤੋਂ ਵੱਧ ਬਲ ਗਏ ਇਸ ਕਰਕੇ ਆ ਜਾਣ।
ਪਰ ਜੇ ਬਹੁਤਾ ਕਰਕੇ ਆਪਾਂ ਵੇਖੀਏ ਵੀ ਜਦੋਂ ਕਿਤੇ ਪੱਖੇ ਵੀ ਨਹੀਂ ਚੱਲਦੇ ਹੁੰਦੇ ਤੇ ਨਾ ਏਸੀ ਚੱਲਦਾ ਤੇ ਨਾ ਕੋਈ ਹੀਟਰ ਹੀ ਚੱਲਦਾ, ਉਹਨਾਂ ਦਿਨਾਂ ਦੇ ਵਿੱਚ ਜੇ ਆਪਾਂ ਆਖੀਏ ਵੀ ਆਪਣਾ 600 ਯੂਨਿਟ ਤੋਂ ਵੱਧ ਬਲੀ ਜਾਂਦਾ ਤੇ ਫਿਰ ਜ਼ੂ ਚੈੱਕ ਕਰਾਓ ਵੀ ਆਪਾਂ ਬਾਲਦੇ ਕੀ ਆ ਜੀ, ਤੇ ਹੈ ਨਾ ਵੀ ਆਪਾਂ ਕਿੱਥੇ ਬੱਤੀ ਬਾਲਦੇ ਆ। ਜੇ ਆਪਾਂ ਸਿਆਲਾਂ ਦੀ ਗੱਲ ਕਰੀਏ ਵੀ ਹਾਂਜੀ ਉਹ ਆਪਣਾ ਪਰਿਵਾਰ ਛੋਟਾ ਤੇ ਉਹਨਾਂ ਕੀ ਲੋੜ ਆ ਤੇ ਉੱਤੇ ਫਿਰ ਵੀ ਜੇ ਉਹਨਾਂ ਬਿਜਲੀ ਬਲਦੀ ਆ ਤੇ ਫਿਰ ਆਪਾਂ ਜ਼ਰੂਰ ਹਨੇਰੇ ਸਵੇਰੇ ਚੈੱਕ ਕਰਿਆ ਕਰੀਏ ਵੀ ਕਿਸੇ ਵੇਲੇ ਇਦਾਂ ਤਾਂ ਨਹੀਂ ਹੁੰਦਾ ਵੀ ਮਤਲਬ ਆਪਾਂ ਕਮਰੇ ਚੋਂ ਬਾਹਰ ਆ ਤੇ ਬੱਤੀ ਜਗਦੀ ਹੈ ਜੀ, ਜਾਂ ਫਿਰ ਪ੍ਰੈਸ ਲੱਗੀ ਹੈ ਤੇ ਉਹ ਕਹਿੰਦੇ ਕੋਈ ਨਹੀਂ ਵੈਸੇ ਲਾ ਕੇ ਰੱਖੇ ਵੀ ਚਲੋ ਗਰਮ ਰਹੂਗੀ, ਆਪਾਂ ਫਿਰ ਅੱਧੇ ਘੰਟੇ ਦਾ ਕਰਦੇ ਕੱਪੜੇ ਪ੍ਰੈਸ, ਜਾਂ ਫਿਰ ਉਹਦਾ ਮਸ਼ੀਨ ਉਹ ਵੀ ਐਂ ਤਾਂ ਚੱਲਦੀ ਛੱਡੀ ਦੀ ਹੈ ਵਿੱਚ ਕੋਈ ਗੱਲ ਨਹੀਂ ਐਵੇਂ ਇਹਨਾਂ ਨਾਲ ਗਰਮ ਰਹਿੰਦੀ ਹੈ। ਮਤਲਬ ਜੇ ਤੇ ਉਹੋ ਜਿਹੇ ਹਿਸਾਬ ਕਿਤਾਬ ਹੈ ਤੇ ਉਹ ਆਦਤਾਂ ਹੋ ਸਕਦਾ ਵੀ ਆਪਾਂ ਨੂੰ ਸੁਧਾਰਨੀਆਂ ਪੈਣ। ਹਾਂ ਜੇ ਆਪਾਂ ਸੁਧਾਰ ਲਾਂਗੇ ਤੇ ਆਪਣਾ ਹੀ ਫਾਇਦਾ, ਨਹੀਂ ਸੁਧਾਰਾਂਗੇ ਤੇ ਫਿਰ ਅਗਲਿਆਂ ਨੇ ਤੇ ਕਹਿ ਹੀ ਦੇਣਾ ਵੀ ਵੀਰ ਜੀ ਆਹ ਤੁਹਾਡਾ ਬਿੱਲ ਹੈ ਤੇ ਤੁਸੀਂ ਤਾਰ ਜਿਓ, ਭਾਵੇਂ ਲੈਪਟਾਪ ਤੋਂ ਤਾਰ ਲਓ, ਭਾਵੇਂ ਫੋਨ ਤੋਂ ਤਾਰ ਲਓ, ਭਾਵੇਂ ਉੱਥੇ ਲੈਂਡ ਚਲਾ ਕੇ ਤਾਰ ਦਿਓ। ਦੇਖੋ ਸਿਆਸੀ ਪਾਰਟੀਆਂ ਹੁਣ ਇਹਨੂੰ ਕਿੱਦਾਂ ਲੈਂਦੀਆਂ ਉਹਨਾਂ ਦੀ ਗੱਲ ਹੈ, ਪਰ ਮੈਨੂੰ ਲੱਗਦਾ ਸੰਧਾਲੀਆ ਸਾਹਿਬ ਕਿ ਕਈ ਚੀਜ਼ਾਂ ਜਦੋਂ ਕਿਰਸ ਕਰਦੇ ਨਾ ਆਪਾਂ ਥੋੜ੍ਹਾ ਜਿਹਾ ਸੰਕੋਚ ਕੇ ਕੰਜੂਸੀ ਲਾ ਲਓ। ਹੁਣ ਤੁਸੀਂ ਦੇਖੋ ਕਿ ਮੋਟਰ ਦੇ ਨਾਲ ਪਾਣੀ ਆਪਾਂ ਉੱਪਰ ਟੈਂਕੀ ਚਾੜੀਦਾ, ਹੁਣ ਮੋਟਰ ਦੇ ਨਾਲ ਚਾੜੀਦਾ, ਜੇ ਆਪਾਂ ਅੱਗੇ ਹੁੰਦਾ ਸੀ ਕੋਈ ਗੱਲ ਨਹੀਂ ਬਰਸ਼ ਕਰੀ ਜਾਓ ਪਾਣੀ ਚੱਲੀ ਜਾਵੇ, ਹੁਣ ਬੰਦਾ ਸੰਕੋਚ ਕੇ ਵਰਤੂਗਾ, ਨਹਾਊਗਾ ਵੀ ਥੋੜੇ ਪਾਣੀ ਦੇ ਨਾਲ ਹੀ, ਸੰਕੋਚ ਕੇ ਵਰਤੂਗਾ ਕਿ ਭਾਈ ਡੱਬੇ ਦੇ ਵਿੱਚ ਪਾਣੀ ਪਾ ਲਿਆ ਬਰਸ਼ ਕਰ ਲਿਆ, ਕਿਉਂਕਿ ਪਾਣੀ ਜੇ ਟੈਂਕੀ ਛੇਤੀ ਮੁੱਕੂਗਾ ਉਨੀ ਵੱਧ ਚਲਾਉਣੀ ਪਊ ਤਾਂ 600 ਤੋਂ ਕੰਮ ਉੱਪਰ ਚੱਲ ਜਾਊਗਾ। ਸੋ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਨੇ ਨਾ, ਸਾਡਾ ਪਾਣੀ ਵੀ ਬਾਜੂ, ਸਾਡੀ ਬੱਤੀ ਵੀ ਬਾਜੂ, ਤੇ ਜੇ ਬੱਤੀ ਬਾਜੂਗੀ ਸੂਬੇ ਦੇ ਪੈਸੇ ਵੱਧ ਜਾਣਗੇ, ਉਹੀ ਪੈਸੇ ਤੁਹਾਡੇ ਦੇ ਲੱਗਣੇ ਆ ਭਾਈ ਮੁੜ ਕੇ। ਪਰ ਕਲੀਅਰ ਹੋ ਗਿਆ ਕਿ ਭਾਈ ਖੁੱਲ੍ਹਾ ਕੰਮ ਕਿਸੇ ਦੇ ਲਈ ਨਹੀਂ। ਵੈਸੇ ਮੈਂ ਇਹ ਗੱਲ ਕਲੀਅਰ ਕਰਦਾ ਕਿ ਜਿੱਦਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ ਕਿ ਅਸੀਂ 600 ਯੂਨਿਟ 1 ਜੁਲਾਈ ਤੋਂ ਦੇਣਾ ਹੈ, ਉਹਨਾਂ ਨੇ ਕਿਹਾ ਸੀ ਕਿ ਬਾਕੀ ਸ਼ਰਤਾਂ ਹਦਾਇਤਾਂ ਹੋਰ ਜਿਹੜੀ ਨੋਟਿੰਗ ਆਪਾਂ ਦੇਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਕਰ ਦਾਂਗੇ, ਜਾਣੀ ਕੋਈ ਨਵੀਂ ਗੱਲ ਨਹੀਂ ਹੋਈ। ਹਾਂ ਮਤਲਬ ਇਹ ਹੋ ਗਿਆ ਵੀ ਨੋਟਿੰਗ ਕਲੀਅਰ ਹੋਣ ਲੱਗ ਪਈ। ਬਾਕੀ ਹੋ ਸਕਦਾ ਕੋਈ ਬੰਦਾ ਇਤਰਾਜ਼ ਕਰੇ ਇੱਦਾਂ ਕਿੱਦਾਂ ਵੀ ਯਾਰ ਹੁਣ ਤੇ ਸਾਨੂੰ ਜਮਾਂ ਨੱਪ ਕੇ ਘੁੱਟ ਕੇ ਰਹਿਣਾ ਪਊਗਾ, ਹੀ ਨਹੀਂ ਰਹਿਣਾ ਤੇ ਕੋਈ ਗੱਲ ਨਹੀਂ। ਉਹ ਕਿਹੜਾ ਕਹਿੰਦੇ ਰਹੋ, ਕਹਿੰਦੇ ਵੀ ਤੁਸੀਂ ਵੀਰ ਮੇਰਾ 1000 ਯੂਨਿਟ ਬਾਲੋ, ਬਿੱਲ ਦਿਓ, ਨਜ਼ਾਰੇ ਲਾਓ, ਜਜਾਰੇ ਲਾਓ ਜਜਾਰੇ। ਇਹ ਵੀ ਹੋ ਸਕਦਾ ਕਿ ਹੁਣ ਕੋਈ ਨਾ ਕੋਈ ਬੰਦਾ ਬਿੱਲ ਚੱਕ ਕੇ ਉੱਥੇ ਤੁਰ ਪੈ ਜੀ ਸਾਨੂੰ ਕਿਲੋਵਾਟ ਤੱਕ ਕਰ ਦਿਓ, ਉਹ ਕਿਲੋਵਾਟ ਤੱਕ ਕਰਦੇ ਉਹਨਾਂ ਨੇ ਇੱਕ ਦੋ ਫੱਟੇ ਘਰ ਦੇ ਜਾਣੇ ਪੱਟਣੇ ਪੈਣੇ ਆਪਾਂ ਨੂੰ, ਪਹਿਲਾਂ ਉੱਥੇ ਉਹ ਦੂਜਾ ਟੇਪਾ ਟੂਪਾ ਲਾਉਣੀਆਂ ਪੈਣੀਆਂ। ਅਸੀਂ ਨਹੀਂ ਇਹ ਵਰਤਦੇ, ਬੱਤੀ ਤਾਂ ਸਾਡੇ ਇੱਕੋ ਹੀ ਆ। ਨਹੀਂ ਉਹ ਬੱਤੀ ਵਾਲਾ ਚੱਕਰ ਇਹ ਵੀ ਦੱਸ ਦਈਏ ਵੀ ਉਹਨਾਂ ਨੇ ਇੱਕ ਸਖਤੀ ਹੋਰ ਕਰਤੀ ਹੈ ਜੀ। ਉਹ ਸਖਤੀ ਇਹ ਕੀਤੀ ਆ ਵੀ ਇੱਕ ਤੇ ਤੁਸੀਂ ਲੋਡ ਚੈੱਕ ਕਰਨੇ ਆ ਸਾਰਿਆਂ ਦੇ ਵੀ ਕਿਹਦਾ ਕਿੰਨਾ ਲੋਡ ਆ, ਤੇ ਜਿੰਨਾ ਲੋਡ ਲਿਖਾਇਆ ਗਿਆ ਬਿੱਲ ਤੇ ਕੀ ਉਸੇ ਹਿਸਾਬ ਨਾਲ ਹੀ ਘਰ 'ਚ ਵਰਤੋਂ ਆ, ਜਾਂ ਜੇ ਬਾਅਦ ਘਾਟ ਆ ਤਾਂ ਉਹਨੂੰ ਦਰੁਸਤ ਕਰ ਦਈਏ। ਦਰੁਸਤ ਕਰਦੇ ਜੁਰਮਾਨੇ ਵੀ ਪੈ ਸਕਦੇ, ਜੁਰਮਾਨੇ ਵੀ ਪੈ ਸਕਦੇ। ਰਹੀ ਗੱਲ ਇਹ ਕਿ ਵੀ ਜੇ ਪਿਛਲੇ ਸਮੇਂ ਦੇ ਵਿੱਚ ਆਪਾਂ ਨੂੰ ਲੱਗਦਾ ਸੀ ਵੀ ਬਕਾਇਆ ਬਿੱਲ, ਇਹ ਬਕਾਏ ਬਿੱਲ ਦੀ ਆਪਾਂ ਗੱਲ ਵੀ ਕਲੀਅਰ ਕਰਦੀ ਕਿਉਂਕਿ ਉਹਨਾਂ ਨੇ ਫਿਰ ਕੀਤੀ। ਉਹ ਕਹਿੰਦੇ ਵੀ 31 ਦਸੰਬਰ ਤੱਕ ਤਾਂ ਜਿਹੜਾ ਪਿਛਲਾ ਸਾਲ 2021 ਤੱਕ ਦਾ ਸੀਗਾ ਬਕਾਇਆ ਉਹ 2 ਕਿਲੋਵਾਟ ਤੱਕ, ਉਹ ਤੇ ਆਪਾਂ ਫੇਰਤੀ ਲੀਕ ਜੀ। ਪਰ ਜਿਹੜੇ ਉਸ ਤੋਂ ਬਾਅਦ ਵਾਲੇ ਨੇ ਜਾਂ ਉਸ ਤੋਂ ਵੱਧ ਲੋਡ ਵਾਲੇ ਨੇ, ਉਹ ਜਿੰਨੇ ਵੀ ਡਿਫਾਲਟਰ ਨੇ ਉਹਨਾਂ ਸਾਰੇ ਡਿਫਾਲਟਰ ਬੰਦਿਆਂ ਨੂੰ ਬਿੱਲ ਹੁਣ ਦੇਣਾ ਪੈਣਾ। ਇਹਦੇ ਲਈ ਨਾਲ ਦੀ ਨਾਲ ਉਹਨਾਂ ਨੇ ਹਦਾਇਤਾਂ ਵੀ ਕਰਤੀਆਂ ਵੀ ਤੁਸੀਂ ਭਾਈ ਸਾਹਿਬ ਘਰੋਂ ਘਰੀ ਜਾ ਕੇ ਪਤਾ ਕਰ ਲਓ। ਇੱਕ ਜਿਹੜੀ ਚੀਜ਼ ਮੈਨੂੰ ਲੱਗਦਾ ਵੀ ਚੰਗੀ ਕੀਤੀ ਉਹ ਇਹ ਹੈ ਕਿ ਵੀ ਪਹਿਲਾਂ ਕੀ ਹੁੰਦਾ ਸੀ ਵੀ ਬੰਦਾ ਆਪਾਂ ਨੂੰ ਆਮ ਖਬਰ ਸੁਣਨ ਨੂੰ ਪੜ੍ਹਨ ਨੂੰ ਮਿਲਦੀ ਸੀ, ਉਹ ਕਹਿੰਦਾ ਭਾਜੀ ਆਹ ਦੇਖੋ ਆ ਮੇਰਾ ਘਰ ਆ ਵੀ ਇੱਕ ਪੱਖਾ 2 ਬਲਬ ਜਗਦੇ ਆ, ਤੇ ਇਸ ਘਰ ਦਾ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੇ ਹਿਸਾਬ ਨਾਲ 55,000 ਰੁਪਈਆ ਬਿੱਲ ਆ ਗਿਆ ਜੀ। ਉਹ ਵਿਚਾਰਾ ਚੁੱਕ ਕੇ ਤੁਰਿਆ ਫਿਰਦਾ ਹੁੰਦਾ ਹੈ ਮਹਾਰਾਜ ਵੀ ਇੱਦਾਂ ਕਰ ਦਿਓ ਜੀ ਉੱਦਾਂ ਕਰ ਦਿਓ, ਉਹ ਕਿਤੇ ਮੁੜ ਕੇ ਉਹਨੇ ਠੀਕ ਕਰ ਦੇਣਾ, ਕਿਸੇ ਨੇ ਕਹਿਣਾ ਯਾਰ ਇੰਨਾ ਕੀ ਕਰ ਸਕਦੇ ਆ ਠੀਕ, ਬਾਕੀ ਤੈਨੂੰ ਉਤਾਰਨਾ ਪੈਣਾ, ਹੁੰਦੀ ਸੀ ਗੱਲ ਜੀ। ਉਹਦੇ 'ਤੇ ਹੁਣ ਜਿੱਦਾਂ ਪੰਜਾਬ ਸਰਕਾਰ ਨੇ ਕਿਹਾ ਕਿ ਮਹਾਰਾਜ ਵੀ ਜੇ ਕਿਸੇ ਨੂੰ ਗਲਤ ਬਿੱਲ ਗਿਆ ਤੇ ਉਹਦੀ ਜ਼ਿੰਮੇਵਾਰੀ ਅਧਿਕਾਰੀ ਦੀ ਹੋਊਗੀ, ਫਿਰ ਨਾ ਕੋਈ ਦੱਸਿਆ ਨਹੀਂ ਉਹ ਜ਼ਰੂਰੀ ਹੈ ਸੰਧਾਲੀਆ ਸਾਹਿਬ। ਕਈ ਵਾਰੀ ਉਹ ਕਹਿੰਦੇ ਬਿੱਲ ਤੇਰਾ 50,000 ਅੱਛਾ 15 ਜਮ੍ਹਾਂ ਕਰਾ ਬਾਕੀ ਫਿਰ ਕਰ ਦਿੰਦੇ ਆ, ਦੇਖ ਲੈਂਦੇ ਇੰਨੇ ਕੁ ਤਾਂ ਜਮ੍ਹਾਂ ਕਰਾਉਣੇ ਪੈਣੇ ਤੇ ਬੱਤੀ ਕੱਟ ਜਾਏ, ਕਨੈਕਸ਼ਨ ਕੱਟ ਦਿਆਂਗੇ। 15,000 ਰੁਪਏ ਉਹਦੇ ਕੋਲ ਕਿੱਥੇ ਹੁੰਦਾ ਸੀ। ਹੁਣ ਇਹ ਮੀਟਰ ਰੀਡਰ ਜਿਹੜੇ ਉਹਨਾਂ ਦੀ ਡਿਊਟੀ ਨਿਰਧਾਰਿਤ ਕੀਤੀ ਗਈ, ਤੇ ਮੈਨੂੰ ਇਹ ਵੀ ਲੱਗਦਾ ਕਿ ਠੀਕ ਹੈ ਮੀਟਰ ਰੀਡਰ ਦੇ ਅੰਦਰ ਨਿਰਧਾਰਿਤ ਕਰਤੀ ਹੈ, ਹੋ ਸਕਦਾ ਕਿ ਜਿੱਥੇ ਕਲੈਰੀਕਲ ਮਿਸਟੇਕ ਉੱਪਰ ਵੀ ਹੁੰਦੀ ਹੋਵੇ। ਸੋ ਸਾਰੇ ਜਣੇ ਹੁਣ ਥੋੜੀ ਜਿਹੀ ਮੁਸਤੈਦੀ ਦੇ ਨਾਲ ਧਿਆਨ ਰੱਖੋ, ਤੇ ਜੇ ਇੱਥੇ ਥੋੜੀ ਜਿਹੀ ਨਿਗਰਾਨੀ ਵੱਧ ਰੱਖੀ ਜਾਊਗੀ ਤੇ ਦਫ਼ਤਰਾਂ ਦੇ ਵਿੱਚ ਭੀੜ ਵੀ ਘਟੂਗੀ, ਕਿਉਂਕਿ ਜੇ ਰੋਜ਼ 5 7 10 15 ਬੰਦੇ ਉੱਥੇ ਆਪਣੀ ਜਿਹੜੀ ਰੀਡਿੰਗ ਦੀ ਸੋਧ ਲਈ ਜਾਂਦੇ ਹੋਣਗੇ, ਉਹੀ ਵਰਕਲੋਡ ਵੱਧਦਾ, ਉਹੀ ਕੰਮ ਇੱਧਰ ਹੋ ਜੂ। ਤੇ ਬਾਕੀ ਅਸੀਂ ਸਾਰੇ ਸਮਾਜ ਦੇ ਰਸੂਖਦਾਰ ਬੰਦੇ ਜਿਹੜੇ ਆ ਸਿਆਸੀ ਤੌਰ ਤੇ ਸਮਾਜਿਕ ਤੌਰ ਦੇ ਉੱਤੇ, ਜਿਨ੍ਹਾਂ ਦਾ ਨਾਮਣਾ ਹੁੰਦਾ ਕਿ ਸਮਾਜ ਸੇਵੀ ਵੀ ਹੁੰਦੇ ਆ, ਬਿੱਲ ਦਿੱਤੇ ਨਹੀਂ ਹੁੰਦੇ, ਕਈ ਇੱਕ ਮਹੀਨੇ ਹੋ ਜਾਂਦੇ ਸਾਨੂੰ ਤਾਂ ਫਲਾਨਾ ਜਾਣਦਾ, ਸਾਨੂੰ ਤਾਂ ਉਹ ਜਾਣਦਾ। ਅਸੀਂ ਕਈ ਲੀਡਰ ਦੇਖੇ ਪੰਜਾਬ 'ਚ ਪਿੱਛੇ ਆਈ ਜੀ ਵੇ ਆਹ ਦੇਖੋ ਮੈਂ ਤਾਂ ਹੁਣ ਚੈੱਕ ਜਮ੍ਹਾਂ ਕਰਾਇਆ ਤਾਂ ਕਿ 1.5 ਸਾਲ ਹੋ ਗਿਆ ਸੀ ਬਿੱਲ ਨਹੀਂ ਸੀ ਦੇ ਹੋਇਆ, ਇਸ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਜਾ ਕੇ ਚੈੱਕ ਜਮ੍ਹਾਂ ਕਰਾਇਓ, ਇਹਦੇ ਤੋਂ ਪਹਿਲਾਂ ਕਿ ਅਗਲੇ ਆਉਣ ਮੁੜ ਕੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਹੁੰਦੀਆਂ, ਚੰਗਾ ਨਹੀਂ ਲੱਗੀਦਾ। ਇਸ ਕਰਕੇ ਆਪਾਂ ਹੁਣ ਬਿੱਲ ਸਾਰੇ ਜਾਣੇ ਦਈਏ। ਕੋਈ ਫੈਕਟਰੀਆਂ ਵਾਲਿਆਂ ਦਾ ਬਿੱਲ ਰਹਿੰਦਾ ਹੈ, ਸਰਕਾਰੀ ਦਫ਼ਤਰਾਂ ਦੇ ਬੜੇ ਰਹਿੰਦੇ ਆ, ਕਿਉਂਕਿ ਪਾਵਰ ਕਾਮ ਨੇ ਰਗੜ ਕੇ ਸਰਕਾਰੀ ਦਫ਼ਤਰ ਗੋਡੇ ਥੋੜੀ ਲਾਉਣੀ। ਜੇ ਡੀਸੀ ਦਫ਼ਤਰ ਦਾ ਬਿੱਲ ਰਹਿੰਦਾ ਹੈ, ਥਾਣੇ ਦਾ ਬਿੱਲ ਰਹਿੰਦਾ ਹੈ, ਤਹਿਸੀਲ ਦਾ ਬਿੱਲ ਰਹਿੰਦਾ ਹੈ, ਘਾਟਾ ਤਾਂ ਪਾਵਰ ਕਾਮ ਨੂੰ ਆ ਨਾ। ਪਾਵਰ ਕਾਮ ਨੂੰ ਪੈਸੇ ਵਸੂਲ ਕੇ ਦਿਓ, ਸਾਡੇ ਵੱਲੋਂ ਜਿੱਥੋਂ ਮਰਜ਼ੀ ਦਿਓ, ਕਿਉਂਕਿ ਉਹਨਾਂ ਕੋਲ ਪੈਸੇ ਹੋਣਗੇ
ਤਾਂ ਹੀ ਸੰਧਾਲੀਆ ਸਾਹਿਬ ਤਾਰਾਂ ਜਿਹੜੀਆਂ ਢਿੱਲੀਆਂ ਕੱਸ ਹੋਣੀਆਂ, ਉਹਨਾਂ ਕੋਲ ਪੈਸੇ ਹੋਣਗੇ ਤਾਂ ਹੀ ਪੁਰਾਣੇ ਟਰਾਂਸਫਾਰਮਰ ਬਦਲ ਕੇ ਨਵੇਂ ਰੱਖ ਹੋਣੇ ਆ, ਉਹਨਾਂ ਦੇ ਕੋਲੇ ਪੈਸੇ ਹੋਣਗੇ ਤਾਂ ਹੀ ਸਾਡੇ ਜਿਹੜੇ ਲਾਈਨਮੈਨ ਨੇ, ਮੀਟਰ ਰੀਡਰ ਨੇ, ਉਹਨਾਂ ਦੀਆਂ ਪੱਕੀਆਂ ਭਰਤੀਆਂ ਹੋਣਗੀਆਂ ਤਾਂ ਪੂਰੀਆਂ ਤਨਖਾਹਾਂ ਮਿਲਣਗੀਆਂ। ਪਾਵਰ ਕਾਮ ਨੂੰ ਪੈਰਾਂ ਸਿਰ ਲਿਆਉਣਾ ਬਹੁਤ ਜ਼ਰੂਰੀ ਹੈ, ਪੰਜਾਬ ਦਾ ਬਿਜਲੀ ਢਾਂਚਾ ਫਿਰ ਉੱਠਣਾ ਹੀ। ਨਹੀਂ ਬੜਾ ਜ਼ਰੂਰੀ ਹੈ। ਚਲੋ ਅਸੀਂ ਆਸ ਕਰਦੇ ਹਾਂ ਵੀ ਇਹ ਕੰਮ ਹੋ ਜਵੇ, ਕੋਈ ਨਾ ਇਦਾਂ ਦੀ ਗੱਲਬਾਤ ਹੋਵੇ, ਕੋਈ ਵੱਡੀ ਸਾਰੀ ਕੋਠੀ ਹੈ ਵੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕਿਹੜਾ ਸਾਡੇ ਵੱਲ ਆਉਂਦਾ ਏ, ਉਹ ਅੱਗੇ ਹੋ ਸਕਦਾ ਵੀ ਅਗਲਾ ਨਾ ਆਉਂਦਾ ਹੋਵੇ। ਹੁਣ ਜਦੋਂ ਅਗਲਿਆਂ ਨੇ ਪਿੱਛੋਂ ਕਹਿ ਕੇ ਤੋਰਨਾ ਵੀ ਤੂੰ ਜਾਣਾ ਹੀ ਜਾਣਾ, ਤੇ ਪਲਾਸ ਉਹਨਾਂ ਦੇ ਕੋਲ ਹੁੰਦਾ। ਹੁਣ ਕੱਲ ਨੂੰ ਇਹ ਨਾ ਵੀ ਫੋਟੋ ਆਵੇ ਵੀ ਮੋਟਰਸਾਈਕਲ, ਇਹ ਕਹਿੰਦਾ ਪਲੈਟੀਨਾ ਨਹੀਂ ਪਲਟੀਨਾ ਮੋਟਰਸਾਈਕਲ ਜਨਾਬ ਉੱਤੇ ਅਗਲੇ ਪਾਸੇ ਇੱਕ ਚਲਾ ਰਿਹਾ, ਇੱਕ ਮਗਰਲੇ ਪਾਸੇ ਭਾਈ ਸਾਹਿਬ ਬੈਠੇ, ਉਹਨਾਂ ਨੇ ਗੋਲ ਕਰਕੇ ਮੋਢੇ ਤੇ ਪਾਈ ਹੋਵੇ ਕਿ ਤੇ ਥੱਲੇ ਮੋਟੀ ਸੁਰਖੀ ਲੱਗੀ ਵੀ ਫਲਾਨਾ ਚੀਜ਼ ਦਾ ਵੀ ਫਿਰ ਮਤਲਬ ਕਨੈਕਸ਼ਨਾਂ 'ਚ ਕੱਟਿਆ, ਇੰਨੀ ਦਾ ਬਿੱਲ ਪੈਂਡਿੰਗ। ਸੋ ਉਸ ਖਬਰ ਤੋਂ ਬਚਣ ਦੀ ਲੋੜ ਹੈ। ਦੇਖੋ ਹੁਣ ਤਾਂ ਕਿਸੇ ਨੇ ਨਾ ਕਨੈਕਸ਼ਨ ਜੋੜਨ ਵੀ ਨਹੀਂ ਆਉਣਾ। ਅੱਗੇ ਲੀਡਰਾਂ ਨੂੰ ਲੱਗਦਾ ਹੁੰਦਾ ਸੀ ਕਿ ਅਸੀਂ ਪਲਾਸ ਫੜ ਕੇ ਆਪ ਕਨੈਕਸ਼ਨ ਜੋੜ ਦਾਂਗੇ, ਵੋਟਾਂ ਪੈ ਜਾਂਦੀਆਂ। ਐਤਕੀ ਤਾਂ ਬਥੇਰੀਆਂ ਫੋਟੋ ਫਾਟੋ ਚੱਲੀਆਂ ਸੀ ਪਰ ਲੋਕ ਵੋਟਾਂ ਨਹੀਂ ਜੇ ਪਾਉਂਦੇ। ਹਾਂ ਚਲੋ ਹੈ ਨਾ, ਵੈਸੇ ਗੱਲ ਹੀ ਕਰਦੇ ਆ। ਨਹੀਂ ਅਸੀਂ ਤਾਂ ਗੱਲ ਹੀ ਆਪਾਂ ਕਿਸੇ ਨੂੰ ਕੀ ਕਹਿੰਦੇ, ਪਰ ਚਲੋ ਇੱਕ ਗੱਲ ਤਾਂ ਹੈਗੀ ਆ ਵੀ ਇਹ ਸਾਰੇ ਕੁਝ ਦੇ ਉੱਪਰ ਵਿਰੋਧੀ ਧਿਰਾਂ ਨੇ ਉਸੇ ਤਰ੍ਹਾਂ ਕੰਮ ਰੱਖਿਆ। ਉਹ ਕਹਿੰਦੇ ਵੀ ਆਹ ਵੇਖੋ ਇਹ ਕੀ ਡਰਾਮੇ ਕਰਦੇ ਫਿਰਦੇ ਆ, ਕਹਿੰਦੇ ਪਹਿਲਾਂ ਕੁਝ ਹੋਰ ਸੀਗੇ, ਹੁਣ ਇਹ ਕੁਝ ਹੋਰ ਆਖੀ ਜਾਂਦੇ ਆ। ਪਹਿਲਾਂ ਇਹਨਾਂ ਨੇ ਸਮਾਜ ਨੂੰ ਵੰਡ ਦਿੱਤਾ ਜੀ, ਹੁਣ ਇਹ ਕਹਿੰਦੇ ਸਾਡੇ ਕੋਲ ਆਹ ਨਹੀਂ, ਸਾਡੇ ਕੋਲ ਉਹ ਨਹੀਂ, ਕਹਿੰਦੇ ਹੋਣਾ ਇਹਨਾਂ ਕੋਲ ਇਹ ਵੀ ਨਹੀਂ। ਮਤਲਬ ਉਹ ਚਾਹੇ ਆਪਾਂ ਬਾਜਵਾ ਸਾਹਿਬ ਦੀ ਗੱਲ ਕਰ ਲਈਏ, ਚਾਹੇ ਇੱਧਰੋਂ ਸਿੱਧੂ ਸਾਹਿਬ ਦੀ ਗੱਲ ਕਰ ਲਈਏ, ਉਹ ਕਹਿੰਦੇ ਗੱਲਾਂ ਉੱਤੋਂ ਇਹ ਤਾਂ ਆਰਥਿਕ ਮੰਦਹਾਲੀ ਵਾਲੇ ਪਾਸੇ ਵੱਧ ਰਿਹਾ ਪੰਜਾਬ। ਤੁਸੀਂ ਸਵੇਰੇ ਦੇਖ ਲਿਓ ਵੀ ਬਣਦਾ ਇੱਥੇ ਕੀ ਆ, ਵੀ ਜਦੋਂ ਇਹਨਾਂ ਕੁਝ ਆਪਾਂ ਫਰੀ ਬੀਜ਼ ਸ਼ਬਦ ਉਹਨਾਂ ਵਰਤਿਆ, ਫਰੀ ਬੀਜ਼ ਜਦੋਂ ਵੰਡਣ ਲੱਗ ਪਏ ਆਪਾਂ, ਇਹਦੇ ਮੂੰਹ ਦੇ ਮੂੰਹ ਡਿੱਗ ਪੈਣਾ ਪੰਜਾਬ। ਰੁਪਈਆ ਇਹਨਾਂ ਦੇ ਕੋਲ ਕੋਈ ਨਹੀਂ ਹੈਗਾ, ਇਹ ਕਹਿੰਦੇ ਆਹ ਵੀ ਦੇਣਾ, ਗਰੰਟੀਆਂ ਕਾਹਦੀਆਂ ਇੱਥੇ। ਨਹੀਂ ਦੇਖੋ, ਵਿਰੋਧੀ ਧਿਰਾਂ ਦਾ ਹੱਕ ਬਣਦਾ। ਅਗਲੇ ਕਹਿੰਦੇ ਕਿ ਦੱਸੋ ਭਾਈ ਤੁਸੀਂ ਕਿੱਥੋਂ ਗਏ। ਬਾਜਵਾ ਸਾਹਿਬ ਤਾਂ ਪਹਿਲੇ ਦਿਨ ਤੋਂ ਬੜੇ ਉਹ ਐ ਲਈ ਖਿੱਚੀ ਉਹਨਾਂ ਨੇ, ਜ਼ਹਿਰ ਖਾਨ ਨੂੰ ਪੈਸੇ ਨਹੀਂ, ਸ਼ਬਦ ਉਹਨਾਂ ਦਾ ਹੀ ਹੈ ਨਾ। ਤੇ ਹੁਣ ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਜੁਲਾਈ ਆ ਲੈਣ ਦਿਓ, ਦੇਖ ਲੈਂਦੇ ਇੱਥੇ ਹੀ ਤੁਸੀਂ, ਇੱਥੇ ਮੈਂ ਮੇਰੇ ਘਰ ਦਾ ਬਾਹਰ ਖੜਕਾ ਲਿਓ, ਮੈਂ ਅੰਦਰ ਹੀ ਹੋਣਾ, ਮੈਂ ਦੱਸ ਦਾਂਗਾ ਤੁਹਾਨੂੰ, ਉਦੋਂ ਮੈਨੂੰ ਆਣ ਕੇ ਦੱਸਿਓ ਜਿੱਦਣ ਕੰਮ ਲਾਗੂ ਹੋ ਗਿਆ। ਬਾਕੀ ਸੰਧਾਲੀਆ ਸਾਹਿਬ ਨਾਲ ਦੀ ਨਾਲ ਹੁਣ ਆਪਾਂ ਗੱਡੀ, ਮੈਨੂੰ ਲੱਗਦਾ ਬਿਜਲੀ ਦੇ ਨਾਲ, ਹਾਂਜੀ ਹਾਂਜੀ ਬੱਤੀ ਤੋਂ ਬਾਅਦ ਨਹਿਰ ਜੀ, ਨਹਿਰ ਆਪਾਂ ਉਹ ਨਹਿਰ ਜਿਹੜੀ ਅਜੇ ਬਣੀ ਨਹੀਂ, ਉਹ ਨਹਿਰ ਜਿਹੜੀ ਅਜੇ ਸੁੱਕੀ ਆ, ਉਹ ਨਹਿਰ ਜਿਹੜੀ ਅਜੇ ਵਗੀ ਨਹੀਂ, ਉਹ ਨਹਿਰ ਜਿਹਦੇ ਵਿੱਚ ਦੀ ਲੰਘ ਜਾਓ ਭਾਵੇਂ ਪੁਲ ਤੋਂ ਦੀ ਲੰਘ ਜਾਓ ਇੱਕੋ ਹੀ ਗੱਲ ਹੈ। ਉਹ ਨਹਿਰ ਜਿਹੜੀ ਬਣੀ ਤਾਂ ਹੈ ਨਹੀਂ, ਪਰ ਕਹਿੰਦੇ ਸੀ ਕਿ ਪੂਰਨ ਦੇ ਨਾਂ ਦੇ ਉੱਤੇ ਦਰਖਤ ਨੂੰ ਫੇਰੇ ਵੱਢ ਕੇ ਖਾ ਲਿਆ ਸੀ। ਉਹ ਨਹਿਰ ਜਿਹਦੇ ਨਾਂ ਦੇ ਉੱਤੇ ਰਾਜਨੀਤੀ ਤਾਂ ਬਹੁਤ ਹੋਈ ਹੈ, ਪਰ ਅਜੇ ਤੱਕ ਲੋਕਾਂ ਦੇ ਪੱਲੇ ਕੁਝ ਨਹੀਂ ਪਿਆ। ਕੋਈ ਚੋਣਾਂ ਕੋਈ ਜਿੱਤ ਗਿਆ, ਕੋਈ ਹਾਰ ਗਿਆ। ਉਹੀ SYL ਇੱਕ ਵਾਰੀ ਫੇਰ ਜਿਹੜੀ ਹੈ ਉਹ ਹੁਣ ਉੱਪਰਲੇ ਪਾਸੇ ਨੂੰ ਚੱਲ ਪੈਣ ਲੱਗੀ। ਸਭ ਤੋਂ ਪਹਿਲਾਂ ਅਨਿਲ ਵਿਜ, ਹਰਿਆਣੇ ਦੇ ਮਾਣਯੋਗ ਮੰਤਰੀ ਨੇ, ਕੈਬਨਿਟ ਮਿਨਿਸਟਰ ਵਿਜ ਸਾਹਿਬ ਨੇ ਬਿਆਨ ਦੇ ਦਿੱਤਾ। ਉਹ ਕਹਿੰਦੇ ਜੀ ਜਾਣਾ ਹੀ ਪਊਗਾ, ਹੱਕ ਬਣਦਾ ਹਰਿਆਣੇ ਦਾ, SYL ਪੰਜਾਬ ਬਣਾਉਂਦਾ ਨਹੀਂ, ਅਦਾਲਤ ਦੇ ਹੁਕਮ ਹੋਏ ਆ, ਅਸੀਂ ਆਪਣਾ ਹੱਕ ਲੈ ਕੇ ਰਹਿਣਾ। ਅਸੀਂ ਦੁਬਾਰਾ ਮਾਣਯੋਗ ਸੁਪਰੀਮ ਕੋਰਟ ਜਾਵਾਂਗੇ, ਪਟੀਸ਼ਨ ਪਾਵਾਂਗੇ ਕਿ ਅਸੀਂ ਹਰਿਆਣੇ ਵਾਲੇ ਪੈਸੇ ਖਰਚ ਕੇ ਬੈਠੇ ਆ, ਨਹਿਰ ਦਾ ਆਪਣੇ ਵਾਲੇ ਦਾ ਹਿੱਸਾ ਬਣਾ ਕੇ ਬੈਠੇ ਆ, ਪੰਜਾਬ ਨੂੰ ਪੈਸੇ ਦੇ ਕੇ ਬੈਠੇ ਆ, ਇਹਦੇ ਬਾਵਜੂਦ ਪੰਜਾਬ ਆਪਣੇ ਹਿੱਸੇ ਦੀ ਨਹਿਰ ਬਣਾ ਕੇ ਸਾਨੂੰ ਸਾਡੇ ਹਿੱਸੇ ਦਾ ਪਾਣੀ ਦਿੰਦਾ ਨਹੀਂ, ਤੇ ਅਸੀਂ ਸੁਪਰੀਮ ਕੋਰਟ ਤੋਂ ਜਾਵਾਂਗੇ ਕਿ ਭਾਈ ਤੁਸੀਂ ਹੁਣ ਆਪਦੇ ਅਧਿਕਾਰ ਹੇਠ ਲੈ ਕੇ ਸਾਰਾ ਕੋਈ ਨਹਿਰ ਬਣਾਓ। ਨਹੀਂ ਇਹ ਤਾਂ ਗੱਲ ਹੈਗੀ ਹੈ। ਇਹ ਪੇਜ ਜਿੱਥੇ ਫਸ ਗਿਆ ਉਹਦੇ ਵਿੱਚ ਹੁਣ ਬਹੁਤਾ ਰੌਲਾ ਤੇ ਉਸੇ ਕਰਕੇ ਪਿਆ ਵੀ ਆਮ ਆਦਮੀ ਪਾਰਟੀ ਦੇ MP ਸੁਸ਼ੀਲ ਗੁਪਤਾ ਸਾਹਿਬ ਜੀ, ਉਹਨਾਂ ਨੇ ਜਿਹੜੀ ਗੱਲ ਕਹੀ ਹੈ ਵੀ ਦੇਖੋ ਪੰਜਾਬ 'ਚ ਤੇ ਸਾਡੀ ਹੁਣ ਸਰਕਾਰ ਆ ਗਈ ਹੈ, ਦਿੱਲੀ 'ਚ ਹੈਗੀ ਹੈ, ਹਰਿਆਣੇ 'ਚ ਬਣ ਜਾਣੀ ਹੈ, ਤੇ ਤੁਸੀਂ ਦੇਖੋਗੇ ਐਨ ਕੱਲੇ ਪਿੰਡ ਤੱਕ, ਐਨ ਨੁੱਕਰਾਂ ਤੱਕ, ਖੂੰਜਿਆਂ ਤੱਕ ਹੁਣ ਪਾਣੀ ਜਾਣਾ। ਤੇ ਹੁਣ ਜਿਹੜੀ ਗੱਲ ਉਹਨਾਂ ਨੇ ਇਹ ਜੋੜ ਦਿੱਤੀ SYL ਨਹਿਰ ਵਾਲੀ ਵੀ ਆਪਾਂ ਹੁਣ ਪਾਣੀ ਜਾਣਾ, ਨਾਲ ਸ਼ਬਦ ਉਹਨਾਂ ਨੇ ਇੱਕ ਤਾਂ ਗਰੰਟੀ ਵਾਲਾ ਸ਼ਬਦ ਮਾਰ ਗਿਆ ਨਾ। ਗਰੰਟੀ ਵਾਲਾ ਕੜਾ ਨਹੀਂ ਹੁੰਦਾ ਜਾਂਦਾ ਵੀ ਇਹ ਤਾਂ ਗਰੰਟੀ ਵਾਲੇ ਗਹਿਣੇ ਆ ਜੀ, ਬਾਅਦ ਵਿੱਚ ਗਰੰਟੀ ਦੀ ਪਾਲਸ਼ ਲਾ ਜਾਂਦੀ। ਉਹ ਗਰੰਟੀ ਵਾਲੇ ਪਾਲਸ਼ ਵਾਲਾ ਕੰਮ ਜਿਹੜਾ ਮੈਨੂੰ ਲੱਗਦਾ ਵੀ ਕਿਤੇ ਉਹ ਨਾ ਹੋ ਜਾਵੇ, ਕਿਉਂਕਿ ਹੁਣ ਜਿਹੜਾ ਗਰੰਟੀ ਸ਼ਬਦ ਦੇ ਕੇ ਉਹਨੇ ਉੱਥੇ ਵਰਤ ਲਿਆ ਵੀ ਤੁਸੀਂ ਚਿੰਤਾ ਨਾ ਕਰੋ, ਹਰਿਆਣੇ 'ਚ ਸਾਡੀ ਸਰਕਾਰ ਬਣਾਓ ਤੇ ਆਪਾਂ ਪਾਣੀ ਦੇਖੋ ਕਿੱਦਾਂ ਦਿੰਦੇ ਆ ਤੁਹਾਨੂੰ। ਉਹਦੇ ਤੋਂ ਬਾਅਦ ਰੌਲਾ ਪਿਆ, ਕਿਉਂਕਿ ਇਸ ਦਾ ਪ੍ਰਗਟ ਸਿੰਘ ਹੋਰਾਂ ਨੇ ਵੀ ਨਾਲ ਦੀ ਨਾਲ ਟਵੀਟ ਕੀਤਾ ਵੀ ਦਿਓ ਜਵਾਬ ਜੀ। ਉਧਰੋਂ ਸੁਖਬੀਰਵਾਲ ਸਾਹਿਬ ਨੇ ਟਵੀਟ ਕੀਤਾ, ਉਹ ਕਹਿੰਦੇ ਦਿਓ ਜਵਾਬ ਮਹਾਰਾਜ ਜੀ, ਆਹ ਦੱਸੋ ਬੰਦਾ ਤੁਹਾਡਾ ਕਾਹਦੀਆਂ ਗਰੰਟੀਆਂ ਦਿੰਦਾ ਫਿਰਦਾ, ਤੁਹਾਡਾ ਕੀ ਸਟੈਂਡ ਹੈ ਇੱਥੇ। ਦੇਖੋ ਪਹਿਲੀ ਗੱਲ ਸੰਧਾਲੀਆ ਸਾਹਿਬ, ਪੰਜਾਬ ਦੇ ਕੋਲੇ ਦੇਣ ਨੂੰ ਪਾਣੀ ਹੈ ਨਹੀਂ, ਸਾਡਾ ਆਪਣਾ ਹੀ ਨਹੀਂ ਸਰਦਾ, ਜਿੰਨਾ ਕੁ ਹੈਗਾ ਸਾਡੇ ਤੋਂ ਸਾਂਭਿਆ ਵੀ ਨਹੀਂ ਜਾਂਦਾ, ਇਹ ਵੀ ਗੱਲ ਨਾਲ ਹੀ ਹੈ। ਜਦੋਂ ਸਾਡੇ ਕੋਲ ਪੰਜਾਬ ਕੋਲ ਪਾਣੀ ਹੈ ਨਹੀਂ ਤਾਂ ਦੇਣਾ ਕਿੱਥੋਂ ਆ। ਦੂਸਰੀ ਗੱਲ ਇਹ ਹੈ ਕਿ ਹਰਿਆਣੇ ਵਾਲਿਆਂ ਨੂੰ ਵੀ ਲੋੜ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਆਪਾਂ ਇਹ ਨਹੀਂ ਕਹਿੰਦੇ ਕਿ ਹਰਿਆਣੇ ਵਾਲੇ ਉੱਦਾਂ ਹੀ ਪੰਜਿਆਂ ਦੇ ਉੱਤੇ ਖੜੇ ਹੋ ਕੇ ਅੱਡੀਆਂ ਚੱਕ ਕੇ ਕਹੀ ਜਾਂਦੇ ਕਿ ਪਾਣੀ ਅਸੀਂ ਲੈਣਾ। ਉਹਨਾਂ ਨੇ ਹੋਲੀ ਨਹੀਂ ਖੇਡਣੀ, ਜਿੰਨੀ ਸਾਡੇ ਪੰਜਾਬ ਨੂੰ ਲੋੜ ਹੈ ਉਨੀ ਹਰਿਆਣੇ ਨੂੰ ਲੋੜ ਹੈ। ਚੰਗਾ ਹੁੰਦਾ ਜੇ ਕੇਂਦਰ ਦੀ ਸਰਕਾਰ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਇਹਦਾ ਕੋਈ ਹੱਲ ਕੱਢਦੀਆਂ। ਪੰਨੂ ਸਾਹਿਬ ਸ਼ਾਰਦਾ
ਯਮੁਨਾ ਲਿੰਕ ਦੀ ਗੱਲ ਕਰਦੇ ਹੁੰਦੇ ਆ ਕਿ ਭਾਈ ਉਧਰਲੇ ਪਾਸੇ ਨੂੰ ਗੱਲ ਤੋਰੀ ਜਾਵੇ, ਕੋਈ ਨਾ ਕੋਈ ਹੱਲ ਨਿਕਲ ਸਕਦਾ ਸੀ ਜਿਹਦੇ ਨਾਲ ਪੰਜਾਬ ਦੀ ਪਿਆਸ ਵੀ ਪਾਣੀ ਵਾਲੀ ਬੁਝਦੀ, ਹਰਿਆਣੇ ਵਾਲੇ ਸਾਡੇ ਭਰਾ ਭੈਣਾਂ ਜਿਹੜੇ ਨੇ ਉਹਨਾਂ ਨੂੰ ਵੀ ਕੁਝ ਹੱਦ ਤੱਕ ਸੰਤੁਸ਼ਟੀ ਹੁੰਦੀ। ਪਰ ਉਧਰ ਨੂੰ ਗੱਲ ਤੋਰੀ ਨਹੀਂ ਗਈ ਜਿੱਧਰ ਤੁਰ ਕੇ ਇਹ ਲੜਾਈ ਹਟ ਸਕਦੀ ਸੀ, ਕਿਉਂਕਿ ਜੇ ਲੜਾਈ ਹਟ ਜਾਂਦੀ ਵੋਟਾਂ ਕਿੱਦਾਂ ਲੈਣੀਆਂ ਸੀ। ਚਲੋ ਇਹ ਗੱਲ ਬੜੀ ਅਜੀਬ ਲੱਗੀ ਹੈ। ਤੁਹਾਨੂੰ ਇੱਕ ਗੱਲ ਤਾਂ ਚੇਤਾ ਹੋਣਾ ਕਿ ਜਿਹੜੇ ਸੁਸ਼ੀਲ ਗੁਪਤਾ ਸਾਹਿਬ ਨੇ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ, ਹੈਗੇ ਹਰਿਆਣੇ ਦੇ ਨੇ ਪਰ ਦਿੱਲੀ ਦੀ ਵਿਧਾਨ ਸਭਾ ਦੇ ਵਿੱਚੋਂ ਦਿੱਲੀ ਵਾਲੇ ਕੋਟੇ 'ਚੋਂ ਰਾਜ ਸਭਾ ਦੇ ਮੈਂਬਰ ਬਣੇ ਆ। ਅੱਜ ਕੱਲ੍ਹ ਕਿਉਂਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਅਸੀਂ ਹਰਿਆਣੇ ਦੇ ਵਿੱਚ ਵੀ ਪੰਜਾਬ ਵਾਂਗ ਹੁੰਜਾ ਫੇਰੀਏ, ਉਹਨਾਂ ਨੂੰ ਉੱਥੇ ਅਧਿਕਾਰ ਦਿੱਤੇ ਆ। ਨਵੀਨ ਜੈ ਹਿੰਦ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਇੰਚਾਰਜ ਆ, ਉਹਨਾਂ ਦੇ ਨਾਲ ਉਹਨਾਂ ਦੀ ਬਣਦੀ ਨਹੀਂ। ਸੁਸ਼ੀਲ ਗੁਪਤਾ ਸਾਹਿਬ ਰਾਜ ਸਭਾ ਦੇ ਮੈਂਬਰ ਉੱਥੇ ਲੱਗੇ ਹੋ ਆ ਕਿ ਭਾਈ ਵੱਧ ਤੋਂ ਵੱਧ ਵੱਖ-ਵੱਖ ਪਾਰਟੀਆਂ ਦੇ ਬੰਦੇ ਲਿਆਈਏ, ਆਮ ਆਦਮੀ ਪਾਰਟੀ ਮਜ਼ਬੂਤ ਕਰੀਏ, ਦਿੱਲੀ ਤੋਂ ਬਾਅਦ ਪੰਜਾਬ ਤੇ ਦਿੱਲੀ ਪੰਜਾਬ ਦੇ ਵਿਚਾਲੇ ਹਰਿਆਣਾ ਕਿਤੇ ਸਰਕਾਰ ਉੱਥੇ ਵੀ ਬਣ ਜਾਏ ਜੇ ਦਿੱਲੀ ਦੂਰ ਹੈ ਹਰਿਆਣੇ ਦੇ ਪੱਖ ਤੋਂ। ਇੱਕ ਗੱਲ ਤਾਂ ਮਾੜੀ ਹੈ ਕਿ ਤੁਸੀਂ 15 20 25 ਦਿਨ ਮਹੀਨਾ ਪਹਿਲਾਂ ਪੰਜਾਬ 'ਚ ਇਲੈਕਸ਼ਨ ਲੜਦੇ ਹੋ। ਹੁਣ ਤੁਹਾਡੀ ਪਾਰਟੀ ਦਾ ਰਾਜ ਸਭਾ ਦਾ ਇੱਕ ਮੈਂਬਰ ਇਹ ਆਖੇ ਕਿ ਭਾਈ ਪਾਣੀ ਤਾਂ SYL ਦਾ ਕੱਲੇ-ਕੱਲੇ ਘਰ ਪਹੁੰਚਾਵਾਂਗੇ, ਗਰੰਟੀ ਹੈ, ਤੇ ਪੰਜਾਬ ਦੇ ਵਿੱਚੋਂ ਤੂਫਾਨ ਪੈਦਾ ਹੋਊਗਾ ਹੀ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵੀ ਕਈ ਲੀਡਰਾਂ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਦੇ ਪਲੇਟਫਾਰਮ ਤੇ ਗੱਲ ਕਰਾਂਗੇ ਕਿ ਰਾਜ ਸਭਾ ਦੇ ਮੈਂਬਰ ਨੇ ਆ ਗੱਲ ਕਰਕੇ ਸਾਨੂੰ ਕਸੂਤੇ ਕਿਉਂ ਫਸਾਇਆ, ਅਸੀਂ ਪੰਜਾਬ ਵਾਲਿਆਂ ਨੇ ਪਾਣੀ ਦੇਣਾ ਨਹੀਂ। ਹੁਣ ਆਉਣੇ ਪ੍ਰਤੀਕਿਰਿਆ ਦੇ ਮੁੱਦੇ ਤੇ। ਦੇਖੋ ਨਾ ਤਾਂ ਕੇਜਰੀਵਾਲ ਸਾਹਿਬ ਬੋਲੇ, ਨਾ ਭਗਵੰਤ ਮਾਨ ਸਾਹਿਬ ਬੋਲੇ, ਨਾ ਰਾਘਵ ਚੱਡਾ ਸਾਹਿਬ ਬੋਲੇ। ਸੁਸ਼ੀਲ ਗੁਪਤਾ ਦਾ ਬਿਆਨ ਆ, ਉਸ ਤੋਂ ਬਾਅਦ ਤੂਫਾਨ ਖੜਾ ਹੋ ਗਿਆ। ਤੂਫਾਨ ਖੜਾ ਹੋਣਾ ਲਾਜ਼ਮੀ ਵੀ ਸੀ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਸੀਗੇ ਦਿੱਲੀ, ਉਹ ਕਹਿੰਦੇ ਕੇਜਰੀਵਾਲ ਜਵਾਬ ਦੇਣ, ਬਿੱਲੀ ਥੈਲਿਓਂ ਬਾਹਰ ਆ ਗਈ, ਹੁਣ ਲੱਗ ਗਿਆ ਪਤਾ। ਕਹਿੰਦੇ ਇਹ ਥੋੜੀ ਬੋਲਦਾ ਸੁਸ਼ੀਲ ਗੁਪਤਾ, ਇਹ ਕਿਉਂਕਿ ਦਿੱਲੀ ਵਾਲੇ ਕੋਟੇ ਦੇ ਵਿੱਚ ਰਾਜ ਸਭਾ ਦਾ ਮੈਂਬਰ ਹੈ ਤਾਂ ਅਰਵਿੰਦ ਕੇਜਰੀਵਾਲ ਬੋਲਦਾ, ਤੇ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਵੀ ਕਈ ਵਾਰੀ ਇਦਾਂ ਦੀ ਗੱਲ ਘੁਮਾ ਕੇ ਕੀਤੀ ਹੈ। ਠੀਕ ਹੈ, ਡਾਕਟਰ ਦਲਜੀਤ ਸਿੰਘ ਚੀਮਾ ਹੋਰ ਵੀ ਇੱਦਾਂ ਕਹਿੰਦੇ, ਸੁਖਪਾਲ ਸਿੰਘ ਖਹਿਰਾ ਸਾਹਿਬ ਵੀ ਕਹਿੰਦੇ ਕਿ ਭਾਈ ਪਾਣੀ ਪੂਣੀ ਹੈ ਨਹੀਂ ਪੰਜਾਬ ਦੇ ਕੋਲੇ ਦੇਣ ਨੂੰ। ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਕੋਟੇ 'ਚ ਬੋਲੇ, ਉਹ ਕਹਿੰਦੇ ਕਮਾਲ ਹੈ, ਇੱਦਾਂ ਕਿੱਦਾਂ ਹੋ ਜੂ, ਪਾਣੀ ਕਿੱਦਾਂ ਮਿਲ ਜੂ, ਅਕਾਲੀ ਦਲ ਪਾਣੀ ਨਹੀਂ ਲੈਣ ਦਿੰਦਾ। ਉਧਰਲੇ ਪਾਸੇ ਰਜੀਤ ਸਿੰਘ ਗਰੇਵਾਲ ਸਾਹਿਬ ਵੀ ਕਹਿੰਦੇ, ਉਹ ਕਹਿੰਦੇ ਪੰਜਾਬ ਨੂੰ ਅੱਤਵਾਦ ਵਾਲੇ ਪਾਸੇ ਝੋਕਣਾ, ਪੰਜਾਬ ਨੂੰ ਕਿੱਧਰ ਨੂੰ ਲੈ ਕੇ ਚੱਲਿਆ, ਪਾਣੀ ਕਿੱਥੇ ਪੰਜਾਬ ਕੋਲ। ਸਾਰੀਆਂ ਗੱਲਾਂ ਠੀਕ ਨੇ, ਇਹਨਾਂ ਸਾਰੇ ਬੰਦਿਆਂ ਨੇ ਠੀਕ ਸਟੈਂਡ ਲਿਆ। ਪਰ ਸੁਸ਼ੀਲ ਗੁਪਤਾ ਕਿਉਂਕਿ ਹਰਿਆਣੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਇਦਾਂ ਹੀ ਜੇ ਕਿਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਦਿੱਲੀੋਂ ਹੁਣ ਪੰਜਾਬ ਨੂੰ ਆਉਣਾ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਬਾਕੀ ਪਾਰਟੀਆਂ ਨੇ ਜੇ ਗੱਲ ਨਹੀਂ ਕਹੀ ਜਾਂ ਕਹੀ ਆ ਤਾਂ ਆਮ ਆਦਮੀ ਪਾਰਟੀ ਵਾਲੇ ਖੁੱਲੇ ਛੁੱਟ ਕਰਨਾ, ਕਲੀਅਰ ਤਾਂ ਕਰਨਾ ਪਊਗਾ। ਪਰ ਪ੍ਰਤਾਪ ਸਿੰਘ ਬਾਜਵਾ ਦਿੱਲੀ ਕਹਿੰਦੇ ਆ ਕਿ ਭਾਈ ਅਰਵਿੰਦ ਕੇਜਰੀਵਾਲ ਨੇ ਗਲਤ ਕੀਤਾ, ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਇਦਾਂ ਕਿੱਦਾਂ ਕਹਿ ਸਕਦੇ ਅਸੀਂ ਪਾਣੀ ਨਹੀਂ ਦੇਣਾ। ਤੁਸੀਂ ਬਾਜਵਾ ਸਾਹਿਬ ਦਿੱਲੀੋਂ ਪੰਜਾਬ ਨੂੰ ਆਉਣਾ, ਰਾਹ ਦੇ ਵਿੱਚ ਹੁੱਡਾ ਸਾਹਿਬ ਨੂੰ ਕਹਿ ਦਿਓ ਕਿ ਕਰੀ ਬਿਆਨ ਦੇ ਦਿਓ ਕਿ SYL ਪੰਜਾਬ ਦੀ ਆ, ਆਪਾਂ ਕੀ ਕਰਨੀ ਹੈ। ਵੈਸੇ ਹੀ ਗੱਲ ਹੈ ਕਿਉਂਕਿ ਜਿੱਦਾਂ ਸੁਸ਼ੀਲ ਗੁਪਤਾ ਹੋਰੀ ਆਮ ਆਦਮੀ ਪਾਰਟੀ ਦੇ ਹਰਿਆਣੇ ਦਿੱਲੀ ਦੇ ਲੀਡਰ ਨੇ, ਇਹਦੇ ਭੁਪਿੰਦਰ ਹੁੱਡਾ ਹੋਰੀ ਵੀ ਨੇ। ਜਾਂ ਤਾਂ ਕਾਂਗਰਸ ਪਾਰਟੀ ਵਾਲੇ ਕਹਿਣ ਕਿ ਨਹੀਂ ਭਾਈ ਜੇ ਸਾਡੀ ਪਾਰਟੀ 'ਚ ਕੋਈ ਵੀ ਬੰਦਾ SYL ਬਣਾਉਣ ਦੇ ਹੱਕ 'ਚ ਸਟੈਂਡ ਲਊਗਾ ਅਸੀਂ ਪਾਰਟੀ ਦੀ ਹਾਈ ਕਮਾਂਡ ਨੂੰ ਸ਼ਿਕਾਇਤ ਕਰਾਂਗੇ। ਇਦਾਂ ਹੀ ਗਰੇਵਾਲ ਸਾਹਿਬ ਨੇ, ਗਰੇਵਾਲ ਸਾਹਿਬ ਕਹਿੰਦੇ ਜੀ ਗਲਤ ਹੈ, ਠੀਕ ਹੈ, ਸਮਝ ਆਉਂਦੀ ਹੈ, ਪਰ ਕੀ ਖੱਟਰ ਸਾਹਿਬ ਤੇ ਬਿੱਜ ਸਾਹਿਬ ਉਹਨਾਂ ਦੀ ਪਾਰਟੀ ਦੇ ਲੀਡਰ ਨੇ ਹਰਿਆਣੇ ਦੇ, ਉਹ ਵੀ ਤਾਂ ਮੇਰਾ ਖਿਆਲ SYL ਦੇ ਹੱਕ 'ਚ ਹੀ ਹੋਣੇ ਆ। ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣੇ ਦੀ ਇਕਾਈ ਵੀ ਹੈਗੀ ਹੈ, ਬੜੇ ਲੀਡਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਨੇ, ਉਹ ਕਦੇ ਵੀ ਨਹੀਂ ਕਹਿਣਗੇ ਕਿ ਭਾਈ SYL, ਕਿਉਂਕਿ ਨਰੋਲ ਰਾਜਨੀਤੀ ਹੈ। ਮੈਂ ਫਿਰ ਕਹਾਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਭਾਈਚਾਰਾ ਮਸੀਂ ਬਣਿਆ, ਪਾਣੀ ਦੀ ਹਰਿਆਣੇ ਨੂੰ ਵੀ ਲੋੜ ਹੈ, ਪੰਜਾਬ ਦੇ ਕੋਲੇ ਪਾਣੀ ਹੈ ਨਹੀਂ, ਉਹਦਾ ਹੱਲ ਕਿਸੇ ਹੋਰ ਤਰੀਕੇ ਕੱਢਿਆ ਜਾ ਸਕਦਾ ਸੀ, ਪਰ ਹੱਲ ਕੱਢਣ ਦੀ ਥਾਂ ਰਾਜਨੀਤੀ ਹੈ, ਛੱਜ ਹੈ, ਤੇ ਐਂ ਛੱਟਿਆ ਜਾ ਰਿਹਾ ਕੰਮ। ਮੈਨੂੰ ਲੱਗਦਾ WhatsApp ਵੀ ਇਹ ਨਾ ਬੇਲੋੜੀ ਚਰਚਾ ਜੀ। ਹੁਣ ਕੋਈ ਬੰਦਾ ਆਖੇ ਵੀ ਯਾਰ ਬੇਲੋੜੀ ਚਰਚਾ ਕਿੱਦਾਂ, ਏਡਾ ਵੱਡਾ ਮਸਲਾ ਹੋ ਗਿਆ, ਤੁਸੀਂ ਕਿਉਂ ਨਹੀਂ ਕਹਿੰਦੇ। ਦੇਖੋ ਕਹਿਣ ਨੂੰ ਤਾਂ ਆਪਾਂ ਵੀ ਹੋ ਸਕਦਾ ਵੀ ਮਤਲਬ ਐਂ ਕਰਕੇ ਵੀ ਬੋਲਿਆ ਜਾ ਸਕਦਾ, ਆ ਇਦਾਂ ਕਿੱਦਾਂ ਕਹਿ ਦਿੱਤਾ ਜੀ, ਹੈ ਨਾ। ਕਾਰਨ ਹੈ ਵੀ ਕਾਂਗਰਸ ਪਾਰਟੀ ਕਿਤੇ ਹੁਣ ਦੀ ਰਾਜ ਕਰਨ ਡਈ ਉੱਥੇ, ਜਾਂ ਕਹਿ ਲਓ ਵੀ BJP ਵਾਲੇ ਕਿਤੇ ਹੁਣੇ ਕੱਲ੍ਹ ਹੀ ਸਰਕਾਰ ਬਣਾਈ ਉਹਨਾਂ ਨੇ, ਜਾਂ ਇਸ ਤੋਂ ਪਹਿਲਾਂ ਆਪਾਂ ਅਕਾਲੀ ਦਲ ਦੀ ਵੀ ਗੱਲ ਕਰ ਲਈਏ, ਅਕਾਲੀ BJP ਗੱਠਜੋੜ ਵੀ ਰਿਹਾ, ਉੱਧਰਲੇ ਪਾਸੇ ਹਰਿਆਣੇ ਦੇ ਵਿੱਚ ਦੂਸਰੀ ਪਾਰਟੀ ਨਾਲ ਗੱਠਜੋੜ ਹੁੰਦਾ ਹੈ। ਉਹ ਇੱਕ ਮੁੱਦਾ ਪੰਜਾਬ ਵਾਲਿਆਂ ਨੇ ਪੰਜਾਬ 'ਚ ਰੱਖਿਆ, ਉਹ ਕਹਿੰਦੇ ਵੀ ਜਦੋਂ ਹਰਿਆਣੇ ਜਾਣਾ ਨਾ 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 ਉੱਧਰ ਕੋਈ ਗੱਲ ਨਹੀਂ ਕਰਨੀ, ਜਦੋਂ ਹਰਿਆਣੇ ਵਾਲੇ ਉਹ ਕਹਿੰਦੇ ਪੰਜਾਬ ਜਾ ਕੇ ਕੋਈ ਗੱਲ ਨਹੀਂ ਕਰਨੀ, ਆਪਾਂ ਇੱਥੇ ਕਰਨੀ। ਅਤੇ ਉਹ ਕਾਰਨ ਇਹ ਹੋ ਗਿਆ ਵੀ ਪਹਿਲਾਂ ਇਹ ਪਾਰਟੀ ਹੈ ਨਹੀਂ ਸੀ, ਹੁਣ ਇੱਕ ਇਹ ਵੀ ਪਾਰਟੀ ਆ ਗਈ, ਇਹਨਾਂ ਦੀ ਵੀ ਇੱਕ ਇੱਥੇ ਇਕਾਈ, ਇੱਕ ਦਿੱਲੀ ਇਕਾਈ, ਇੱਕ ਬਾਕੀ ਸਟੇਟਾਂ 'ਚ ਇਕਾਈ ਹੋਊਗੀ। ਜਿਹੜੇ ਬੰਦੇ ਫਾਟਕ ਦੇ ਦੂਸਰੇ ਪਾਸੇ ਜਾਂ ਬਾਰਡਰ ਦੇ ਦੂਜੇ ਪਾਸੇ ਉਹ ਆਖਣਗੇ ਅਸੀਂ ਪਾਣੀ ਲੈਣਾ ਹੈ, ਜਿਹੜੇ ਇੱਧਰ ਆਉਣੇ ਅਸੀਂ ਪਾਣੀ ਬਿਲਕੁਲ ਨਹੀਂ ਦੇਣਾ, ਗੱਲ ਖਤਮ। ਐਡੀ ਮੈਨੂੰ ਲੱਗਦਾ ਨਹੀਂ ਵੀ ਇਹਦੇ 'ਤੇ ਕੋਈ ਟੈਨਸ਼ਨ ਵਾਲੀ ਗੱਲ ਆ ਵੀ ਪਤਾ ਨਹੀਂ ਸਵੇਰੇ ਕੀ ਹੋ ਜਾਣਾ, ਕੱਲ੍ਹ ਨੂੰ ਕੀ ਹੋ ਜਾਣਾ। ਸੋ ਹਾਂ ਇੰਨਾ ਜ਼ਰੂਰ ਹੋਇਆ ਵੀ ਜਿੱਥੇ ਅੱਗੇ 3-4 ਪਾਰਟੀਆਂ ਬੋਲਦੀਆਂ ਸੀ, ਉੱਥੇ ਇੱਕ ਪਾਰਟੀ ਦਾ ਹੋਰ ਵਾਧਾ ਹੋ ਗਿਆ ਵੀ ਅੱਛਾ ਯਾਰ ਆ ਵੀ ਬੋਲੇ, ਆ ਵੀ ਬੋਲੇ, ਆ ਵੀ ਬੋਲੇ, ਹੁਣ ਇੱਕ ਆਹ ਪਾਰਟੀ ਵਾਲੇ ਵੀ ਬੋਲੇ, ਇਹਨਾਂ ਦੇ ਪੰਜਾਬ ਵਾਲੇ ਲੀਡਰ ਕੁਛ ਕਹਿੰਦੇ ਆ, ਹਰਿਆਣੇ ਵਾਲੇ ਲੀਡਰ ਕੁਛ ਕਹਿੰਦੇ ਆ। ਲੈ ਵੀ ਇੰਨੀ ਸਟੇਟਮੈਂਟ ਹੈ ਵੀ ਪੰਜਾਬ ਵਾਲੇ ਲੀਡਰ ਕੁਛ ਕਹਿੰਦੇ ਆ, ਹਰਿਆਣੇ ਵਾਲੇ ਲੀਡਰ ਕੁਛ ਕਹਿੰਦੇ ਆ।
ਇਹਨਾਂ ਨੂੰ ਵੱਡੀਆਂ ਬ੍ਰੈਕਟਾਂ 'ਚ ਰੱਖ ਕੇ ਅਗਲੇ ਪਿਛਲੇ ਪਾਸੇ ਜਿਹੜੀ ਮਰਜ਼ੀ ਪਾਰਟੀ ਦਾ ਨਾਂ ਰੱਖ ਲਓ, ਇਹ ਸਟੇਟਮੈਂਟ ਉਦਾਂ ਹੀ ਸੈੱਟ ਹੈ। ਨਹੀਂ ਉੱਦਾਂ ਹੀ ਸੈੱਟ ਆ, ਪਰ ਇੱਕ ਗੱਲ ਸੰਧਾਲੀਆ ਸਾਹਿਬ ਇੱਥੇ ਦੇਖਣੀ ਪਊਗੀ ਕਿ ਸੁਪਰੀਮ ਕੋਰਟ ਨੇ ਕਦੇ ਹੁਕਮ ਦਿੱਤਾ ਸੀ, ਹੁਣ ਤਾਂ ਚਲੋ ਫਿਰ ਉਹਨਾਂ ਦੇ ਵਿਹੜੇ 'ਚ ਆ ਨਾ ਕੰਮ। ਅੱਜ ਤੱਕ ਲਗਾਤਾਰ ਇਹੀ ਚਰਚਾ ਚੱਲਦੀ ਰਹੀ ਕਿ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਕਾਨੂੰਨੀ ਤੌਰ ਤੇ ਜਦੋਂ ਮਾਣਯੋਗ ਸੁਪਰੀਮ ਕੋਰਟ 'ਚ ਕੇਸ ਚੱਲਦਾ ਸੀ, ਆਪਣੇ ਵਕੀਲਾਂ ਦੀ ਫੌਜ ਉੱਥੇ ਚੰਗੀ ਤਰ੍ਹਾਂ ਤਿਆਰ ਕਰਕੇ ਭੇਜੀ ਨਹੀਂ ਜਾਂ ਪੰਜਾਬ ਦਾ ਪੱਖ ਚੰਗੇ ਤਰੀਕੇ ਰੱਖਿਆ ਨਹੀਂ। ਇੱਕ ਵਾਰ ਇਹ ਵੀ ਚਰਚਾ ਚੱਲਦੀ ਸੀ ਨਾ ਕਿ ਐਡਵੋਕੇਟ ਜਨਰਲ ਹੀ ਉਹ ਬਣਾਤੇ ਜਿਹੜੇ ਪਹਿਲਾਂ ਹਰਿਆਣੇ ਵਾਲੇ ਪਾਸੇ ਹੁੰਦੇ ਸੀ, ਕਿ ਉਹ 7-7 8-8 10-10 ਵਕੀਲ ਆਉਂਦੇ ਹੁੰਦੇ, ਸਾਡੇ ਇੱਕ ਹੁੰਦੇ ਉਹ ਵੀ ਕਦੇ ਆਉਂਦੇ ਸੀ ਤੇ ਕਦੇ ਨਹੀਂ ਆਉਂਦੇ ਸੀ। ਜੇ ਕਦੇ ਅਦਾਲਤ ਦੇ ਵਿੱਚ ਕੇਸ ਜਾਂਦਾ ਤਾਂ ਪੇਸ਼ ਹੋਣਾ ਪੈਣਾ ਤੇ ਪੂਰੀ ਤਿਆਰੀ ਦੇ ਨਾਲ ਹੋਣਾ ਚਾਹੀਦਾ, ਜਿਹਦੇ ਨਾਲ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਹੋ ਸਕੇ। ਤੇ ਬਾਕੀ ਫਿਰ ਇਹੀ ਗੱਲ ਹੈ, ਸਭ ਤੋਂ ਵੱਡਾ ਮਸਲਾ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਏਕਤਾ ਹੈ, ਕਿਉਂਕਿ ਜਦੋਂ ਤੱਕ ਹਰਿਆਣੇ ਦੇ ਵਿੱਚ ਵੋਟਾਂ ਨਹੀਂ ਪੈ ਜਾਂਦੀਆਂ ਵਿਧਾਨ ਸਭਾ ਦੀਆਂ, ਆ ਲੋਕੋ ਇਹ ਮੁੱਦਾ ਉਛਲਦਾ ਰਹਿਣਾ, ਬਾਰ-ਬਾਰ ਸਾਹਮਣੇ ਆਉਣਾ ਹੈ। ਕਿਸੇ ਨੇ ਚਮਚੇ ਫੜ ਕੇ ਐਸਵਾਈਐਲ ਪੱਟਣ ਆਉਣਾ ਹੈ, ਕਿਸੇ ਨੇ ਕਈਆਂ ਨੇ ਨੌਂ ਨਹੀਂ ਪਟਣੀ ਖੁਰਚ ਕੇ ਭਾਈ ਅਸੀਂ ਬਣਾ ਕੇ ਆਵਾਂਗੇ। ਪਰ ਤੁਸੀਂ ਦੇਖਿਓ ਕਿ ਰੋਟੀ ਤੁਹਾਨੂੰ ਉਹਦੀ ਮਿਲਣੀ ਆ ਜਿਹੜੀ ਤੁਸੀਂ ਕਮਾਈ ਦਿਹਾੜੀ 'ਚ ਕੀਤੀ ਹੈ। ਹਾਂ, ਇਹ ਤਾਂ ਗੱਲ ਹੈਗੀ। ਦੂਜੀ ਬੇਨਤੀ ਆਪਾਂ ਇਹ ਵੀ ਕਰ ਦਿੰਦੇ ਵੀ ਇਹ ਪਾਣੀ ਦਾ ਮਸਲਾ ਤੇ ਇਦਾਂ ਹੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਤੇ ਗਲੋਬਲੀ ਪਾਣੀ ਕਹਿੰਦੇ ਵੀ ਹੁਣ ਘਟ ਰਿਹਾ, ਮਾਰਾ ਗਲੋਬਲ ਵਾਰਮਿੰਗ ਵੱਧ ਰਹੀ ਹੈ ਜੀ, ਹੁਣ ਕਰਾਂਗੇ ਕੀ, ਇਹ ਸਾਰੇ ਕੁਝ ਨੂੰ ਬਚਾਉਣ ਦੀ ਲੋੜ ਆ। ਮੈਨੂੰ ਲੱਗਦਾ ਹੁੰਦਾ ਵੀ ਜ਼ਰੂਰ ਜਿੰਨੇ ਵੀ ਲੀਡਰ ਸਾਹਿਬਾਨ ਨੇ, ਜਿਹਨਾਂ ਨੂੰ ਲੱਗਦਾ ਵੀ ਸਿਆਸੀ ਤੌਰ ਤੇ ਸਾਨੂੰ ਇਹ ਬਿਆਨ ਦੇਣਾ ਜ਼ਰੂਰੀ ਹੈ, ਚਾਹੇ ਉਹ ਹਰਿਆਣੇ ਵਾਲੇ ਹੋਗੇ, ਚਾਹੇ ਪੰਜਾਬ ਵਾਲੇ ਹੋਗੇ, ਕਿਸੇ ਵੀ ਪਾਰਟੀ ਦੇ ਹੋਗੇ ਜੀ, ਪਰ ਨਾਲ ਦੀ ਨਾਲ ਇੰਨਾ ਜ਼ਰੂਰ ਸੋਚ ਲੈਣ ਵੀ ਯਾਰ ਇਹ ਮੁੱਦਾ ਆਪਾਂ ਕਿੰਨਾ ਕੁ ਚਿਰ ਰੱਖਣਾ। ਕਈ ਬਜ਼ੁਰਗ ਲੀਡਰ ਤੁਰ ਗਏ, ਕਈ ਬਜ਼ੁਰਗ ਹੋ ਗਏ, ਕਈਆਂ ਨੇ ਗਾਂਹ ਬਜ਼ੁਰਗ ਹੋ ਜਾਣਾ, ਗਾਂਹ ਉਹਨਾਂ ਨੂੰ ਇਹ ਵੀ ਲੱਗਦਾ ਵੀ ਗਾਂਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਹੋਣਾ, ਫਿਰ ਉਹ ਵੀ ਇਸੇ ਐਸਵਾਈਐਲ ਨਹਿਰ ਦਾ ਮੁੱਦਾ ਰੌਲਾ ਪਾਈ ਜਾਇਆ ਕਰਨਗੇ। ਹੋ ਸਕਦਾ ਵੀ ਅੱਜ ਤੋਂ ਮੰਨ ਲਓ 50 ਸਾਲ ਬਾਅਦ ਕਿਤੇ ਐਸਵਾਈਐਲ ਨਹਿਰ ਦੀ ਗੱਲ ਕਰਨ ਦੇ ਆਖਣ ਯਾਰ ਉਹ ਕੀ ਹੁੰਦੀ ਸੀ ਭਲਾ, ਉਹ ਕਹਿੰਦੇ ਯਾਰ ਕੋਈ ਪਾਣੀ ਪੂਣੀ ਜਿਹਾ ਖੜਨਾ ਹੁੰਦਾ ਸੀ ਇੱਧਰੋਂ ਖਣੀ ਉੱਧਰ। ਅੱਛਾ ਯਾਰ ਪਾਣੀ ਫਿਰ ਕਿੱਥੋਂ ਆਉਂਦਾ ਹੁੰਦਾ ਸੀ? ਉਹਦੇ ਉੱਪਰੋਂ ਪਹਾੜਾਂ ਭੂੜਾਂ ਤੋਂ ਪਾਣੀ ਆਉਂਦਾ ਹੁੰਦਾ ਸੀ ਇੱਧਰ ਦੀ। ਅੱਛਾ ਯਾਰ ਵੀ ਇਹਦੇ 'ਤੇ ਵੀ ਸਿਆਸਤ ਹੁੰਦੀ ਰਹੀ। ਮਤਲਬ ਇਹ ਨੌਬਤ ਨਾ ਆਵੇ, ਉਹਦੇ ਨਾਲੋਂ ਚੰਗਾ ਵੀ ਆਪਾਂ ਹੁਣ ਤੋਂ ਇਹ ਸੋਚ ਲਈਏ ਵੀ ਗਾਂਹ ਵਾਲੀਆਂ ਪੀੜ੍ਹੀਆਂ ਨੂੰ ਉਹ ਜਾਣੇ ਪੀਣ ਨੂੰ ਪਾਣੀ ਮਿਲਦਾ ਰਹੇ। ਵੀ ਐਸਾ ਕੀ ਕਾਰਨ ਬਣਿਆ ਵੀ ਪਾਣੀ ਉੱਧਰ ਵੀ ਲੋੜ ਹੈ ਆਪਾਂ ਪੂਰਾ ਨਹੀਂ ਕਰ ਸਕੇ, ਪੰਜਾਬ ਵਾਲਾ ਵੀ ਲੋੜ ਹੈ ਪਰ ਪੰਜਾਬ ਵਾਲਾ ਕਹਿੰਦਾ ਵੀ ਅਸੀਂ ਆਪਣਾ ਵੀ ਮੁਕਾਈ ਜਾਂਦੇ, ਜਿਹੜਾ ਦੂਸਰਾ ਆਉਂਦਾ ਸੀ ਉਹ ਵੀ ਨਹੀਂ ਸਾਨੂੰ ਮਿਲਦਾ। ਵੀ ਕਿੱਥੇ ਗਲਤੀ ਹੈ? ਉਹ ਗਲਤੀ ਫੜ ਕੇ ਦਰੁਸਤ ਕਰਨ ਦੀ ਲੋੜ ਆ, ਨਹੀਂ ਤਾਂ ਪਾਣੀ ਆ, ਅੱਜ ਨਹੀਂ ਤਾਂ ਕੱਲ੍ਹ ਨੂੰ ਮੁੱਕ ਜੂਗਾ। ਫਿਰ ਠੀਕ ਹੈ ਐਸਵਾਈਐਲ ਬਣਾਉਂਦੇ ਰਹੋ, ਭਾਵੇਂ 2 ਬਣਾ ਲਿਓ, 'ਚ ਕੀ ਫਰਕ ਪੈਂਦਾ? ਸੰਧਾਲੀਆ ਸਾਹਿਬ ਦੇਖੋ, ਬਸ ਮਸਲਾ ਤਾਂ ਉਹੀ ਹੈ ਨਾ ਕਿ ਜੋ ਹੈਗਾ ਉਹ ਸਾਂਭ ਲਈਏ ਤੇ ਸਾਰਿਆਂ ਨੂੰ ਆਪਣੇ ਵਰਗੇ ਸਮਝ ਕੇ ਦੇਖੀਏ, ਕਿਸੇ ਦਾ ਹੱਕ ਨਾ ਮਾਰਿਆ ਜਾਵੇ। ਹੁਣ ਤੁਸੀਂ ਦੇਖੋ ਕਿ ਪੰਜਾਬ ਵਾਲੇ ਪਾਸੇ, ਕਿਉਂਕਿ ਆਪਾਂ ਹੁੰਦੇ ਇੱਧਰਲੇ ਪਾਸੇ ਨੂੰ ਆਏ ਆ ਨਾ, ਤਾਂ ਪੰਜਾਬ ਦੇ ਵਿੱਚ ਇੱਕ ਮਸਲਾ ਬਹੁਤ ਵੱਡਾ ਰਿਹਾ ਜੇਲ੍ਹਾਂ ਦਾ, ਸੁਧਾਰ ਘਰਾਂ ਦਾ। ਕਿੰਨੀ ਵਾਰ ਪੰਜਾਬ ਦੇ ਵਿੱਚ ਚਰਚਾ ਚੱਲਦੀ ਰਹੀ ਸੀ ਕਿ ਜੇਲ੍ਹਾਂ ਦੇ ਅੰਦਰੋਂ ਫਰੌਤੀਆਂ ਮੰਗੀਆਂ ਜਾਂਦੀਆਂ, ਜੇਲ੍ਹਾਂ ਦੇ ਅੰਦਰ ਨਸ਼ੇ ਹੁੰਦੇ ਆ ਜੀ, ਜੇਲ੍ਹਾਂ ਦੇ ਅੰਦਰ ਟੈਲੀਫੋਨ ਫਰੌਤੀਆਂ ਮੰਗੀਆਂ ਜਾਂਦੀਆਂ। ਇੱਕ ਵਾਰੀ ਤਾਂ ਇੱਥੋਂ ਤੱਕ ਵੀ ਚਰਚਾ ਚੱਲੀ ਸੀ ਕਿ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਬੈਠਾ ਬੰਦਾ ਜਿਹੜਾ ਕਿਸੇ ਹੋਰ ਦੇਸ਼ ਦੀ ਏਜੰਸੀ ਲਈ ਕੰਮ ਕਰਦਾ ਸੀ, ਉਹ ਰਾਜਸਥਾਨ ਦੇ ਵਿੱਚੋਂ ਮੈਂਬਰਸ਼ਿਪ ਕਰੀ ਜਾਂਦਾ ਫੋਨ ਤੇ, ਕਿ ਜਿਹੜੇ ਉਹਦੇ ਬੰਦੇ ਰਾਜਸਥਾਨ ਦੇ ਵਿੱਚ ਛੱਡੇ ਹੋਏ ਸੀ ਉਹ ਆਮ ਲੋਕਾਂ ਨੂੰ ਗੱਲ ਕਰਦੇ ਸੀ, ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਸੀ। ਫਿਰ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚ ਬੈਠੇ ਨੂੰ ਟੈਲੀਫੋਨ ਤੇ ਗੱਲ ਕਰਾਉਂਦੇ ਸੀ ਕਿ ਕੋਈ ਫਾਈਨਲ ਡਿਸੀਜਨ ਉਹ ਬੰਦਾ ਲਊਗਾ। ਯਾਨੀ ਭਾਰਤ ਵਿਰੋਧੀ ਗਤੀਵਿਧੀਆਂ ਦੇ ਲਈ ਭਾਰਤ ਦੀ ਜੇਲ੍ਹ ਦੇ ਵਿੱਚ ਬੈਠਾ ਬੰਦਾ ਲਾਸਟ ਸੈਂਕਸ਼ਨ ਦਿੰਦਾ ਸੀ ਕਿ ਇਹ ਬੰਦਾ ਮੈਨੂੰ ਠੀਕ ਲੱਗਦਾ, ਤੁਸੀਂ ਟ੍ਰੇਨਡ ਨੂੰ ਠੀਕ ਕਰ ਦਿੱਤਾ। ਯਾਨੀ ਇੰਨੇ ਮਾੜੇ ਹਾਲਾਤ ਹੋ ਗਏ। ਉਹਦੇ ਤੋਂ ਬਾਅਦ ਪੰਜਾਬ ਦੀ ਇੱਕ ਵਾਰੀ ਇਲੈਕਸ਼ਨ ਸੀ ਤੇ ਚੋਣ ਤੋਂ ਠੀਕ ਪਹਿਲਾਂ ਪੰਜਾਬ ਦੀ ਜੇਲ੍ਹ ਦੇ ਵਿੱਚ ਇੱਕ ਲੀਡਰ ਬੈਠਾ ਸੀ, ਉਹਨੂੰ ਮਿਲਣ 20 25 30 ਜਣੇ ਚਲ ਗਿਆ। ਉਦੋਂ ਬੜਾ ਰੌਲਾ ਪਿਆ ਕਿ ਭਾਈ ਕੋਈ ਨਿਯਮ ਹੈਗਾ ਹੀ। ਹੁਣ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਜੇਲ੍ਹ ਮੰਤਰੀ ਸੀ, ਬੜਾ ਰੌਲਾ ਪਿਆ। ਮਜੀਠੀਆ ਸਾਹਿਬ ਨੇ ਕਹਿਣਾ ਜੀ ਇਹ ਬੰਦੇ ਗੈਂਗਸਟਰਾਂ ਨੂੰ ਪਨਾਹ ਦਿੰਦੇ ਆ, ਜੇਲ੍ਹਾਂ ਦੇ ਅੰਦਰ ਉਹਨਾਂ ਨੂੰ ਸਹੂਲਤ ਦਿੰਦੇ ਆ, ਟੈਲੀਫੋਨ ਉਹ ਕਰਦੇ ਬਾਹਰ ਫਰੌਤੀਆਂ ਦਾ। ਉਹ ਕਹਿੰਦੇ ਸੀ ਜੀ ਗੈਂਗਸਟਰਾਂ ਦੇ ਨਾਲ ਤੁਹਾਡਾ ਸੰਬੰਧ ਹੈ। ਹੁਣ ਜਦੋਂ ਸਰਕਾਰ ਬਦਲੀ ਹੈ, ਜਾਂਚ ਪੜਤਾਲ ਪਿਛਲੀ ਚੱਲੀ ਆਉਂਦੀ ਸੀ, ਤਾਂ ਇੱਕਦਮ ਇੱਕ ਗੱਲ ਨੰਗੀ ਚਿੱਟੀ ਹੋ ਕੇ ਸਾਹਮਣੇ ਆ ਗਈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੱਚੀ ਸੁਧਾਰ ਦੀ ਬਹੁਤ ਲੋੜ ਹੈ ਤੇ ਅਮਲੀ ਪੱਧਰ ਦੇ ਉੱਤੇ ਸੁਧਾਰ ਦੀ ਲੋੜ ਹੈ। ਵਿਸ਼ਾਲ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਸੀ, ਉਹਨੇ ਇੱਕ ਵਾਰੀ ਜੱਜ ਸਾਹਿਬ ਨੂੰ ਚਿੱਠੀ ਲਿਖੀ ਕਿ ਜੱਜ ਸਾਹਿਬ ਜਿਹੜੀ ਪਟਿਆਲੇ ਵਾਲੀ ਜੇਲ੍ਹ ਹੈ 2017 ਤੋਂ 2019 ਦੇ ਸਮੇਂ ਦਾ ਜ਼ਿਕਰ ਕੀਤਾ ਹੈ, ਉਦੋਂ ਦੀ ਗੱਲ ਹੈ ਕਿ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਕੁੱਟਿਆ ਮਾਰਿਆ ਜਾਂਦਾ ਹੈ, ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਪਿੱਛੇ ਆਪਣੇ ਪਰਿਵਾਰਾਂ ਨੂੰ ਟੈਲੀਫੋਨ ਕਰੋ ਕਿ ਇਸ ਬੈਂਕ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਾ ਦਿਓ, ਨਹੀਂ ਤਾਂ ਸਾਡੀ ਇੱਥੇ ਹਾਲਤ ਬੁਰੀ ਹੈ। ਆਮ ਬੰਦਾ ਸੋਚ ਸਕਦਾ ਕਿ ਹੋ ਸਕਦਾ ਨਾਲ ਦੇ ਕੈਦੀ ਤੰਗ ਕਰਦੇ ਹੋਣ, ਕੋਈ ਗੈਂਗਸਟਰ ਤੰਗ ਕਰਦਾ ਹੋਵੇ। ਨਹੀਂ, ਉਹ ਕਹਿੰਦੇ ਜੀ ਜੇਲਰ ਸਾਹਿਬ ਤੰਗ ਕਰਦੇ ਆ, ਡਿਪਟੀ ਸੁਪਰਡੈਂਟ ਸਾਹਿਬ ਤੰਗ ਕਰਦੇ ਆ, ਇੱਕ ਜੇਲ੍ਹ ਵਾਰਡਨ ਨਾਲ ਰਲਿਆ ਹੋਇਆ। ਜਾਂਚ ਪੜਤਾਲ ਚੱਲ ਪਈ ਤੇ ਹੁਣ ਅਦਾਲਤ ਦੇ ਹੁਕਮਾਂ ਦੇ ਉੱਤੇ ਪਰਚਾ ਦਰਜ ਹੋ ਗਿਆ 2017 ਤੋਂ 2019 ਦੇ ਵਿਚਾਲੇ ਜੇਲ੍ਹ ਸੁਪਰਡੈਂਟ ਦੇ ਉੱਤੇ, ਜਿਹੜਾ ਸਾਬਕਾ ਜੇਲ੍ਹ ਸੁਪਰਡੈਂਟ, ਸਾਬਕਾ ਡਿਪਟੀ ਜੇਲ੍ਹ ਸੁਪਰਡੈਂਟ ਤੇ ਇੱਕ ਜੇਲ੍ਹ ਵਾਰਡਨ ਦੇ ਉੱਤੇ।
ਸੰਧਾਲੀਆ ਸਾਹਿਬ ਜਿਹੜੀਆਂ ਜੇਲ੍ਹਾਂ ਦੇ ਵਿੱਚ ਆਪਾਂ ਕਹਿੰਦੇ ਆ ਕਿ ਬੰਦੇ ਨੇ ਕੋਈ ਨਿੱਕਾ ਮੋਟਾ ਗੁਨਾਹ ਕਰ ਦਿੱਤਾ, ਇਹਨਾਂ ਸਾਰੇ ਬੰਦਿਆਂ ਦੀ ਅਧਿਕਾਰੀਆਂ ਦੀ ਡਿਊਟੀ ਹੁੰਦੀ ਹੈ ਕਿ ਉਹਨਾਂ ਨੂੰ ਮੁੱਖ ਸਮਾਜ ਦੇ ਵਿੱਚ ਸ਼ਾਮਲ ਕਰਨਾ ਹੈ। ਤੇ ਜੇ ਉਹਨਾਂ ਨੇ ਕੰਮ ਹੀ ਇਹ ਫੜ ਲਿਆ ਕਿ ਅੱਛਾ ਇਹਨੂੰ ਰੋਟੀ ਨਹੀਂ ਦੇਣੀ, ਇਹਦੇ ਡਾਂਗ ਫੇਰੋ, ਇਹਨੂੰ ਤੰਗ ਕਰੋ, ਤੇ ਇਹ ਫਿਰ ਘਰਦਿਆਂ ਨੂੰ ਟੈਲੀਫੋਨ ਕਰੇ ਕਿ ਇਸ ਬੈਂਕ ਖਾਤੇ ਦੇ ਵਿੱਚ ਕਿਰਪਾ ਕਰਕੇ 20,000 30,000 40,000 50,000 ਮਹੀਨੇ ਦਾ 10,000 ਜਮ੍ਹਾਂ ਕਰਾਈ ਜਾਓ, ਨਹੀਂ ਤਾਂ ਮੈਂ ਇੱਥੇ ਔਖਾ, ਮੇਰੇ ਤੋਂ 4 ਦਿਨ ਨਹੀਂ ਜੇ ਕੱਟੇ ਜਾਣੇ। ਜਾਂਚ ਦੇ ਵਿੱਚ ਦੋਸ਼ ਠੀਕ ਪਾਏ ਗਏ ਆ, ਇੱਕ ਹੋਰ ਬੰਦੇ ਨੇ ਵੀ ਦੋਸ਼ ਲਾਏ ਸੀ, ਤੇ ਹੁਣ ਫਿਰ ਨਵੇਂ ਸਿਰੋਂ ਜਾਂਚ ਵੀ ਹੋਈ ਤੇ ਮੁਕੱਦਮਾ ਸ਼ੁਰੂ ਹੋ ਜਾਣਾ ਹੈ। ਨਹੀਂ ਦੇਖੋ ਗੱਲਾਂ ਇਹ ਆ ਵੀ ਜੇ ਆ ਕੁਛ ਮੰਨ ਲਿਓ ਇੱਥੋਂ ਤੱਕ ਪਹੁੰਚਦਾ ਪੜਦਾ, ਇਹ ਉਹ ਚੀਜ਼ਾਂ ਨੇ ਜਿਹਦੇ ਬਾਰੇ ਕਈ ਵਾਰ ਜ਼ਿਕਰ ਕਰਦਾ ਵੀ ਯਾਰ ਅਸਲ 'ਚ ਨੁਕਸ ਕਿੱਥੇ ਹੈ ਜੀ। ਨੁਕਸ ਤੇ ਇਹ ਆ ਵੀ ਜਿਹੜਾ ਤੁਸੀਂ ਫਰੋਲ ਲਓ ਉਸੇ 'ਚੋਂ ਕਈ ਕੁਛ ਨੁਕਸ ਨਿਕਲ ਆਉਂਦੇ ਹੋਣ। ਆਹ ਤਾਂ ਇੱਕ ਐਸਾ ਨੁਕਸ ਹੈ ਨਾ ਜਿਹੜੀ ਚੀਜ਼ ਸੋਚੀ ਵੀ ਨਹੀਂ ਜਾ ਸਕਦੀ, ਪਰ ਹੁਣ ਜੇ ਅਦਾਲਤ ਨੇ ਇਸ ਚੀਜ਼ ਨੂੰ ਪ੍ਰੂਵ ਕੀਤਾ, ਉਸ ਤੋਂ ਬਾਅਦ ਸਜ਼ਾ ਮਿਲੀ ਹੈ ਜਾਂ ਗਾਂਹ ਪਰਚੇ ਤੱਕ ਕੋਈ ਗੱਲ ਪਹੁੰਚੀ ਹੈ, ਤੇ ਇੱਥੋਂ ਇੱਕ ਗੱਲ ਤੇ ਕਲੀਅਰ ਹੁੰਦੀ ਆ ਵੀ ਜਿੰਨੇ ਵੀ ਆਪਣੇ ਵੱਖ-ਵੱਖ ਅਦਾਰੇ ਨੇ, ਹਰੇਕ ਅਦਾਰੇ ਦੇ ਵਿੱਚ ਕੋਈ ਨਾ ਕੋਈ ਬੰਦੇ ਤੇ ਇਹੋ ਜਿਹੇ ਹੁੰਦੇ ਜਿਹੜੇ ਪੁੱਠੇ ਦਿਮਾਗ ਦੇ ਹੁੰਦੇ ਵੀ ਯਾਰ ਇਹ 'ਚ ਕੋਈ ਸਕੀਮ ਲਾ ਵੀ ਪੈਸੇ ਕਿੱਦਾਂ ਕਮਾਉਣੇ ਆ। ਹੁਣ ਆ ਵੀ ਤੇ ਇੱਕ ਸਕੀਮ ਹੀ ਆਈ ਹੋਊਗੀ ਕਿਸੇ ਦੇ ਦਿਮਾਗ ਦੇ ਵਿੱਚ ਵੀ ਹਾਲਾਂਕਿ ਡਿਊਟੀ ਤੇ ਇਹ ਹੈ ਵੀ ਯਾਰ ਇਹ ਬੰਦਿਆਂ ਦਾ ਚਲੋ ਕੋਈ ਨਾ ਕੋਈ ਨੁਕਸਾਨ ਨਾ ਹੋਵੇ, ਉਹ ਜਾਣੇ ਜਿੰਨੀ ਕਿ ਸਜ਼ਾ ਉਹਦੇ 'ਚ ਕੋਈ ਬੰਦੇ ਦਾ ਪੁੱਤ ਬਣ ਕੇ ਬਾਹਰ ਜਾਏ, ਕੋਈ ਚਾਹੀਦਾ ਕੰਮ ਕਰ ਲੇ। ਤੇ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਵੀ ਯਾਰ ਜਿੰਨਾ ਚਿਰ ਅੰਦਰ ਹੈ ਲਵੇਰੀ ਮੱਝ ਵਾਂਗੂ ਸਾਨੂੰ ਦੁੱਧ ਦਿੰਦਾ ਰਹੇ। ਤੇ ਦੂਜੀ ਗੱਲ ਇਹ ਹੋਵੇ ਵੀ ਤੁਸੀਂ ਇਹ ਦੇਖੋ ਵੀ ਜਿੰਨੇ ਸਾਰਾ ਕੁਝ ਹੰਡਾਇਆ, ਕੀ ਪਤਾ ਹੁੰਦਾ ਕਿਹਦੇ ਮਨ 'ਚ ਕਿਹੜੀਆਂ ਕਚੀਚੀਆਂ ਵੀ ਅਗਲਾ ਆ ਕੇ ਵੀ ਉਹਨੂੰ ਨਿਕਲ ਲੈਣ ਦੇ ਕਰਾਂ ਬਾਹਰ ਮੇਰੇ ਨਾਲ, ਤੇ ਤੂੰ ਜੋ ਕੀਤੀ ਪਰ ਮੈਂ ਤੈਨੂੰ ਨਹੀਂ ਜੀਣ ਦੇਣਾ ਜੀ। ਹੁਣ ਜੇ ਆਪਾਂ ਇਹ ਕਹੀਏ ਵੀ ਇੰਨਾ ਚਿਰ ਉਹਨੂੰ ਸਜ਼ਾ ਇਸ ਕਰਕੇ ਦਿੱਤੀ ਗਈ ਵੀ ਉਹ ਸੁਧਰ ਜੇ, ਤੇ ਹੋਇਆ ਉਲਟਾ ਹੈ ਵੀ ਜਿੱਦਣ ਉੱਥੋਂ ਬਾਹਰ ਨਿਕਲਿਆ ਉਹਨੇ ਕਿਹਾ ਮੈਨੂੰ ਭਾਵੇਂ ਦੋਹਰੇ ਜਾਣਾ ਪੈ ਜੇ ਮੈਨੂੰ ਛੱਡਣਾ ਨਹੀਂ, ਫਿਰ ਅਪਰਾਧ ਕਿੱਥੇ ਰੁਕਿਆ। ਨਹੀਂ ਮੁਸ਼ਕਿਲ ਹੋ ਜਾਣੀ ਆ ਸੰਧਾਲੀਆ ਸਾਹਿਬ। ਤੁਸੀਂ ਇਹ ਵੀ ਦੇਖੋ ਨਾ ਕਿ ਉਹ ਪੈਸੇ ਜਿਹੜੇ ਆ, ਉਹ ਪੈਸੇ ਜਿਨ੍ਹਾਂ ਦੇ ਘਰਾਂ 'ਚ ਗਏ, ਜਿਹਦੇ ਬੈਂਕ ਖਾਤੇ 'ਚ ਜਮ੍ਹਾਂ ਕਰਾਏ, ਕਿਉਂ ਕਹਿੰਦੇ ਆ ਕਿ ਇੱਕ ਬੀਬੀ ਦਾ ਵੀ ਬੈਂਕ ਖਾਤਾ ਸੀ ਉਹਦੇ ਵਿੱਚੋਂ, ਉਹ ਪੈਸੇ ਦੀ ਵਰਤੋਂ ਕਿੱਥੇ ਹੋਈ ਹੋਊਗੀ। ਇਹ ਵੀ ਇੱਕ ਬੰਦੇ ਨੇ ਦੋਸ਼ ਲਾਤਾ ਸੀ ਜੇਲ੍ਹ ਦੇ ਵਿੱਚੋਂ ਹੀ ਕਿ ਭਾਈ ਕੱਲਾ ਇਹ ਨਹੀਂ ਕਿ ਕੁੱਟਮਾਰ ਕੀਤੀ ਜਾਂਦੀ ਆ, ਫਰੌਤੀ ਮੰਗੀ ਜਾਂਦੀ ਆ ਕਿ ਪੈਸੇ ਜਮ੍ਹਾਂ ਕਰਾਓ। ਉਹ ਕਹਿੰਦੇ ਜਿੰਨਾ ਮਰਜ਼ੀ ਨਸ਼ਾ ਇਹੀ ਸਪਲਾਈ ਕਰਦੇ ਆ। ਯਾਨੀ ਜੇ ਜੇਲ੍ਹ ਦੇ ਅੰਦਰ ਵੀ ਨਸ਼ਾ ਵਿਕਦਾ ਕਿ ਭਾਈ ਜੇਲ੍ਹ ਦੇ ਅੰਦਰ ਕੁਝ ਬੰਦੇ ਚਲੇ ਗਏ, ਉਹ ਨਸ਼ਾ ਕਰਦੇ ਆ, ਨਸ਼ਾ ਖਾਂਦੇ ਆ, ਕਿ ਪੈਸੇ ਬਾਹਰੋਂ ਲੈ ਲੈਣੇ, ਨਸ਼ਾ ਉਹਨਾਂ ਨੂੰ ਅੰਦਰ ਅੱਪੜਦਾ ਕਰ ਦਿੱਤਾ ਜਾਣਾ, ਫਿਰ ਬੰਦਾ ਸੁਰੱਖਿਅਤ ਕਿੱਥੇ ਹੈ, ਫਿਰ ਨਸ਼ੇ ਨੂੰ ਬੰਦ ਕਿੱਥੋਂ ਕਰਨਾ। ਮੈਨੂੰ ਲੱਗਦਾ ਕਿ ਜੇ ਕੋਈ ਵੀ ਬੰਦਾ ਦੋਸ਼ੀ ਹੈ ਤਾਂ ਠੋਕ ਵਜਾ ਕੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਆਸ ਕਰਦੇ ਆ ਵੀ ਚਲੋ ਹੁਣ ਇਹਦੇ ਤੋਂ ਇੱਕ ਐਗਜ਼ਾਮਪਲ ਤੇ ਸੈੱਟ ਕੀਤੀ ਜਾਊਗੀ। ਵੈਸੇ ਤਾਂ ਜੇਲ੍ਹ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਸੁਧਾਰ ਕਰ ਦਿੰਦੇ, ਵੀ ਤੁਸੀਂ 6 ਮਹੀਨਿਆਂ 'ਚ ਦੇਖੋਗੇ ਕਿ ਵਾਕਿਆ ਜੇਲ੍ਹਾਂ ਸੁਧਾਰ ਘਰ ਹੋਣਗੀਆਂ। ਹੋ ਜਾਵੇ ਤੇ ਵਧੀਆ ਗੱਲ ਹੈ। ਬਾਕੀ ਜੇਲ੍ਹ ਦੀ ਗੱਲ ਚੱਲੀ ਹੈ ਤੇ ਮਜੀਠੀਆ ਸਾਹਿਬ ਦੇ ਕੇਸ 'ਚ ਵੀ ਸੁਣਵਾਈ ਸੀ, ਤੇ ਹੁਣ ਮੇਰਾ ਖਿਆਲ 4 ਮਈ ਤੱਕ ਫਿਰ ਉਹਨਾਂ ਨੂੰ ਨਿਆਇਕ ਹਿਰਾਸਤ 'ਚ ਭੇਜਤਾ ਜੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਪਹਿਲਾਂ ਤਾਂ ਸੰਧਾਲੀਆ ਸਾਹਿਬ ਚਰਚਾ ਚੱਲਦੀ ਸੀ ਕਿ ਸ਼ਾਇਦ ਫਿਜ਼ੀਕਲੀ ਮੁਹਾਲੀ ਦੀ ਉਸ ਅਦਾਲਤ ਦੇ ਵਿੱਚ ਮਜੀਠੀਆ ਸਾਹਿਬ ਜਿਹੜੇ ਉਹ ਪੇਸ਼ ਹੋਣਗੇ ਆਪ, ਪਰ ਬਾਅਦ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਈ ਹੈ। ਤੇ ਉਹਨਾਂ ਦੀ ਪੇਸ਼ੀ ਦੀ ਚਰਚਾ ਇਸ ਕਰਕੇ ਵੱਧ ਰਹਿੰਦੀ ਹੈ ਕਿਉਂਕਿ ਪਿਛਲੇ ਦਿਨੀ ਜਿਹੜੇ ਦੋਸ਼ ਉਹਨਾਂ ਨੇ ਲਾਏ ਸੀ ਕਿ ਭਾਈ ਇੱਥੋਂ ਖਤਰਾ ਹੈ ਗੈਂਗਸਟਰਾਂ ਤੋਂ, ਅੱਤਵਾਦੀਆਂ ਤੋਂ, ਫਿਰ ਉਹਨਾਂ ਨੇ ਬੈਰਕ ਤਬਦੀਲ ਕਰਕੇ ਮਾੜੀ ਬੈਰਕ ਦੇ ਵਿੱਚ ਸ਼ਿਫਟ ਕਰਨ ਦਾ ਮੁੱਦਾ ਚੁੱਕਿਆ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਾਹਵਾ ਪ੍ਰੈਸ ਕਾਨਫਰੰਸਾਂ ਕਰਕੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਜੇ ਕੋਈ ਉਹਨਾਂ ਨੂੰ ਨੁਕਸਾਨ ਪੁੱਜ ਗਿਆ ਤਾਂ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਏਗੀ, ਜਿਹੜੀ ਪਾਰਟੀ ਵੀ ਜ਼ਿੰਮੇਵਾਰ ਹੋਏਗੀ ਤੇ ਸਰਕਾਰ ਤਾਂ ਹੋਏਗੀ। ਅਦਾਲਤ ਦੇ ਵਿੱਚ ਜੇਲ੍ਹ ਸੁਪਰਡੈਂਟ ਹੋਰਾਂ ਨੂੰ ਸੱਦਿਆ ਗਿਆ, ਉਹ ਕਹਿੰਦੇ ਜੀ ਇਦਾਂ ਦੀ ਗੱਲ ਹੀ ਕੋਈ ਨਹੀਂ, ਮੈਂ ਕੁਰਸੀ ਮੂਹਰੇ ਢਾਹ ਲੈਣਾ। ਹੁਣ ਜਦੋਂ ਦੁਬਾਰਾ ਸੁਣਵਾਈ ਸੀ ਤਾਂ ਕਿਤੇ ਨਾ ਕਿਤੇ ਆਸ ਤਾਂ ਅਗਲੇ ਨੂੰ ਹੁੰਦੀ ਹੈ ਕਿ ਭਾਈ ਮੇਰੀਆਂ ਅਰਜ਼ੀਆਂ ਦੇ ਉੱਤੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਸੁਰੱਖਿਆ ਦਿਓ ਪੂਰੀ, ਹਾਲਾਂਕਿ ਬੈਰਕ ਬਦਲਣ ਦਾ ਜਾਂ ਕੁਛ ਹੋਰ ਕਰਨ ਦਾ ਇਦਾਂ ਦਾ ਹੁਕਮ ਤਾਂ ਸਾਨੂੰ ਲੱਭਾ ਨਹੀਂ ਕਿਤੇ। ਪਰ ਹੁਣ 4 ਮਈ ਦਾ ਮਤਲਬ ਹੈ ਕਿ ਉਹ ਹੁਣ ਲੰਬੇ ਸਮੇਂ ਤੋਂ ਅੰਦਰ ਹੀ ਨੇ, ਕਈ ਮਹੀਨੇ ਹੋ ਗਏ ਆ। ਬਿਕਰਮ ਸਿੰਘ ਮਜੀਠੀਆ ਹੋਰੀ ਅਕਾਲੀ ਦਲ ਦੀਆਂ ਸਰਗਰਮੀਆਂ ਦੇ ਉਹ ਥੰਮ ਹੁੰਦੇ ਸੀ, ਸੋ ਅਕਾਲੀ ਦਲ ਦੇ ਲਈ ਘਾਟਾ ਤਾਂ ਹੈ, ਤੇ 4 ਮਈ ਦੇ ਲਈ ਹੁਣ 13-14 ਦਿਨ ਫਿਰ ਅੱਗੇ ਪਾ ਦਿੱਤਾ ਕੰਮ। ਇਹ ਤਾਂ ਚਲੋ ਖੈਰ ਜਦ ਤੱਕ ਇਹ ਕੇਸ ਚੱਲਦਾ ਕੁਝ ਉਹਦੇ 'ਚੋਂ ਨਿਕਲਦਾ ਨਹੀਂ, ਉਨੀ ਦੇਰ ਤੱਕ ਤਾਂ ਆਪਾਂ ਉਹਦੇ 'ਤੇ ਕਹਿ ਕੁਛ ਨਹੀਂ ਸਕਦੇ। ਦੂਸਰੀ ਗੱਲਬਾਤ ਹੁਣ ਕਰਨੀ ਆ ਤੇ ਕਿਸਾਨਾਂ ਵਾਲੇ ਪੱਖ ਤੋਂ ਕਰ ਲਈਏ। ਚਲੋ ਆ ਜਾਓ। ਦੇਖੋ ਕਿਸਾਨਾਂ ਵਾਲੇ ਪੱਖ ਤੋਂ ਹੁਣ ਇਹ ਬੜੀ ਚਰਚਾ ਇਸ ਚੀਜ਼ ਦੀ ਕਿ ਮਹਾਰਾਜ ਜਿਹੜਾ ਕਣਕ ਦਾ ਝਾੜ ਘਟ ਗਿਆ, ਇਹਦਾ ਕੁਛ ਕਰੋ ਮਹਾਰਾਜ, ਕਿਉਂਕਿ ਆ ਮਾੜੀਆਂ ਖਬਰਾਂ ਵੀ ਜੇ ਆਪਾਂ ਦੀ ਅਖਬਾਰਾਂ 'ਚ ਵੀ ਦੇਖੀਏ ਤੇ 3-4 ਥਾਵਾਂ ਦੇ ਉੱਪਰ ਹੈਗੀਆਂ ਵੀ ਝਾੜ ਘੱਟ ਸੀਗਾ, ਉਹਦਾ ਕਰਕੇ ਕੋਈ ਕਿਸੇ ਨੂੰ ਇਹ ਲੱਗਦਾ ਸੀ ਵੀ ਹੁਣ ਮੇਰਾ ਕਰਜ਼ਾ ਨਹੀਂ ਮੁੜਨਾ, ਕਿਸੇ ਨੂੰ ਇਹ ਲੱਗਦਾ ਸੀ ਵੀ ਯਾਰ ਕਰਜ਼ਾ ਚੜ੍ਹ ਹੀ ਇੰਨਾ ਗਿਆ, ਵਿੱਚ ਜੇ ਕੋਈ ਵੀ ਰੌਲਾ ਪਈ ਜਾਂਦਾ ਵੀ ਸ਼ਾਇਦ ਹੁਣ ਬੈਂਕਾਂ ਵਾਲੇ ਵੀ ਪੁੱਛਣ ਲੱਗ ਪਏ ਵੀ ਯਾਰ ਕੀ ਕੀਤਾ ਜੀ ਸਾਡੇ ਕਰਜ਼ੇ ਦਾ, ਉਹਦਾ ਕਰਕੇ ਕੋਈ ਖੁਦਕੁਸ਼ੀ ਕਰ ਗਿਆ। ਮਾੜੀ ਗੱਲ ਹੈ। ਹੁਣ ਉਹ ਜਿਹੜਾ ਤੁਸੀਂ ਦੇਖੋ ਵੀ ਅਗਲੇ ਨੇ ਤਾਂ ਆਸ ਉਮੀਦ ਨਾਲ ਫਸਲ ਬੀਜੀ ਹੁੰਦੀ ਹੈ ਵੀ ਚੱਲ ਵੱਢਾਂਗੇ, ਉਹ ਜਾਣੇ ਕੋਈ 4 ਪੈਸੇ ਆਉਣਗੇ ਤੇ ਆਪਾਂ ਕੋਈ ਆਪਣਾ ਕਰਜ਼ਾ ਲਾ ਲਵਾਂਗੇ, ਕੋਈ ਧੀ ਪੁੱਤ ਵਿਆਹ ਲਵਾਂਗੇ ਜੀ। ਪਰ ਹੁਣ ਇਹ ਜਿਹੜੀ ਚਰਚਾ ਚੱਲ ਪਈ ਕਿ ਵੀ ਮਹਾਰਾਜ ਕਣਕ ਦਾ ਝਾੜ ਘਟ ਗਿਆ, ਦੂਸਰਾ ਦਾਣਾ ਮਰੇੜਾ ਰਹਿ ਗਿਆ, ਤੇ ਉਹਦਾ ਕਰਕੇ ਹੁਣ ਕਟਾਰੂ ਚੱਕ ਸਾਹਿਬ ਕਿਉਂਕਿ ਮੰਤਰੀ ਨਹੀਂ, ਉਹਨਾਂ ਦੇ ਕੋਲ ਮਹਿਕਮਾ, ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਵੱਲੋਂ ਸਾਰੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਨਾਲ ਦੀ ਨਾਲ ਇਹ ਐਨਾਲਿਸਿਸ ਵੀ ਕਰ ਰਹੇ ਹਾਂ ਵੀ ਇਹ ਜਿਹੜਾ ਝਾੜ ਘਟਿਆ ਵੀ ਜੇ ਸਰਕਾਰ ਕੁਛ ਕਰ ਸਕਦੀ ਹੋਵੇ ਤੇ ਕੱਲ੍ਹ ਨੂੰ ਕੋਈ ਬੋਨਸ ਵਗੈਰਾ ਜਾਂ ਕੋਈ ਨਾ ਕੋਈ ਬਾਂਹ ਫੜਨ ਵਾਲੀ ਪਾਸੇ ਜੋ ਗੱਲ ਕੀਤੀ ਜਾ ਸਕਦੀ ਹੋਵੇ ਤੇ ਅਸੀਂ ਕਰੀਏ ਜ਼ਰੂਰ।
ਦੇਖੋ ਪਿਛਲੇ ਦਿਨੀ ਜਦੋਂ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਹੋਰਾਂ ਨਾਲ ਬੈਠਕ ਹੋਈ ਤਾਂ ਉਹਨਾਂ ਨੇ ਮੰਗੇ ਸੀ ਕਿ ਪੈਸੇ ਦਿਓ ਘੱਟੋ ਘੱਟ 5-5000 ਰੁਪਇਆ ਏਕੜ ਦਾ, ਕਿ ਘਾਟਾ ਬਹੁਤ ਪੈ ਗਿਆ ਕਿਸਾਨ ਨੂੰ। ਮੁੱਖ ਮੰਤਰੀ ਹੋਰਾਂ ਨੇ ਵੀ ਕਿਹਾ, ਕਹਿੰਦੇ ਜੀ ਮੈਨੂੰ ਪਤਾ ਹੈ ਕਿ ਨੁਕਸਾਨ ਤਾਂ ਹੋਇਆ, ਪਰ ਕਿੰਨਾ ਹੋਇਆ ਮੈਂ ਸਰਕਾਰੀ ਪੱਧਰ ਦੇ ਉੱਤੇ ਪਤਾ ਕਰਾ ਲੈਣਾ, ਅਗਲੀ ਮੀਟਿੰਗ ਦੇ ਵਿੱਚ ਆਪਾਂ ਫੈਸਲਾ ਕਰਾਂਗੇ। ਪਰ ਅਸੀਂ ਚਾਹੁੰਦੇ ਹਾਂ ਕਿ ਜੇ ਕਿਸਾਨ ਦਾ ਕੋਈ ਨੁਕਸਾਨ ਹੋਇਆ ਕੁਦਰਤੀ ਕਰੋਪੀ ਦੇ ਕਰਕੇ ਤਾਂ ਉਹਨੂੰ ਕੁਝ ਨਾ ਕੁਝ ਅਸੀਂ ਮੁਆਵਜ਼ਾ ਦਈਏ। ਉਹ ਰੁਪਈਆ ਹੋਊਗਾ, 100 ਰੁਪਈਆ ਹੋਊਗਾ, 5000 ਹੋਊਗਾ ਕਿ 10000 ਹੋਊਗਾ, ਇਹ ਸਰਕਾਰ ਨੇ ਤੈਅ ਕਰਨਾ ਆਪਣੇ ਵਿੱਤੀ ਵਸੀਲੇ ਤੇ ਉਹ ਨੁਕਸਾਨ ਦੇਖ ਕੇ। ਕਟਾਰੂ ਚੱਕ ਸਾਹਿਬ ਕਿਉਂਕਿ ਸੰਬੰਧਿਤ ਮਹਿਕਮੇ ਦੇ ਮੰਤਰੀ ਹੈ, ਇਸ ਕਰਕੇ ਜੇ ਉਹਨਾਂ ਨੇ ਵੀ ਇਸ ਮੁੱਦੇ ਤੇ ਬਿਆਨ ਦਿੱਤਾ ਇਹਦਾ ਮਤਲਬ ਕਿਸਾਨਾਂ ਨੂੰ ਮਾੜਾ ਹੀ ਮੋਟੀ ਮਾਨਸਿਕ ਤੌਰ ਦੇ ਉੱਤੇ ਰਾਹਤ ਮਿਲੂ। ਜੇ ਕੋਈ ਬੰਦਾ ਬਹੁਤੇ ਦਬਾਅ ਤੇ ਪ੍ਰੈਸ਼ਰ ਦੇ ਵਿੱਚ ਹੈ, ਹੋ ਸਕਦਾ ਕੋਈ ਮਾੜਾ ਚੰਗਾ ਕਦਮ ਚੱਕਣ ਤੋਂ ਬਚ ਜੇ ਕਿ ਭਾਈ ਉਡੀਕ ਲੈਂਦੇ ਆ ਕਿ ਸਰਕਾਰ ਕੀ ਕਰਦੀ ਹੈ। ਤੀਸਰੇ ਪਾਸੇ ਸੰਧਾਲੀਆ ਸਾਹਿਬ ਤੁਸੀਂ ਜਿਹੜੀ ਗੱਲ ਕਹੀ ਸੀ ਨਾ ਕਿ ਥੋੜੀ ਜਿਹੀ ਸਖਤੀ ਹੋਣ ਲੱਗ ਪਈ ਜਿਨ੍ਹਾਂ ਨੇ ਕਰਜ਼ਾ ਚੱਕਿਆ। ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਨੀਤੀ ਬਣਾਉਂਦੇ ਸਮੇਂ ਤੇ ਐਲਾਨ ਕਰਦੇ ਸਮੇਂ ਸਿਆਸੀ ਨੇਤਾ ਥੋੜੇ ਜਿਹੇ ਬੁੱਲ ਜਿਹੜੇ ਮੂੰਹ ਜਿਹੜੇ ਕੰਨਾਂ ਤੱਕ ਨਾ ਪਾੜਿਆ ਕਰਨ, ਆਪਣੇ ਹਿਸਾਬ ਰੱਖਣ। 2017 ਦੀ ਇਲੈਕਸ਼ਨ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਸਾਰੇ ਕਿਸਾਨਾਂ ਦਾ ਸਾਰਾ ਕਰਜ਼ ਮਾਫ ਹੋਊਗਾ। ਇਹ ਕਿਹਾ ਹੀ ਨਹੀਂ ਸੀ ਗਿਆ, ਇਹ ਫਾਰਮ ਭਰਾਏ ਗਏ ਸੀ। ਬਹੁਤ ਸਾਰੇ ਲੋਕਾਂ ਨੇ ਫਾਰਮ ਭਰੇ, ਲੱਖਾਂ ਦੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਜਿੱਤੀ। 4.5 ਸਾਲ ਕੈਪਟਨ ਸਾਹਿਬ, 4-5 ਮਹੀਨੇ ਚੰਨੀ ਸਾਹਿਬ ਮੁੱਖ ਮੰਤਰੀ ਰਹੇ। ਤੇ ਜਦੋਂ ਇਹ ਕਿਹਾ ਗਿਆ ਤੁਸੀਂ ਐਲਾਨ ਕਰਦੇ ਹੋ ਕਿ ਪੰਜਾਬ ਦੇ ਸਾਰੇ ਕਿਸਾਨਾਂ ਦਾ ਸਾਰਾ ਕਰਜ਼, ਚਾਹੇ ਉਹ ਸੁਸਾਇਟੀ ਦਾ, ਚਾਹੇ ਉਹ ਬੈਂਕ ਦਾ, ਚਾਹੇ ਉਹ ਸ਼ਾਹੂਕਾਰ ਦਾ, ਮਾਫ ਕਰਾਂਗੇ। 4.5 ਸਾਲ, ਪੌਣੇ 5 ਸਾਲ ਲੋਕ ਪੰਜਾਬ ਦੇ ਖਾਸ ਤੌਰ ਦੇ ਉੱਤੇ ਕਿਸਾਨ ਉਡੀਕ ਕਰਦੇ ਰਹੇ ਕਿ ਭਾਈ ਆਖਿਰਕਾਰ ਮਾਫ ਹੋ ਹੀ ਜਾਣਾ। ਕਈਆਂ ਦਾ ਸ਼ੁਰੂ 'ਚ ਹੋ ਗਿਆ, ਸਟੈਪ ਬਾਈ ਸਟੈਪ, 2 ਏਕੜ ਵਾਲੇ ਦਾ ਜੀ, ਸਹਿਕਾਰੀ ਬੈਂਕ ਵਾਲੇ ਦਾ ਜੀ, ਉਸ ਬੈਂਕ ਵਾਲੇ ਦਾ ਜੀ, ਤੇ ਬਾਕੀਆਂ ਨੂੰ ਆਸ ਸੀ ਕਿ ਇਲੈਕਸ਼ਨ ਦੇ ਲਾਗੇ ਜਾ ਕੇ ਫਿਰ ਕਰ ਹੀ ਦੇਣਾ ਸਾਡਾ। ਬਹੁਤ ਸਾਰੇ ਕਿਸਾਨਾਂ ਨੇ, ਕਿਉਂਕਿ ਉਹਨਾਂ ਨੇ ਵਾਅਦਾ ਸੁਣਿਆ ਸੀ, ਉਹਨਾਂ ਨੇ ਫਾਰਮ ਭਰੇ ਸੀ, ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਉਹ ਚੀਜ਼ਾਂ ਦੇਖੀਆਂ ਸੀ, ਉਹਨਾਂ ਨੇ ਕਿਸ਼ਤਾਂ ਭਰਨੀਆਂ ਛੱਡ ਦਿੱਤੀਆਂ ਕਿਉਂਕਿ ਵਿੱਤੀ ਤੌਰ ਦੇ ਉੱਤੇ ਤੰਗ ਟੁੱਟੇ ਉਹ ਪਹਿਲਾਂ ਹੀ ਸੀ ਕਿ ਭਾਈ ਇਹ ਮਾਫ ਹੀ ਹੋ ਜਾਣੇ ਆ। ਗੱਲ ਕੀ ਹੈ, ਜੇ ਕਰਤਾਰ ਸਿੰਘ ਦਾ ਹੋ ਗਿਆ, ਦੁਨੀ ਚੰਦ ਦਾ ਹੋ ਗਿਆ ਤਾਂ ਸਾਡਾ ਵੀ ਹੋ ਜਾਊਗਾ। 5-5 ਸਾਲ ਕਿਸ਼ਤਾਂ ਟੁੱਟੀਆਂ ਰਹੀਆਂ ਤੇ ਕਈ ਕਰਜ਼ ਜਿਹੜੇ ਆ ਕੀਤੇ ਵਾਅਦੇ ਦੇ ਮੁਤਾਬਕ ਕਾਂਗਰਸ ਪਾਰਟੀ ਦੀ ਸਰਕਾਰ ਨੇ ਮਾਫ ਹੀ ਨਹੀਂ ਕੀਤੇ। ਉਹ ਬੰਦੇ ਡਿਫਾਲਟਰ ਹੋ ਗਏ, ਉਹਨਾਂ ਨੂੰ ਨੋਟਿਸ ਜਾਣੇ ਸ਼ੁਰੂ ਹੋ ਗਏ। ਇਸੇ ਕਰਕੇ ਕਈ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਇਹ ਵੀ ਕਹਿਣਾ ਸ਼ੁਰੂ ਕਰਤਾ ਕਿ ਇਦਾਂ ਨਾ ਕਰਿਓ, ਗ੍ਰਿਫਤਾਰੀਆਂ ਨਾ ਕਰਿਓ ਇਹਨਾਂ ਦੀਆਂ। ਇਹ ਸਿਆਸੀ ਤੌਰ ਤੇ ਵਾਅਦਿਆਂ ਦੇ, ਐਲਾਨਾਂ ਦੇ, ਝੂਠੇ ਵਾਅਦਿਆਂ ਦੇ ਮਾਰੇ ਹੋਏ ਨੇ। ਹੁਣ ਜੇ ਰਿਕਵਰੀ ਨਹੀਂ ਹੁੰਦੀ, ਉਹ ਸੁਸਾਇਟੀਆਂ ਤੇ ਉਹ ਬੈਂਕਾਂ ਡਿੱਗਦੀਆਂ। ਜੇ ਰਿਕਵਰੀ ਕਰਦੇ ਆ ਤਾਂ ਕਿਸਾਨ ਕਹਿੰਦਾ ਜੀ ਹੌਲੀ ਹੌਲੀ ਦੇਈ ਜਾਂਦੇ ਸੀ, ਕਿਹੜਾ ਡਿਫਾਲਟਰ ਹੋਏ ਸੀ, ਤੁਹਾਡੇ ਕੀਤੇ ਵਾਅਦਿਆਂ ਦੇ ਕਰਕੇ ਅਸੀਂ ਪੈਸੇ ਦੇਣੋਂ ਹਟ ਗਏ, ਅਸੀਂ ਕਿਸ਼ਤਾਂ ਟੁੱਟ ਗਈਆਂ, ਇੰਨੇ ਪੈਸੇ ਸਾਡੇ ਤੋਂ ਇਕੱਠੇ ਨਹੀਂ ਦੇਣੇ। ਮਾਮਲਾ ਉਲਝ ਜਾਣਾ। ਪਰ ਇਹ ਸਾਰੀ ਚੀਜ਼ ਤੋਂ ਸਬਕ ਲੈ ਕੇ ਸਿਆਸੀ ਧਿਰਾਂ ਅੱਗੇ ਤੋਂ ਐਲਾਨ ਕਰਦੇ ਸਮੇਂ, ਨੀਤੀ ਬਣਾਉਂਦੇ ਸਮੇਂ, ਕੋਈ ਢਿੱਲ ਦਿੰਦੇ ਸਮੇਂ, ਕੋਈ ਸਬਸਿਡੀ ਦਿੰਦੇ ਸਮੇਂ ਕ੍ਰਿਸਟਲ ਕਲੀਅਰ ਰੱਖਣ, ਗੋਲ ਨਾ ਕਰਨ, ਫਿਰ ਲੋਕ ਤੰਗ ਹੁੰਦੇ ਆ। ਨਹੀਂ, ਗੱਲ ਹੈਗੀ ਆ। ਮੈਨੂੰ ਲੱਗਦਾ ਵੀ ਇਹ ਸਾਰੇ ਕੁਝ ਦਾ ਹੱਲ ਤੇ WhatsApp ਇੱਥੇ ਹੀ ਲੁਕਿਆ ਵੀ ਜੇ ਤੇ ਉਡੀਕਦੀ ਰਹੀ ਪੰਜਾਬ ਸਰਕਾਰ ਉਹੀ ਬੜੀ ਵਾਰ ਵੀ ਆਪਾਂ ਪਹਿਲਾਂ ਕਹਿੰਦੇ ਰਹੇ ਵੀ ਯਾਰ ਹਰ ਵਾਰ ਤੁਸੀਂ ਕੇਂਦਰ ਵਾਲੇ ਪਾਸੇ ਸੋਚਣਾ, ਹਰ ਵਾਰ ਕੇਂਦਰ ਵਾਲੇ ਪਾਸੇ ਸੋਚਣਾ। ਹੁਣ ਜਦੋਂ ਆਪਾਂ ਪੰਜਾਬ ਸਰਕਾਰ ਹੋਣ ਵਾਲੀ ਦੀ ਗੱਲ ਕਰਦੇ ਹਾਂ, ਹੋਣ ਵਾਲੀ ਸਰਕਾਰ ਠੀਕ ਹੈ, ਇੱਕ ਪਾਰਟੀ ਬਦਲੀ ਆ, ਪ੍ਰਸ਼ਾਸਨ, ਅਫਸਰ ਸਾਹਿਬਾਨ, ਬਾਕੀ ਸਾਰਾ ਕੁਝ ਤਾਂ ਉਹੀ ਹੈ ਨਾ। ਉਹ ਜ਼ਰੂਰ ਪਿਛਲੇ ਸਮੇਂ ਦੇ ਹਿਸਾਬ ਨਾਲ ਦੱਸ ਸਕਦੇ ਵੀ ਮਹਾਰਾਜ ਇੱਥੇ ਆ ਪਾਲਿਸੀ ਬਣਾਈ ਸੀ। ਆਪਾਂ ਕਈ ਵਾਰ ਸੁਣਿਆ ਨਾ ਜੀ ਫਲਾਨੇ ਥਾਂ ਤੇ ਇਜ਼ਰਾਈਲ ਗਿਆ ਜੀ, ਉੱਥੇ ਵਫਦ ਉੱਥੋਂ ਤਕਨੀਕ ਸਿੱਖ ਕੇ ਆਏ ਨੇ। ਉਹ ਜਾਂ ਤਾਂ ਪਤਾ ਨਹੀਂ ਅਗਲਿਆਂ ਸਿਖਾਈ ਨਹੀਂ, ਜਾਂ ਫਿਰ ਇੱਥੇ ਆ ਕੇ ਹਿਸਾਬ 'ਚ ਨਹੀਂ ਆਏ, ਜਾਂ ਪਤਾ ਨਹੀਂ ਕੀ ਚੱਕਰ ਬਣਿਆ ਵੀ ਉਹ ਜੋ ਕੁਝ ਵੀ ਆਪਾਂ ਪਿਛਲੇ ਸਮੇਂ 'ਚ ਕੀਤਾ ਵੀ ਐਫਰਟ, ਉਹ ਕਿੱਥੇ ਜਾ ਕੇ ਰੁਕ ਜਾਂਦੇ ਰਹੇ। ਉਹਨਾਂ ਨੂੰ ਜ਼ਰੂਰ ਇੰਪਲੀਮੈਂਟ ਕਰਨ ਦੀ ਲੋੜ ਹੈ, ਕਿਉਂਕਿ ਹਰ ਵਾਰ ਕੇਂਦਰ ਕਰੇ ਤੇ ਫਿਰ ਆਪਾਂ ਕਰਾਂਗੇ, ਇੱਦਾਂ ਗੱਡੀ ਨਹੀਂ ਚੱਲਣੀ। ਉਹੀ ਕੰਪਨੀਆਂ ਨੇ, ਉਹੀ ਬਹੁਤ ਸਾਰੇ ਥਾਵਾਂ ਨੇ ਜਿਹੜੀਆਂ ਬਾਕੀ ਸਟੇਟਾਂ 'ਚ ਬੜਾ ਵਧੀਆ ਚੱਲਦੀਆਂ, ਜਾਂ ਬਾਕੀ ਸਟੇਟ ਜਿਹੜੇ ਨੇ ਉਹ ਆਪੋ ਆਪਣੇ ਥਾਵਾਂ ਦੇ ਉੱਪਰ ਬੜੇ ਵਧੀਆ ਢੰਗ ਨਾਲ ਸਾਰਾ ਕੁਝ ਚਲਾ ਲੈਂਦੇ ਆ। ਪਰ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਪਾਂ ਨੂੰ ਆਪਣੇ ਜਿਹੜੇ ਈਵਨ ਸਰਕਾਰੀ ਬ੍ਰਾਂਡ ਹੀ ਆਪਾਂ ਗੱਲ ਕਰ ਲਈ, ਕਈ ਨੇ ਉਹ ਮਾਰਕਫੈਡ ਹੋ ਗਿਆ, ਸੋਹਣਾ ਬ੍ਰਾਂਡ ਹੋ ਗਿਆ, ਉਹਨਾਂ ਕਈ ਕੁਝ ਬਣਦਾ। ਪਰ ਜੇ ਆਪਾਂ ਗੱਲ ਕਰੀਏ ਵੀ ਹਾਂਜੀ ਉਹ ਕਿਤੇ ਵੇਖਦੇ ਨੇ ਜਾਂ ਕਿਤੇ ਪਹੁੰਚਦੇ ਨੇ ਸੌਦੇ, ਪਤਾ ਨਹੀਂ ਜਾਂ ਤਾਂ ਮਾਰਕੀਟਿੰਗ 'ਚ ਢਿੱਲ ਹੈ, ਜਾਂ ਕਿੱਥੇ ਢਿੱਲ ਹੈ, ਕਿੱਥੇ ਨਹੀਂ ਢਿੱਲ। ਜੇ ਨਵੀਂ ਕੰਪਨੀ ਕੋ ਖੋਲ੍ਹ ਕੇ ਆਪਣਾ ਸੌਦਾ ਵੇਚ ਸਕਦੀ ਆ ਤੇ ਸਰਕਾਰ ਕੋਲ ਤੇ ਤੰਤਰ ਹੀ ਬੜਾ। ਜ਼ਰੂਰ ਮੇਰੇ ਖਿਆਲ ਨਾਲ ਉਹਦੇ 'ਤੇ ਜ਼ਰੂਰ ਕੰਮ ਕਰਨ ਦੀ ਲੋੜ ਆ ਵੀ ਯਾਰ ਜਿਹੜੀ ਚੀਜ਼ ਆਪਣੇ ਸਟੇਟ 'ਚ ਪੈਦਾ ਹੋਣੀ ਹੈ, ਸਟੇਟ 'ਚ ਖਾਣ ਵਾਲੇ ਵੀ ਹੈਗੇ। ਇਹ ਤਾਂ ਹੈ ਨਹੀਂ ਨਾ ਵੀ ਯਾਰ ਸਾਡੇ ਤਾਂ ਹੀ ਪੰਜਾਬ ਯਾਰ ਪਤਾ ਨਹੀਂ ਕੀ ਗੱਲ, ਸਾਰੇ ਜਾਣੇ ਰੋਟੀ ਖਾਂਦਾ ਹੀ ਕੋਈ ਨਹੀਂ, ਕੋਈ ਨਾ ਦਾਲ ਖਾਂਦਾ ਨਾ, ਹੈ ਨਾ, ਕੋਈ ਦੁੱਧ ਦਹੀਂ ਤਾਂ ਬਿਲਕੁਲ ਨਹੀਂ ਪੀਂਦੇ, ਲੱਗਦੀ ਲੋਕਾਂ ਨੂੰ, ਭੁੱਖ ਦੇ ਪਤਾ ਨਹੀਂ ਸੈੱਲਾਂ 'ਤੇ ਚੱਲਦੇ ਖਨੇ, ਖਪਤ ਹੈ ਹੀ ਨਹੀਂ, ਹੈ ਨਾ। ਵੀ ਇਹ ਤਾਂ ਆਪਾਂ ਤਾਂ ਮੰਨੀਏ ਨਾ ਵੀ ਹਾਂਜੀ ਫਲਾਨੀ ਚੀਜ਼ ਦੀ ਸਾਡੀ ਸਟੇਟ 'ਚ ਖਪਤ ਹੈ ਨਹੀਂ। ਇਹ ਤਾਂ ਇੱਕ ਐਸੀ ਚੀਜ਼ ਹੈ ਜਿਹਦੀ ਖਪਤ ਹੈਗੀ ਹੈ। ਸੋ ਘੱਟੋ ਘੱਟ ਇੰਨਾ ਕੁ ਤਾਂ ਸੋਚਿਆ ਹੀ ਜਾ ਸਕਦਾ ਨਾ ਵੀ ਯਾਰ ਜੇ 3 ਕਰੋੜ ਆਬਾਦੀ ਆ, 3 ਕਰੋੜ ਆਬਾਦੀ ਖਾਂਦੀ ਤਾਂ ਹੈ ਨਾ ਜੀ। ਤੇ ਕਿਤੇ ਇਦਾਂ ਤਾਂ ਨਹੀਂ ਵੀ ਜਦੋਂ ਉਹ ਖਾਂਦੀ ਆ ਤੇ ਕੁਛ ਨਾ ਕੁਛ ਸੌਦਾ ਆਪਾਂ ਨੂੰ ਬਾਹਰੋਂ ਆਉਂਦਾ, ਉਹ ਜਿਹੜਾ ਬਾਹਰੋਂ ਆਉਂਦਾ ਉਹਨੂੰ ਆਪਾਂ ਚੈੱਕ ਕਰਕੇ ਘੱਟੋ ਘੱਟ ਪੰਜਾਬ 'ਚ ਹੀ ਰੱਖ ਲਈਏ ਵੀ ਜਿਹੜਾ ਇੱਥੋਂ ਪੈਦਾ ਹੋਣਾ ਉਹ ਤੇ ਖਵਾਈਏ ਨਾ ਉਹਨਾਂ ਨੂੰ। ਨਹੀਂ ਜ਼ਰੂਰੀ ਹੈ ਜੀ। ਜੇ ਤਾਂ ਉਧਰਲੇ ਪਾਸੇ ਧਿਆਨ ਦੇ ਲੈਣਗੇ ਤਾਂ ਫਿਰ ਸਰ ਜੂਗਾ, ਨਹੀਂ ਤਾਂ ਧੱਕੇ ਖਾਂਦੇ ਆ ਤਾਂ ਧੱਕੇ ਖਾਵਾਂਗੇ ਜੇ ਆਹੀ ਹਾਲਾਤ ਰਹੇ ਤਾਂ।
ਭਾਰਤੀ ਜਨਤਾ ਪਾਰਟੀ ਥੋੜੀ ਜਿਹੀ ਸਰਗਰਮ ਹੋਈ ਹੈ ਸੰਧਾਲੀਆ ਸਾਹਿਬ ਪੰਜਾਬ ਸੂਬੇ ਦੇ ਵਿੱਚ। ਵੈਸੇ ਤਾਂ ਉਹਨਾਂ ਦੇ ਬਹੁਤ ਸਾਰੇ ਮੰਤਰੀ ਇਲੈਕਸ਼ਨ ਤੋਂ ਬਾਅਦ ਵੀ ਗੇੜਾ ਮਾਰ ਕੇ ਗਏ ਆ, ਚਿੰਤਨ ਮੰਥਨ ਵੀ ਕੀਤਾ ਕਿ ਆਪਾਂ ਕਿਉਂ ਹਾਰੇ, 2 ਹੀ ਸੀਟਾਂ ਕਿਉਂ ਜਿੱਤੀਆਂ, ਉਹਦੇ ਤੋਂ ਬਾਅਦ ਆਪਾਂ ਪਾਰਟੀ ਨੂੰ ਕਿੱਦਾਂ ਅੱਗੇ ਵਧਾਉਣਾ, ਕਈ ਕੁਝ ਚੱਲਿਆ। ਪਰ ਹੁਣ ਅਸ਼ਵਨੀ ਸ਼ਰਮਾ ਸਾਹਿਬ ਕਿਉਂਕਿ ਸੂਬਾ ਪ੍ਰਧਾਨ ਨੇ, MLA ਦੀ ਸੀਟ ਵੀ ਜਿੱਤੇ ਆ, ਦੋਹਰੀਆਂ ਖੁਸ਼ੀਆਂ ਉਹਨਾਂ ਦੇ ਕੋਲੇ, ਪਾਰਟੀ ਭਾਵੇਂ ਹਾਰ ਗਈ ਸੀ। ਉਹਨਾਂ ਨੇ ਮੀਟਿੰਗ ਕਰਕੇ ਡਿਊਟੀਆਂ ਲਾਤੀਆਂ। ਉਹ ਕਹਿੰਦੇ ਜੀ ਆਹ ਦੇਖੋ ਨਿਯੁਕਤੀਆਂ ਕਰ ਲਈਆਂ ਕਿਉਂਕਿ ਚੋਣਾਂ ਬੜੀ ਛੇਤੀ ਆਉਣ ਵਾਲੀਆਂ, ਇਸ ਕਰਕੇ ਕਹਿੰਦੇ ਹੁਣ ਆਪਾਂ ਸੂਤ ਜਿਹਾ ਹੋ ਕੇ ਕੰਮ ਚਲਾਉਣਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਹੁੰਦੇ ਸੀ, ਕੈਪਟਨ ਸਾਹਿਬ ਦੇ ਨਜ਼ਦੀਕੀ ਸੀ, ਭਾਜਪਾ ਸ਼ਾਮਲ ਹੋ ਗਿਆ ਸੀ, ਇਲੈਕਸ਼ਨ ਲੜੀ ਪਰ ਜਿੱਤ ਨਹੀਂ ਸਕੇ। ਉਹਨਾਂ ਨੂੰ ਇੰਚਾਰਜ ਬਣਾਇਆ ਗਿਆ ਕਿ ਰਾਣਾ ਗੁਰਮੀਤ ਸੋਢੀ ਜੀ ਤੁਸੀਂ ਸੰਗਰੂਰ ਲੋਕ ਸਭਾ ਹਲਕੇ ਦੀ ਬਾਈ ਇਲੈਕਸ਼ਨ ਹੋਣ ਵਾਲੀ ਹੈ, ਤੁਸੀਂ ਉੱਥੇ ਦਾ ਸਾਰਾ ਕੰਮ ਕਰ ਦੇਖਣਾ, ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਖੜਾ ਕਰੂਗੀ ਤੇ ਤੁਸੀਂ ਉੱਥੇ ਦੇਖੋ ਕਿ ਆਪਣੀ ਪਾਰਟੀ ਕਿੱਥੇ ਕਮਜ਼ੋਰ ਹੈ, ਕਿੱਥੇ ਮਜ਼ਬੂਤ ਹੈ, ਕੀ ਕਰਨ ਵਾਲਾ ਹੈ, ਸਰਗਰਮੀਆਂ ਕਿਹੜੀਆਂ ਕਰਨੀਆਂ, ਮੀਟਿੰਗਾਂ ਕਰਨੀਆਂ, ਰੈਲੀਆਂ ਕਰਨੀਆਂ, ਠੀਕ ਹੈ। ਉਹਦੇ ਤੋਂ ਬਾਅਦ ਫਿਰ ਆ ਗਿਆ ਕਿ ਨਿਗਮ ਚੋਣਾਂ ਵੀ ਨੇ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਨਿਗਮ ਚੋਣਾਂ ਨੇ। ਐਤਕੀ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਚੋਣਾਂ ਲੜਨੀਆਂ। ਉੱਥੇ ਫਿਰ ਸਾਬਕਾ ਵਿਧਾਇਕ ਦਿਨੇਸ਼ ਬੱਬੂ ਹੋਰਾਂ ਦੀ ਡਿਊਟੀ ਲਾਤੀ ਕਿ ਭਾਈ ਤੁਸੀਂ ਦੇਖਣਾ ਹੈ, ਨਾਲ ਤੁਹਾਡੇ ਹੋਰ ਬੰਦੇ ਲਾਤੇ ਆ, ਸਹਾਇਕ ਬੰਦੇ ਬਹੁਤ ਲਾਤੇ ਆ, ਪਰ ਅੰਮ੍ਰਿਤਸਰ ਦੀ ਚੋਣ ਤੁਹਾਡੀ ਨਿਗਰਾਨੀ ਦੇ ਵਿੱਚ ਲੜੀ ਜਾਊਗੀ। ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਹੁਸ਼ਿਆਰਪੁਰ ਵਾਲੇ, ਉਹਨਾਂ ਨੂੰ ਲਾ ਦਿੱਤਾ ਗਿਆ ਕਿ ਲਓ ਜੀ ਤੁਸੀਂ ਜਲੰਧਰ ਸ਼ਹਿਰ ਦੇਖਣਾ ਹੈ, ਜਲੰਧਰ ਦੇ ਵਿੱਚ ਵੀ ਨਿਗਮ ਚੋਣ ਹੋਣ ਵਾਲੀ ਹੈ, ਸੂਦ ਸਾਹਿਬ ਇਹ ਤੁਹਾਨੂੰ ਦਿੱਤਾ। ਇਸੇ ਤਰੀਕੇ ਲੁਧਿਆਣੇ ਦੇ ਵਿੱਚ ਜੰਗੀ ਲਾਲ ਮਹਾਜਨ ਜਿਹੜੇ ਕਿ ਮੁਕੇਰੀਆਂ ਤੋਂ ਜਿੱਤ ਕੇ MLA ਬਣੇ ਆ ਪਹਿਲੀ ਵਾਰ, ਉਹਨਾਂ ਨੂੰ ਡਿਊਟੀ ਦੇ ਦਿੱਤੀ ਤੇ ਮੋਗੇ ਦੇ ਸਾਬਕਾ MLA ਡਾਕਟਰ ਹਰਜੋਤ ਕਮਲ ਹੋਰਾਂ ਨੂੰ ਸਹਾਇਕ ਲਾਇਆ ਗਿਆ ਕਿ ਤੁਸੀਂ ਜੰਗੀ ਲਾਲ ਮਹਾਜਨ ਸਾਹਿਬ ਨੂੰ ਅਸਿਸਟ ਕਰਨਾ ਹੈ ਤੇ ਲੁਧਿਆਣਾ ਤੁਹਾਡੇ ਨੇੜੇ ਹੈ। ਤੇ ਨਾਲ ਦੀ ਨਾਲ ਫਿਰ ਪਟਿਆਲੇ ਦੀ ਡਿਊਟੀ ਜ਼ਿੰਮੇਵਾਰੀ ਜਿਹੜੀ ਹੈ ਉਹ ਫਿਰ ਹਰਜੀਤ ਸਿੰਘ ਗਰੇਵਾਲ ਸਾਹਿਬ ਨੂੰ ਦਿੱਤੀ ਕਿ ਗਰੇਵਾਲ ਸਾਹਿਬ ਪਟਿਆਲਾ ਤੁਹਾਡਾ ਵਧੀਆ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਆਪਾਂ ਚੰਗੇ ਤਰੀਕੇ ਕੰਮ ਕਰਨਾ। ਹੋਰ ਵੀ ਸ਼ਹਿਰਾਂ 'ਚ ਡਿਊਟੀਆਂ ਲਾਈਆਂ, ਪਰ ਜਿਸ ਤਰੀਕੇ ਦੇ ਨਾਲ ਸੰਧਾਲੀਆ ਸਾਹਿਬ, ਅਸ਼ਵਨੀ ਸ਼ਰਮਾ ਸਾਹਿਬ ਸ਼ਹਿਰਾਂ ਵਾਲੇ ਪਾਸੇ ਨੂੰ ਸਿੱਧੇ ਹੋ ਗਏ ਆ, ਇਹਦਾ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿ ਭਾਈ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ ਸ਼ਹਿਰਾਂ ਦੇ ਵਿੱਚ ਟੱਕਰ ਦੇਣੀ ਔਖੀ ਹੈ, ਹੁਣ ਤੋਂ ਇਹ ਕੰਮ ਸ਼ੁਰੂ ਕਰ ਦਿੰਦੇ ਆ। ਦੇਖੋ ਬੰਦੇ ਮੈਂ ਇਹਨਾਂ ਵੀ ਸਿਆਣੇ ਆ ਵੀ ਭਾਵੇਂ ਉਹਨਾਂ ਨੂੰ ਸੀਟਾਂ 2 ਹੀ ਆਈਆਂ, ਪਰ ਉਹਦੇ ਬਾਵਜੂਦ ਅਗਲੇ ਬੰਦੇ ਨੂੰ ਇਹ ਤਾਂ ਫਿਕਰ ਜਾਪਿਆ ਨਾ ਵੀ ਗਾਂ ਹੁਣ ਜੋ ਆਉਣ ਵਾਲਾ ਆਪਾਂ ਉਹਦੇ ਹਿਸਾਬ ਨਾਲ ਤੁਰੀਏ। ਦੂਜੇ ਪਾਸੇ ਉਹੀ ਧਿਰ ਹੈ ਜਿਹੜੀ ਅਜੇ ਹੁਣੇ ਸਰਕਾਰ 'ਚ ਸੀਗੀ ਜੀ, ਅਜੇ ਬੰਦੇ ਵੀ ਉਹਨਾਂ ਦੇ 18 ਜਿੱਤੇ ਆ, 19ਵਾਂ ਵੀ ਉਹਨਾਂ ਦੀ ਝੋਲੀ 'ਚ ਇੱਕ ਤਰ੍ਹਾਂ ਨਾਲ ਕਹਿ ਲਓ। ਉਹਨਾਂ ਦੇ ਅਜੇ ਤੱਕ ਪ੍ਰਧਾਨ ਜੀ ਸੈੱਟ ਨਹੀਂ ਹੋਣ ਡਿਆ। ਹਾਲਾਂਕਿ ਪਹਿਲਾਂ ਪ੍ਰਧਾਨ ਜੀ ਜਿਹੜੇ ਸੀਗੇ ਉਹਨਾਂ ਨੂੰ ਪਾਸੇ ਕਰਕੇ ਰਾਜਾ ਵੜਿੰਗ ਸਾਹਿਬ ਨੂੰ ਪ੍ਰਧਾਨ ਬਣਾਇਆ, ਪਰ ਰਾਜਾ ਵੜਿੰਗ ਸਾਹਿਬ ਨੇ ਅਜੇ 22 ਤਰੀਕ ਨੂੰ ਜਾ ਕੇ ਉਹਦਾ ਸੰਭਾਲਣਾ, ਪਰ ਉਹਨਾਂ ਦੀ ਪਿਛਲੇ ਪ੍ਰਧਾਨ ਜੀ ਦੇ ਨਾਲ ਅਜੇ ਮੀਟਿੰਗ ਨਹੀਂ ਹੋ ਰਹੀ। ਉਹ ਪ੍ਰਧਾਨ ਜੀ ਕਿਤੇ ਜਾਂਦੇ ਨੇ, ਦੂਜੇ ਪ੍ਰਧਾਨ ਜੀ ਕਿਤੇ ਹੋਰ ਚਲੇ ਜਾਂਦੇ ਨੇ। ਉਹ ਜਿਸ ਹਿਸਾਬ ਨਾਲ ਪੜੋਲ ਦੇ ਘੇਰੇ ਵੀ ਇੱਕ ਦੂਸਰੇ ਨਾਲ ਕਿਤੇ ਅੱਖਾਂ ਨਾ ਮਿਲ ਜਾਣ, ਉਹ ਜਿਹੜਾ ਕੰਮ ਇਸ ਵਕਤ ਚੱਲਣ ਡਿਆ ਉਹਨੂੰ ਵੇਖ ਕੇ ਹਾਲਾਂਕਿ ਉੱਪਰੋਂ ਸਾਰੇ ਕਹਿੰਦੇ ਵੀ ਇਕਜੁੱਟ ਹੈ ਤੇ ਅਨੁਸ਼ਾਸਿਤ ਪਾਰਟੀ ਹੈ ਤੇ ਆਪਾਂ ਹੁਣ ਕਾਂਗਰਸ ਨੂੰ ਪਤਾ ਨਹੀਂ ਕਿੱਥੇ ਲੈ ਜਾਣਾ, ਉਹ ਗੱਲਾਂ ਹੀ ਲੱਗਦੀਆਂ ਨੇ। ਵਰਕਰ ਤੇ ਵਿਚਾਰਾ ਉੱਥੇ ਬੈਠਾ ਵੇਖੀ ਜਾਂਦਾ ਰਹਿੰਦਾ ਵੀ ਸਾਨੂੰ ਪਤਾ ਹੀ ਹੈ ਜੀ ਕਿੱਥੇ ਲੈ ਜਾਣਾ ਤੁਸੀਂ, ਦਿਸਣ ਨਹੀਂ ਡਿਆ ਜੀ। ਮਹੀਨਾ ਅਪ੍ਰੈਲ ਦਾ ਚੱਲਦਾ ਤੇ ਵਾਢੀ ਸ਼ੁਰੂ ਹੈ। ਜਦੋਂ ਨਾ ਅਜੇ ਵਾਢੀ ਪੂਰੀ ਸ਼ੁਰੂ ਨਹੀਂ ਹੋਈ ਹੁੰਦੀ, ਅਜੇ ਕਣਕ ਕੋਈ ਪੱਕਣ ਲੱਗਦੀ ਹੈ ਤੇ ਉਦੋਂ ਕੋਠੇ ਤੇ ਚੜ੍ਹ ਕੇ ਦੇਖ ਦਿੰਦੇ ਤਾਂ ਕਰਪੈਨ ਲੱਗੀ ਕਿਸੇ ਦੇ, ਕੰਬਾਈਨ ਘੱਟ ਹੀ ਕਹਿੰਦੇ ਹੁੰਦੇ ਪਿੰਡਾਂ 'ਚ ਕਰਪੈਨ ਹੀ ਹੁੰਦੀ ਹੈ, ਕਰਪੈਨ ਲੱਗੀ। ਉਹ ਫਿਰ ਇਦਾਂ ਕਰਕੇ ਦੇਖਿਆ ਉਹ ਚੱਲਦੀ ਹੈ, ਉਹ ਕਿਹਨਾਂ ਦੇ ਲੱਖੇ ਕਿਆਂ ਦੇ ਆ, ਨਹੀਂ ਸਾਧੂ ਕਿਆਂ ਦੇ ਆ, ਨਹੀਂ ਇਹਦੇ ਫੁੰਮਣ ਕਿਆਂ ਦੇ ਆ, ਉਹ ਕਹਿੰਦੇ ਦੂਜੀ ਵੀ ਚੱਲਦੀ ਹੈ ਕਿਹਨਾਂ ਦੀ, ਇਹ ਵੀ ਉਹਨਾਂ ਦੇ ਹੀ ਆ ਤੀਜੀ ਵੀ ਚੱਲੀ ਜਾਂਦੀ ਕਰਪੈਨ, ਇਹ ਕਿਹਨਾਂ ਦੇ ਚੱਲਦੀ ਹੈ, ਇਹ ਵੀ ਉਹਨਾਂ ਦੇ। ਦੇਖੋ ਬਹੁਤੀਆਂ ਸਿਆਸੀ ਪਾਰਟੀਆਂ ਜੇ ਸਰਗਰਮ ਨਹੀਂ ਪੰਜਾਬ 'ਚ, ਪਰ ਕਾਂਗਰਸ ਪਾਰਟੀ ਦੇ ਸਿਆਸੀ ਖੇਤਾਂ 'ਚ 3 ਕੰਬਾਈਨਾਂ ਚੱਲੀ ਜਾਂਦੀਆਂ। ਇੱਕ ਪਾਸੇ ਨਵੇਂ ਚੁਣੇ ਗਏ ਪ੍ਰਧਾਨ ਜਾਂ ਨਿਯੁਕਤ ਕੀਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਉਹਨਾਂ ਦੀ ਕੰਬਾਈਨ ਚੱਲਦੀ ਹੈ। ਦੂਜੇ ਪਾਸੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ, ਉਹ ਕਹਿੰਦੇ ਮੈਂ ਤਾਂ ਜੇ ਉਤਰਿਆ ਹੀ ਨਹੀਂ ਭਾਈ, ਬੈਠ ਕੋਈ ਕਿੱਦਾਂ ਜਾਊ, ਉਹਨਾਂ ਦੀ ਕੰਬਾਈਨ ਚੱਲਦੀ ਹੈ। ਤੀਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਉਹਨਾਂ ਦੇ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਨੇ, ਉਹਨਾਂ ਦੀ ਕੰਬਾਈਨ ਵੀ ਚੱਲਦੀ ਹੈ। ਸੋ ਖੇਤ ਇੱਕੋ ਹੀ ਹੈ, ਕੰਬਾਈਨਾਂ 3 ਚੱਲਦੀਆਂ, ਪਰ ਕਿਉਂਕਿ ਇਹਨਾਂ ਨੂੰ ਇੱਕ ਗੱਲ ਚੇਤੇ ਰੱਖਣਾ ਚਾਹੀਦਾ ਕਿ ਕੰਬਾਈਨ ਇਹ ਨਹੀਂ ਕਿ ਜਿੱਧਰ ਨੂੰ ਮਰਜ਼ੀ ਵੱਢਦੀ ਜਾਂਦੀ ਹੁੰਦੀ ਐ, ਜਿੱਧਰ ਨੂੰ ਮਰਜ਼ੀ ਮੋੜ ਲਈ, ਉਹਦਾ ਇੱਕ ਤਰੀਕਾ ਹੁੰਦਾ ਹੀ ਕਣਕ ਵੱਢਣ ਦਾ ਕਿ ਭਾਈ ਐ ਵੱਢਣੀ ਐ, ਖੂੰਜਿਆਂ ਤੋਂ ਪਹਿਲਾਂ ਦਾਤੀ ਨਾਲ ਕਰਕੇ ਸਿੱਟ ਦਈਦੀ ਹੈ। ਜਿੱਥੇ ਖੰਭਾ ਹੋਵੇ, ਕੋਈ ਖਿੱਚ ਪਈ ਹੋਵੇ, ਖਿੱਚ ਘੁੱਗੀ ਖਿੱਚ ਵਾਲੀ ਨਹੀਂ, ਦੂਜੀ ਖਿੱਚ ਜਿਹੜੀ ਹੈ ਉਹ ਖਿੱਚ ਪਈ ਹੋਵੇ, ਉੱਥੋਂ ਵੀ ਨੇੜੇ ਉਹ ਪਹਿਲਾਂ ਕਣਕ ਵੱਢ ਕੇ ਉੱਪਰਲੇ ਪਾਸੇ ਸਿੱਟ ਦਈਦੀ ਕਿ ਦਾਣਾ ਕੋਈ ਰਹਿ ਵੀ ਨਾ ਜਾਵੇ, ਤਾਰ ਦੇ ਵਿੱਚ ਕੰਬਾਈਨ ਦਾ ਉਹ ਛੱਜਾ ਜਿਹੜਾ ਫਸੇ ਵੀ ਨਾ। ਤੇ ਜਿੱਦਾਂ ਇਹ ਕਰੀ ਜਾਂਦੇ ਆ, ਇਹਨਾਂ ਨੇ ਵੱਢਣੀ ਘੱਟ ਆ, ਮਿੱਧ ਜ਼ਿਆਦਾ ਦੇਣੀ ਆ, ਮੈਨੂੰ ਲੱਗਦਾ। ਨਹੀਂ ਉਹ ਤਾਂ ਦਿਸ ਨਹੀਂ ਡਿਆ। ਹਾਲਾਂਕਿ ਕਾਰਨ ਇਹ ਆ ਵੀ ਵਿੱਚ ਗੱਲਾਂ ਨੇ, ਉਹ ਕਹਿੰਦੇ ਕਿ ਵੀ ਸ਼ਾਇਦ ਸਿੱਧੂ ਸਾਹਿਬ ਵੀ ਚੈੱਕ ਹੀ ਕਰ ਰਿਹਾ ਵੀ ਬੰਦੇ ਕਿੰਨੇ ਕੁ ਜਾਪਦੇ ਆ ਵੀ ਇੱਧਰ ਉੱਧਰ, ਵੀ ਜੇ ਜਾ ਕੇ ਹਾਈ ਕਮਾਂਡ ਵਾਲ ਖੜੇ ਕਰਨ ਵੇ ਤਾਂ ਦੇਖ ਲਵਾਂਗੇ, ਜਾਂ ਫਿਰ ਜੇ
ਕੈਪਟਨ ਸਾਹਿਬ ਵਾਂਗ ਕੁਝ ਵੱਖਰਾ ਹੀ ਸੋਚਣਾ ਆਇਆ ਤੇ ਸ਼ਾਇਦ ਉਹ ਦੇਖ ਇਹ ਗੱਲਾਂ ਨੇ, ਨਾ ਉਹਨਾਂ ਨੇ ਕਿਹਾ ਨਾ ਕਿਸੇ ਹੋਰ ਨੇ ਕਿਹਾ, ਇਹ ਹਵਾਵਾਂ 'ਚ ਗੱਲਾਂ ਨੇ ਤੇ ਗੱਲਾਂ ਕਹਿੰਦੇ ਹੁੰਦੇ ਐਵੇਂ ਨਹੀਂ ਹੁੰਦੀਆਂ। ਦੂਜੀ ਗੱਲ ਇਹ ਆ ਕਿ ਵੀ ਨਾਲ ਹੀ ਜਾਖੜ ਸਾਹਿਬ ਨੂੰ ਨੋਟਿਸ ਆਇਆ ਸੀ ਇੱਕ ਜੀ, ਤੇ ਜਾਖੜ ਸਾਹਿਬ ਦੇ ਨੋਟਿਸ ਦਾ ਐਂ ਸਾਰੇ ਡੀਕਦੇ ਸੀ ਲੈ ਵੀ ਉਧਰੋਂ ਨੋਟਿਸ ਆਇਆ, ਜਾਖੜ ਸਾਹਿਬ ਨੇ ਜੇਕਰਾਂ ਕਹਿਤਾ ਵੀ ਯਾਰ ਮੈਂ ਇਦਾਂ ਕਿਹਾ ਤਾਂ ਨਹੀਂਗਾ, ਕਿਉਂਕਿ ਜਿਹੜੀ ਗੱਲ ਨੂੰ ਉਹ ਵਧਾ ਚੜਾ ਕੇ ਕਹਿੰਦੇ ਸੀ ਬਣਾ ਲਿਆ ਗਿਆ, ਪਰ ਫਿਰ ਵੀ ਮੈਂ ਮਾਫੀ ਮੰਗਦਾ। ਪਰ ਉਹ ਮੁੱਦਾ ਖਤਮ ਨਹੀਂ ਹੋਇਆ ਸੀ, ਇੱਕ ਨੋਟਿਸ ਆਇਆ ਬਕਾਇਦਾ, ਉਸ ਨੋਟਿਸ ਦਾ ਕਹਿੰਦੇ ਸੀ ਜਾਖੜ ਸਾਹਿਬ ਨੇ ਜਵਾਬ ਦੇਣਾ, ਜਾਖੜ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ। ਯਾਨੀ ਕਿ ਜਵਾਬ ਨਹੀਂ ਦਿੱਤੇ ਤੋਂ ਭਾਵ ਉਹ ਕਹਿੰਦੇ ਫਿਰ ਮੇਰੇ ਵੱਲੋਂ ਜਵਾਬ ਹੀ ਆ ਹੈ ਨਾ। ਹੁਣ ਜਿਸ ਹਿਸਾਬ ਨਾਲ ਉਹਨਾਂ ਨੇ ਜਵਾਬ ਦੇ ਦਿੱਤਾ ਉਹਦੇ ਤੱਕ ਕਰਕੇ ਵੀ ਇੱਕ ਪੇਚਾ ਫਸਿਆ ਵੀ ਜਾਖੜ ਸਾਹਿਬ ਵੀ ਹੁਣ ਦੂਸਰੇ ਪਾਸੇ ਆ ਵੀ ਦੇਖੀਏ ਹੋਵੇ ਕੀ ਕਰਦੇ ਆ, ਤੁਸੀਂ ਫਿਰ ਆ ਜਾਓ। ਸੰਧਾਲੀਆ ਸਾਹਿਬ ਦੇਖੋ ਇੱਕ ਗੱਲ ਕਿ ਸੰਦੀਪ ਜਾਖੜ ਐਮਐਲਏ ਨੇ, ਸੁਨੀਲ ਜਾਖੜ ਸਾਹਿਬ ਜੇ ਕੋਈ ਸਮੱਸਿਆ ਦੇ ਵਿੱਚ ਆਉਂਦੇ ਵੀ ਹੈ, ਜਿੱਦਾਂ ਸੁਰਜੀਤ ਧਮਾਨ ਹੋਰਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਪਰ ਜਸਵਿੰਦਰ ਧਮਾਨ ਤਾਂ ਪਾਰਟੀ 'ਚ ਹੀ ਹੈ, ਸੇਮ ਸਿਚੁਏਸ਼ਨ ਇੱਧਰ ਹੈ। ਹੁਣ ਸੰਦੀਪ ਜਾਖੜ ਨੂੰ ਤਾਂ ਕੱਢਣੋਂ ਰਹੇ, ਪਰਿਵਾਰ ਦਾ ਮੈਂਬਰ ਆ, ਚਾਹੇ ਉਹ ਬੰਦਾ ਸਰਗਰਮ ਵੀ ਬੜਾ ਆਪਣੇ ਹਲਕੇ, ਜਦੋਂ ਕਾਂਗਰਸੀ ਬਹੁਤੇ ਹਾਰ ਗਏ ਉਹ ਜਿੱਤ ਗਿਆ। ਬਾਕੀ ਸੁਨੀਲ ਜਾਖੜ ਸਾਹਿਬ ਦਾ ਨਾ ਮਸਲਾ ਬੜਾ ਕਲੀਅਰ ਹੈ। ਪਹਿਲੀ ਗੱਲ ਹੈ ਕਿ ਉਸ ਬੰਦੇ ਨੇ ਮਾਫੀ ਮੰਗ ਲਈ ਕਿ ਜੇ ਕਿਸੇ ਨੂੰ ਠੇਸ ਪੁੱਜੀ। ਦੂਸਰਾ ਉਹ ਕਹਿੰਦੇ ਹਾਈ ਕਮਾਂਡ ਨਾਲ ਤਾਂ ਲੜਾਈ ਕੋਈ ਨਹੀਂ, ਨਾ ਪੰਜਾਬ ਦੀ ਲੀਡਰਸ਼ਿਪ ਨਾਲ ਲੜਾਈ ਹੈ। ਲੜਾਈ ਤਾਂ ਉਹਨਾਂ ਦੀ ਇੱਕ ਦਿੱਲੀ ਦੇ ਵਿੱਚ ਬੈਠੀ ਰਾਜ ਸਭਾ ਦੀ ਮੈਂਬਰ ਬੀਬੀ ਨਾਲ, ਤੇ ਬੀਬੀ ਦਾ ਨਾਮ ਅੰਬਿਕਾ ਸੋਨੀ ਹੈ। ਇੱਧਰਲੇ ਪਾਸੇ ਮਾੜਾ ਮੋਟਾ ਚੰਨੀ ਸਾਹਿਬ ਦੇ ਖਿਲਾਫ ਬੋਲਦੇ ਹੁੰਦੇ, ਉਹ ਕਹਿੰਦੇ ਮੈਂ ਹੋਰ ਕਿਤੇ ਬੋਲਿਆ ਹੀ ਨਹੀਂ, ਨਾ ਮੈਂ ਜਵਾਬ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ, ਤਾਰਿਕ ਅਨਵਰ ਹੋਰਾਂ ਨੇ ਕਹਿਤਾ ਕਿ ਅਸੀਂ ਜਾਖੜ ਸਾਹਿਬ ਤੇ ਕਾਰਵਾਈ ਕਰਨੀ ਹੈ ਕਿ ਉਹਨਾਂ ਨੇ ਜਵਾਬ ਨਹੀਂ ਦਿੱਤਾ। ਮੈਂ ਕਿਹਾ ਤਾਰਿਕ ਅਨਵਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ, ਤੁਸੀਂ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਹੋ, ਕਾਰਵਾਈ ਕਰਨੀ ਚਾਹੀਦੀ ਹੈ। ਕੋਈ ਬੰਦਾ ਸੂਬੇ ਦਾ ਲੀਡਰ ਹੋਵੇ, ਹਾਈ ਕਮਾਂਡ ਦਾ ਅਨੁਸ਼ਾਸਨੀ ਨੋਟਿਸ ਆਇਆ ਹੋਵੇ, ਦਿਨ 7 ਦਿੱਤੇ ਹੋਣ, ਦਿਨ 9 ਹੋ ਜਾਣ, ਜਵਾਬ ਅਗਲਾ ਦਵੇ ਨਾ, ਥਾਂ ਥਾਂ ਦੇ ਉੱਤੇ ਗੱਲਾਂ ਕਰਦਾ ਫਿਰੇ ਤਾਂ ਫਿਰ ਜਵਾਬ ਹੀ ਚਾਹੀਦਾ। ਪਰ ਇਦਾਂ ਦਾ ਇੱਕ ਨੋਟਿਸ ਵਿਧਾਨ ਸਭਾ ਦੀਆਂ ਚਲਦੀਆਂ ਚੋਣਾਂ 'ਚ ਮੈਂਬਰ ਪਾਰਲੀਮੈਂਟ ਪਟਿਆਲਾ ਲੋਕ ਸਭਾ ਹਲਕਾ ਬੀਬੀ ਪ੍ਰਨੀਤ ਕੌਰ ਨੂੰ ਆਇਆ ਸੀ। ਜਾਖੜ ਸਾਹਿਬ ਤਾਂ ਪਾਰਟੀ 'ਚ ਹੀ ਨੇ, ਉਹ ਬੀਬੀ ਪ੍ਰਨੀਤ ਕੌਰ ਤਾਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਪ੍ਰਚਾਰ ਕਰ ਰਹੇ ਸੀ। ਉਹ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਜਿਹੜੇ ਇੱਕ ਉਹ ਸ਼ਿਕਾਵਤ ਸਾਹਿਬ ਆਏ ਸੀ ਤੇ ਉਹਨਾਂ ਦੇ ਨਾਲ ਉਹਨਾਂ ਨੇ ਸਾਂਝਾ ਕੈਪਟਨ ਸਾਹਿਬ ਦੇ ਹੱਕ 'ਚ ਰੋਡ ਸ਼ੋਅ ਕੀਤਾ। ਉਹਨਾਂ ਨੂੰ ਵੀ 7 ਦਿਨ ਦਾ ਸਮਾਂ ਦਿੱਤਾ ਸੀ ਕਿ ਜੀ ਤੁਹਾਡੀਆਂ ਗਤੀਵਿਧੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਨੇ, ਤੁਹਾਡੇ ਖਿਲਾਫ ਕਿਉਂ ਨਾ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ, 7 ਦਿਨ ਦੇ ਵਿੱਚ ਜਵਾਬ ਦਿਓ। ਬੀਬੀ ਨੇ ਜਵਾਬ ਜੂ ਦਿੱਤਾ ਨਹੀਂ। ਅੱਜ 7 ਦਿਨ ਕੀ, ਮੈਨੂੰ ਐਂ ਲੱਗਦਾ ਕਿ 7 ਹਫ਼ਤੇ ਹੋ ਗਏ ਆ, ਅਜੇ ਤੱਕ ਬੀਬੀ ਪ੍ਰਨੀਤ ਕੌਰ ਦੇ ਉੱਤੇ ਕਾਰਵਾਈ ਤਾਂ ਕੀਤੀ ਨਹੀਂ। ਇਸੇ ਤਰੀਕੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ, ਉਹਨਾਂ ਨੇ ਕਿਹਾ ਸੀ ਕਿ ਟਿਕਟਾਂ ਗਲਤ ਵੰਡ ਹੋਈਆਂ, ਬਾੜਮੇਰ ਦਾ ਇੱਕ ਠੱਗ ਹੈ, ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਨੂੰ ਕਿਹਾ ਸੀ, ਉਹ ਅਜੇ ਵੀ ਇੰਚਾਰਜ ਹੀ ਨੇ। ਡਿੰਪਾ ਸਾਹਿਬ ਨੂੰ ਤਾਂ ਕੋਈ ਨੋਟਿਸ ਵੀ ਨਹੀਂ ਕਿਸੇ ਨੇ ਭੇਜਿਆ। ਇਸੇ ਤਰੀਕੇ ਸ਼ਮਸ਼ੇਰ ਸਿੰਘ ਦੂਲੋ ਤੋਂ ਰਾਜ ਸਭਾ ਦੇ ਮੈਂਬਰ ਹੀ ਸੀਗੇ, ਹੁਣ ਹੀ ਸੇਵਾ ਮੁਕਤ ਹੋਏ ਆ, ਕਾਂਗਰਸ ਪਾਰਟੀ 'ਚ ਹੀ ਸੀਗੇ। ਉਹ ਕਹਿੰਦੇ ਅਸੀਂ ਮਾਫੀਆ ਨੂੰ ਟਿਕਟਾਂ ਦਿੱਤੀਆਂ, ਟਿਕਟਾਂ ਵੇਚੀਆਂ। ਉਹ ਬੰਦੇ ਅੱਗੇ ਲੈਂਦੇ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ, ਇਹਨਾਂ ਨੇ ਕਾਂਗਰਸ ਪਾਰਟੀ ਮਰਾ ਦੇਣੀ ਹੈ। ਮੈਨੂੰ ਨਹੀਂ ਲੱਗਦਾ, ਮੈਂ ਕਦੇ ਨਹੀਂ ਖਬਰ ਪੜ੍ਹੀ ਕਿ ਸ਼ਮਸ਼ੇਰ ਸਿੰਘ ਦੂਲੋ ਨੂੰ ਕੋਈ ਨੋਟਿਸ ਆਇਆ ਹੋਵੇ। ਇਸੇ ਤਰੀਕੇ ਮਨੀਸ਼ ਤਿਵਾੜੀ ਸਾਹਿਬ ਨੇ ਕਰੇ ਕਿਹਾ ਸੀ ਨਾ ਕਿ ਭਾਈ ਮੈਂ ਤਾਂ ਕਾਂਗਰਸ 'ਚ ਹੀ ਰਹਿਣਾ ਚਾਹੁੰਦਾ, ਜੇ ਮੇਰੇ ਤੋਂ ਹੀ ਕਾਂਗਰਸ ਪਾਰਟੀ ਭੱਜਣਾ ਚਾਹੁੰਦੀ ਹੈ ਤਾਂ ਦੱਸੋ ਮੈਂ ਕੀ ਕਰਾਂ। ਉਹਨਾਂ ਨੇ ਵੀ ਬੜਾ ਕੁਝ ਕਿਹਾ ਸੀ। ਨੋਟਿਸ ਕੱਲਾ ਸੁਨੀਲ ਜਾਖੜ ਨੂੰ ਹੀ ਆਇਆ, ਹੋਰ ਕਿਸੇ ਬੰਦੇ ਨੂੰ ਨਹੀਂ ਆਇਆ। ਤੇ ਹੁਣ ਇਹ ਵੀ ਗੱਲ ਮੈਨੂੰ ਲੱਗਦਾ ਕਿ ਜਦੋਂ ਕੈਪਟਨ ਸਾਹਿਬ ਕਹਿੰਦੇ ਸੀ ਨਾ ਕਿ ਮੈਂ ਫਿਰ ਬੀਬੀ ਸੋਨੀਆ ਗਾਂਧੀ ਨੂੰ ਦੱਸ ਆਇਆ ਸੀ ਕਿ ਜੀ ਜੇ ਰੇਤੇ ਵਾਲੇ ਮੈਂ ਬੰਦੇ ਕੱਢਣ ਲੱਗ ਪਿਆ ਤਾਂ ਅੱਧੀ ਕਾਂਗਰਸ ਕੱਢਣੀ ਪੈਣੀ ਹੈ, ਉਦੋਂ ਜਾਖੜ ਸਾਹਿਬ ਪ੍ਰਧਾਨ ਹੁੰਦੇ ਸੀ। ਕੈਪਟਨ ਸਾਹਿਬ ਨੇ ਤਾਂ ਨਾਂ ਨਹੀਂ ਸੀ ਜਨਤਕ ਕੀਤੇ, ਭਲਕ ਨੂੰ ਜਾਖੜ ਸਾਹਿਬ ਦੇ ਉੱਤੇ ਕਾਰਵਾਈ ਹੋਈ। ਜਾਖੜ ਸਾਹਿਬ ਤਕੜੇ ਰਹੋ, ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਦੱਸ ਜ਼ਰੂਰ ਦਿਓ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਹੋਰੀ ਕਹਿੰਦੇ ਸੀ ਲੁਧਿਆਣੇ ਵਾਲੀ ਸਟੇਜ ਤੇ कि जाखड़ साहब तो इतने ज़हीन व्यक्ति हैं, मेरे को कमरे के भीतर जाके बताते हैं कि कांग्रेस में ये अच्छा है, ये बुरा है, ऐसा करना है। जाखड़ साहब ये ਜਿਹੜੀਆਂ ਗੱਲਾਂ ਅੰਦਰ ਦੱਸਦੇ ਇੱਕ ਵਾਰੀ ਬਾਹਰ ਦੱਸ ਦਿਓ, ਪੰਜਾਬ ਦੇ ਲੋਕਾਂ ਦਾ ਭਲਾ ਹੋ ਜਾਏ। ਨਹੀਂ, ਮੈਨੂੰ ਲੱਗਦਾ ਵੀ ਉਸ ਪਾਸੇ ਤੋਰੀ ਪੈਣਾ, ਕਿਉਂਕਿ ਉਹਨਾਂ ਨੂੰ ਨਾਰਾਜ਼ਗੀ ਤੇ ਇਹੀ ਦੱਸਦੇ ਆ ਨਾ, ਉਹ ਕਹਿੰਦੇ ਵੀ ਬੜੀ ਹੈਰਾਨਗੀ ਵਾਲੀ ਗੱਲ ਆ ਵੀ ਮੈਂ ਕਿਤੇ ਕੋਈ ਨਵੀਂ ਕਾਂਗਰਸ ਪਾਰਟੀ 'ਚ ਆਇਆ। ਵੀ ਜੇ ਬਾਕੀ ਸਾਰਿਆਂ ਨੂੰ ਤੁਸੀਂ ਬੁਲਾ ਕੇ ਗੱਲ ਕਰ ਸਕਦੇ ਹੋ, ਜੇ ਤੁਹਾਨੂੰ ਅਜੇ ਵੀ ਕੋਈ ਲੱਗਦੀ ਸੀ ਵੀ ਯਾਰ ਫਲਾਨੀ ਗੱਲ ਥੋੜੀ ਜਿਹੀ ਇਦਾਂ ਜਾਖੜ ਸਾਹਿਬ ਕੋਲ ਕਲੀਅਰ ਕਰ ਦਿਓ, ਤੇ ਜਿਹੜੇ 2 ਬੰਦਿਆਂ ਨੂੰ ਇਤਰਾਜ਼ ਸੀ ਉਹਨਾਂ ਨੂੰ ਸੱਦ ਲੈਂਦੇ, ਮੈਨੂੰ ਸੱਦ ਲੈਂਦੇ, ਸਾਹਮਣੇ ਬਿਠਾ ਕੇ ਉੱਥੇ ਅੰਦਰ ਬਹਿ ਕੇ ਗੱਲ ਹੋ ਜਾਂਦੀ। ਹਾਂ, ਜੇ ਹੁਣ ਨੋਟਿਸ ਹੀ ਖੇਡਣਾ ਤੇ ਫਿਰ ਤੇ ਗੱਲ ਹੁਣ ਬਾਹਰ ਆ ਹੀ ਗਈ, ਤੇ ਜਦੋਂ ਗੱਲ ਬਾਹਰ ਆ ਜਾਵੇ ਤੇ ਫਿਰ ਕੀ ਪਤਾ ਕੀ ਕੁਝ ਬਾਹਰ ਆਉਣਾ ਹੁੰਦਾ ਵਿੱਚ, ਕੁਝ ਪਤਾ ਲੱਗਦਾ ਹੀ ਨਹੀਂ। ਕੋਈ ਪਤਾ ਨਹੀਂ ਲੱਗਦਾ। ਬਾਕੀ ਇਹਦਾ ਸਾਨੂੰ ਇੰਤਜ਼ਾਰ ਕਰਨਾ ਪੈਣਾ। ਤੇ ਉਧਰਲੇ ਪਾਸੇ ਰਾਜਾ ਵੜਿੰਗ ਹੋਰਾਂ ਨੂੰ ਪੁੱਛਿਆ, ਲੁਧਿਆਣੇ ਆਏ ਸੀ ਕਿ ਵੜਿੰਗ ਸਾਹਿਬ ਇਹ ਕਿਵੇਂ ਗੱਲਬਾਤ ਨਹੀਂ ਹੋਈ, ਸਿੱਧੂ ਸਾਹਿਬ ਤਾਂ ਆਪਣੀਆਂ ਮੀਟਿੰਗਾਂ ਕਰਦੇ। ਉਹ ਕਹਿੰਦੇ ਜੀ ਲੀਡਰ ਨੇ ਸਾਡੀ ਪਾਰਟੀ ਦੇ, ਵੱਡੀ ਪਾਰਟੀ ਹੈ, ਲੱਖਾਂ ਦੀ ਗਿਣਤੀ ਦੇ ਵਿੱਚ ਮੈਂਬਰਾਂ ਨੇ, ਹਰ ਇੱਕ ਬੰਦੇ ਨੂੰ ਹੱਕ ਹੈ, ਹਰ ਇੱਕ ਲੀਡਰ ਨੂੰ ਹੱਕ ਹੈ ਕਿ ਉਹ ਆਪਣੀਆਂ ਮੀਟਿੰਗਾਂ ਕਰ ਸਕਦਾ, ਪਰ ਬਸ਼ਰਤੇ ਉਹ ਕਹਿੰਦੇ ਮੀਟਿੰਗਾਂ ਦਾ ਪਰਪਸ ਕਾਂਗਰਸ ਪਾਰਟੀ ਦੀ ਬਿਹਤਰੀ ਹੋਣਾ ਚਾਹੀਦਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਬਿਹਤਰੀ ਨਹੀਂ। ਫਿਰ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਬਾਕੀ ਕਹਿੰਦੇ ਅਨੁਸ਼ਾਸਨਹੀਣਤਾ ਅਸੀਂ ਸਹਿਣ ਕਰਨੀ ਨਹੀਂ।
ਤੇ ਮੈਂ ਕਹਿੰਦੇ ਬੜੀ ਛੇਤੀ ਸਿੱਧੂ ਸਾਹਿਬ ਨਾਲ ਗੱਲ ਕਰੂੰਗਾ, ਜਿੱਦਣ ਉਹ ਘਰ ਹੋਏ ਮੈਂ ਉਹਨਾਂ ਨੂੰ ਮਿਲਣ ਜਾਊਂਗਾ। ਸਾਡੀ ਪਾਰਟੀ ਦੇ ਪ੍ਰਧਾਨ ਰਹੇ ਆ, ਸੀਨੀਅਰ ਬੰਦੇ ਨੇ। ਉਧਰ ਸਿੱਧੂ ਸਾਹਿਬ ਨੂੰ ਪੁੱਛ ਲਿਆ, ਉਹ ਕਹਿੰਦੇ ਜੀ ਮੈਂ ਤਾਂ 21 ਨੂੰ 2 ਬੰਦੇ ਹੋਰ ਨਾਲ ਲੈ ਕੇ ਰਾਜਪਾਲ ਸਾਹਿਬ ਨੂੰ ਮਿਲਣ ਚੱਲਣਾ। ਆ ਬਿਜਲੀ ਦਾ ਸੰਕਟ ਪੰਜਾਬ 'ਚ ਪੈਦਾ ਹੋ ਗਿਆ, ਸਰਕਾਰ ਤੋਂ ਕੰਮ ਕਰਨੀ ਠੀਕ ਤਰੀਕੇ ਕਰ ਹੋ ਰਿਹਾ, ਅਮਨ ਤੇ ਕਾਨੂੰਨ ਦੀ ਸਥਿਤੀ ਮਾੜੀ ਹੋ ਗਈ ਹੈ। ਉੱਥੇ ਪੱਤਰਕਾਰਾਂ ਨੇ ਪੁੱਛ ਲਿਆ, ਉਹ ਕਹਿੰਦੇ ਜੀ ਵੜਿੰਗ ਸਾਹਿਬ, ਉਹ ਕਹਿੰਦੇ ਵੜਿੰਗ ਸਾਹਿਬ ਆਉਣ, ਉਹ ਆ ਜਾਣਗੇ, ਮੈਂ ਪਿੱਛੇ ਲੱਗ ਜੂ, ਪ੍ਰਧਾਨ ਨੇ ਪਾਰਟੀ ਦੇ ਅੱਗੇ ਲੱਗ ਜਾਣਗੇ, ਗੱਲ ਕਿਹੜੀ ਆ। ਪਰ ਮੈਂ ਪੰਜਾਬ ਦੇ ਲੋਕਾਂ ਦਾ ਮਸਲਾ ਨਹੀਂ ਜੇ ਛੱਡਣਾ। ਯਾਨੀ ਅਜੇ ਵੀ ਕਿਤੇ ਨਾ ਕਿਤੇ ਉਹ ਗੱਲ ਜਾਪਦੀ ਨਹੀਂ ਜਿਹੜੀ ਗੱਲ ਆਮ ਲੋਕਾਂ ਦੇ ਸਾਹਮਣੇ ਦਰਸਾਈ ਜਾ ਰਹੀ ਹੈ ਕਿ ਨਹੀਂ ਸਭ ਕੁਝ ਅੱਛਾ। ਤੇ ਬਾਜਵਾ ਸਾਹਿਬ ਤੇ ਚੱਬੇਵਾਲ ਸਾਹਿਬ ਗਏ ਸੀ ਬੀਬੀ ਸੋਨੀਆ ਗਾਂਧੀ ਨੂੰ ਮਿਲਣ, ਪਹਿਲਾਂ 9 ਵਜੇ ਦਾ ਟਾਈਮ ਸੀ, ਫਿਰ ਉੱਥੇ ਹੋਰ ਮੀਟਿੰਗਾਂ ਚੱਲਦੀਆਂ ਸੀ। 4 ਵਜੇ ਕਹਿੰਦੇ 15 ਮਿੰਟ ਦਾ ਟਾਈਮ ਫਿਰ ਮਿਲਿਆ ਤੇ ਬੀਬੀ ਸੋਨੀਆ ਗਾਂਧੀ ਨੂੰ ਕਹਿੰਦੇ ਅਸੀਂ ਦੱਸਿਆ ਕਿ ਪੰਜਾਬ 'ਚ ਹਾਲਾਤ ਬੜੇ ਖਰਾਬ ਆ, ਸੂਬੇ ਦੇ ਖਰਾਬ ਆ, ਪਾਰਟੀ ਦੇ ਨਹੀਂ। ਤੇ ਕਹਿੰਦੇ ਉਹ ਬੜੇ ਚਿੰਤਤ ਹੋਏ ਕਿ ਨਹੀਂ ਜੀ ਕੁਝ ਕਰਨਾ ਚਾਹੀਦਾ, ਬਾਜਵਾ ਸਾਹਿਬ ਜਾ ਕੇ ਸਰਗਰਮੀ ਕਰੋ। ਆਹ ਦੇਖੋ ਹੁਣ ਇਹ ਤੇ ਹੁਣ ਗੱਲ ਤੇ ਉਹੀ ਵੀ ਕਿਰਪੈਨਾਂ ਤੇ ਹੁਣ 3 ਚੱਲਣੀਆਂ ਨੇ, ਹੈ ਨਾ। ਹੁਣ ਉਹਦੇ 'ਚੋਂ ਕੀ ਬਣਦੀ ਕੀ ਨਹੀਂ ਬਣਦੀ ਇਹ ਤਾਂ ਗੱਲ ਠੀਕ ਹੈ, ਪਰ ਕਾਰਨ ਇਹ ਆ ਵੀ ਇਹ ਸਾਰੇ ਕੁਛ ਦੇ ਦੌਰਾਨ ਜੇ ਆਪਾਂ ਇਹ ਭਾਲੀਏ ਵੀ ਹਾਂਜੀ ਉਹ ਮਜ਼ਬੂਤ ਵਿਰੋਧੀ ਤੇ ਉੱਠ ਕੇ ਕੋਈ ਸਾਹਮਣੇ ਆਵੇ ਜਾਂ ਕੋਈ ਨਾ ਕੋਈ ਮੁੱਦਾ ਇਹੋ ਜਿਹਾ ਉੱਠੇ, ਉਹ ਅਜੇ ਤੱਕ ਜਾਪਦਾ ਜੀ। ਹਾਂ, ਹਾਲਾਂਕਿ ਮੰਨਦਾ ਉਹਨਾਂ 'ਚ ਕੋਈ ਵੀ ਨਹੀਂ ਵੀ ਹਾਂ ਵੀ ਕਿਤੇ ਨਾ ਕਿਤੇ ਕੋਈ ਤਰੇੜ ਹੈ ਜਾਂ ਕਿਤੇ ਨਾ ਕਿਤੇ ਕੁਛ ਇਕੱਠਾ ਕਰਨ ਦੀ ਲੋੜ। ਉਹ ਕਹਿੰਦੇ ਨਹੀਂ ਜੀ ਨਾ, ਸਾਰੇ ਇਕੱਠੇ ਹੀ ਆ। ਜਿੱਦਾਂ ਉਹ ਵੀ ਤਾਂ ਕਿਹਾ ਸੀ ਨਾ ਪ੍ਰਧਾਨ ਨੇ ਉਹ ਅੱਗੇ ਲੱਗ ਜਾਣ, ਨਾਲ ਉਹਨਾਂ ਅਗਲੀ ਲਾਈਨ ਇਹ ਵੀ ਕਹਿਤੀ ਨਾ ਸਿੱਧੂ ਸਾਹਿਬ ਨੇ, ਉਹ ਕਹਿੰਦੇ ਵੀ ਨਾ ਫਿਰ ਉੱਥੇ ਉਹਨਾਂ ਨੂੰ ਪਹਿਲਾਂ ਲਿਖ ਕੇ ਦੇਣੇ ਪੈਂਦੇ, ਇਸ ਕਰਕੇ 3 ਨਾਂ ਅਸੀਂ ਪਹਿਲਾਂ ਲਿਖ ਕੇ ਦਿੱਤੇ ਵੀ ਕਿੰਨਾ ਨੇ ਮਿਲਣਾ ਰਾਜਪਾਲ ਸਾਹਿਬ। ਉਹ ਗੱਲ ਕਲੀਅਰ ਹੋਈ ਹਾਂ ਵੀ ਹੁਣ ਵਿੱਚ ਕਿਤੇ ਕੱਟ ਵੱਟ ਇਰੇਜ਼ ਕਰਕੇ ਨਵਾਂ ਤਾਂ ਲਿਖਿਆ ਨਹੀਂ ਜਾ ਸਕਦਾ। ਬਾਕੀ ਸੰਧਾਲੀਆ ਸਾਹਿਬ ਥੋੜਾ ਜਿਹਾ ਸਾਰੇ ਦੇਸ਼ਾਂ ਨੂੰ ਦੁਨੀਆ ਨੂੰ ਬਚ ਕੇ ਥੋੜੀ ਚੱਲਣ ਦੀ ਲੋੜ ਹੈ। ਇੱਕ ਤਾਂ ਯੂਕਰੇਨ ਰੂਸ ਦੀ ਲੜਾਈ ਲੱਗੀ ਕਰਕੇ ਵੀ ਔਖ ਹੈ, ਮਹਿੰਗਾਈ ਵਧੀ ਜਾਂਦੀ ਹੈ, ਪਾਕਿਸਤਾਨ ਦੇ ਵਿੱਚ ਸਰਕਾਰ ਨਵੀਂ ਬਣ ਗਈ ਹੈ, ਕੈਬਨਿਟ ਨਵੀਂ ਬਣ ਗਈ, ਅਸੀਂ ਸ਼ੁਭ ਇਸ਼ਾਵਾਂ ਦਿੰਦੇ ਹਾਂ ਕਿ ਭਾਈ ਸ਼ਾਂਤੀ ਨਾਲ ਰਹੋ। ਤੀਸਰੇ ਪਾਸੇ ਸ਼੍ਰੀਲੰਕਾ ਦੇ ਵਿੱਚ ਲੋਕਾਂ ਦਾ ਰੋਹ ਨਹੀਂ ਮੁੱਕਦਾ। ਬਹੁਤ ਸਾਰੇ ਖਿਡਾਰੀ ਵੀ ਆ ਕੇ ਸਰਕਾਰ ਦੇ ਖਿਲਾਫ, ਰਾਸ਼ਟਰਪਤੀ ਦੇ ਖਿਲਾਫ ਸੜਕਾਂ ਦੇ ਉੱਤੇ ਬੈਠੇ ਸੀ। ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕੋਲੰਬੋ ਦੀਆਂ ਸੜਕਾਂ ਤੇ ਇਕੱਠੇ ਹੋਏ, ਉਹਨਾਂ ਤੇ ਲਾਠੀਚਾਰਜ ਵੀ ਹੋਇਆ, ਗੋਲੀ ਵੀ ਚੱਲੀ, ਕਈ ਲੋਕ ਗੰਭੀਰ ਜ਼ਖਮੀ ਹੋਏ ਆ। ਪਰ ਇੱਕ ਗੱਲ ਹੈਗੀ ਆ ਕਿ ਹੁਣ ਕਿਉਂਕਿ ਰਾਸ਼ਟਰਪਤੀ ਦੇ ਕੋਲ ਉੱਥੇ ਤਾਕਤਾਂ ਬਹੁਤ ਹੋ ਗਈਆਂ ਸੀ, ਪਾਰਲੀਮੈਂਟ ਦੀਆਂ, ਸੰਸਦ ਦੀਆਂ ਤਾਕਤਾਂ ਘਟਾਤੀਆਂ ਸੀ, ਪਰ ਲੋਕਾਂ ਦਾ ਰੋਹ ਹੈ। ਰਾਸ਼ਟਰਪਤੀ ਸਾਹਿਬ ਕਹਿੰਦੇ ਸਹਿਮਤ ਹੋ ਗਏ ਆ ਕਿ ਰਾਸ਼ਟਰਪਤੀ ਦੀਆਂ ਤਾਕਤਾਂ ਘਟਾ ਦਿੰਨੇ ਆ, ਪਾਰਲੀਮੈਂਟ ਦੀਆਂ ਤਾਕਤਾਂ ਵਧਾ ਦਿੰਨੇ ਆ। ਤੇ ਇਹ ਗੱਲ ਵੀ ਉੱਥੋਂ ਦੇ ਰਾਸ਼ਟਰਪਤੀ ਰਾਜਪਕਸ਼ੇ ਸਾਹਿਬ ਮੰਨ ਗਏ। ਕਹਿੰਦੇ ਜੀ ਬਹੁਤ ਚੰਗੇ ਤਰੀਕੇ ਨਹੀਂ ਕੰਮ ਕਰ ਹੋਇਆ, ਬਹੁਤ ਚੰਗੇ ਤਰੀਕੇ ਨਹੀਂ ਸਰਕਾਰ ਚਲਾ ਹੋਈ, ਮੈਂ ਲੋਕਾਂ ਤੋਂ ਮਾਫੀ ਮੰਗਦਾ, ਮੈਨੂੰ ਮਾੜਾ ਜਿਹਾ ਕੰਮ ਹੋਰ ਕਰ ਲੈਣ ਦਿਓ, ਮੈਂ ਦਰੁਸਤ ਤਰੀਕੇ ਕੰਮ ਕਰੂੰਗਾ। ਜਾਣੀ ਕਿਸੇ ਵੀ ਦੇਸ਼ ਦਾ ਕੋਈ ਵੀ ਸ਼ਾਸਕ ਹੈ, ਕੋਈ ਵੀ ਪੋਲੀਟੀਸ਼ੀਅਨ ਹੈ, ਭਾਵੇਂ ਸੱਤਾਧਾਰੀ ਹੈ ਭਾਵੇਂ ਵਿਰੋਧੀ ਹੈ, ਇੱਕ ਗੱਲ ਦਾ ਖਿਆਲ ਰੱਖ ਕੇ ਕੰਮ ਕਰੋ ਕਿ ਜਦੋਂ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਨਾ, ਫਿਰ ਉਹਦੇ ਮੂਹਰੇ ਟਿਕਦਾ ਕੋਈ ਨਹੀਂ, ਭਾਵੇਂ ਕੋਈ ਵੀ ਹੋਵੇ। ਇਹ ਤਾਂ ਗੱਲ ਹੈਗੀ ਹੈ, ਪਰ ਚਲੋ ਹੁਣ ਤਾਂ ਜਦੋਂ ਜਲੂਸ ਹੀ ਨਿਕਲ ਗਿਆ ਮੁਲਕ ਦਾ, ਤੇ ਹੁਣ ਆਖੀ ਵੀ ਜਾਵੇ ਵੀ ਯਾਰ ਮੇਰੇ ਕੋਲੋਂ ਕੰਮ ਨਹੀਂ ਹੋਇਆ ਤੇ ਹੁਣ ਕੀ ਫਾਇਦਾ, ਜਦੋਂ ਲੋੜ ਸੀ ਕਰਨ ਦੀ ਉਦੋਂ ਤਾਂ ਕੀਤਾ ਨਹੀਂ। ਪਰ ਹਾਂ ਚਲੋ ਲੋਕ ਸੜਕਾਂ 'ਤੇ ਨੇ, ਲੋਕ ਇਕੱਠੇ ਹੋ ਰਹੇ ਆ, ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆ ਰਹੀ ਹੈ ਵੀ ਯਾਰ ਸਾਡੇ ਨਾਲ ਹੋਇਆ ਵਾਪਰਿਆ ਕੀ, ਤੇ ਚੰਗੀ ਗੱਲ ਆ। ਨਹੀਂ ਤੇ ਕੋਈ ਇਹੋ ਜਿਹੀ ਆਰਥਿਕ ਸੰਕਟ ਵਾਲੀ ਗੱਲ ਤੇ ਨੇਪਾਲ ਵਾਲੇ ਪਾਸਿਓਂ ਵੀ ਆਉਂਦੀ ਫਿਰਦੀ, ਪਤਾ ਨਹੀਂ ਕੱਲ੍ਹ ਨੂੰ ਉੱਥੇ ਕੀ ਹੋਣਾ। ਸੰਧਾਲੀਆ ਸਾਹਿਬ ਉਹਨਾਂ ਨੇ ਤਾਂ ਰੋਕ ਲਾਤੀ, ਉਹ ਕਹਿੰਦੇ ਜੀ ਜਿਹੜੀ ਬਹੁਤੀ ਜ਼ਰੂਰੀ ਚੀਜ਼ ਹੈ ਉਹੀ ਵਿਦੇਸ਼ਾਂ ਤੋਂ ਖਰੀਦਣੀ ਹੈ, ਹੋਰ ਕੋਈ ਚੀਜ਼ ਨਹੀਂ ਖਰੀਦ ਸਕਦੇ, ਪਾਬੰਦੀ ਲਾਤੀ। ਕਹਿੰਦੇ 6 ਮਹੀਨਿਆਂ ਦਾ ਹੀ ਵਿਦੇਸ਼ੀ ਪੈਸਾ, ਵਿਦੇਸ਼ੀ ਕਰੰਸੀ ਵਰਸੀ ਹੈ, ਤੇ ਉਹਦਾ ਅਸਰ ਤੁਸੀਂ ਦੇਖੋ ਸਾਡੇ ਤੇ ਕੀ ਹੈ। ਪਾਕਿਸਤਾਨ 'ਚ ਆਰਥਿਕ ਮੰਦਹਾਲੀ ਹੈ, ਸ਼੍ਰੀਲੰਕਾ 'ਚ ਉੱਪਰਲੇ ਪਾਸੇ ਨੇਪਾਲ ਹੈ। 65% ਵਪਾਰ ਨੇਪਾਲ ਦਾ ਭਾਰਤ ਨਾਲ ਹੁੰਦਾ, ਉਹਦੇ ਨਾਲ ਕੋਈ ਸਮੁੰਦਰੀ ਹੱਦ ਤਾਂ ਲੱਗਦੀ ਨਹੀਂ। ਇੱਧਰਲੇ ਪਾਸੇ ਭਾਰਤ ਨੂੰ ਕੁਝ ਠੀਕ ਹੈ, ਪਰਲੇ ਪਾਸੇ ਚੀਨ ਵਾਲੇ ਪਾਸੇ ਪਹਿਲਾਂ ਸਟਰਕਚਰ ਬਹੁਤਾ ਵਧੀਆ ਨਹੀਂ ਸੀ, 14-15% ਹੀ ਵਪਾਰ ਉਹਦੇ ਨਾਲ ਹੈ। ਜੇ ਹੁਣ ਨੇਪਾਲ ਆਪਣੇ ਵਪਾਰ ਤੇ ਖਰੀਦੋ ਫਰੋਖਤ ਦੇ ਉੱਤੇ ਰੋਕ ਲਾਉਂਦਾ ਤੇ ਇਹਦਾ ਮਤਲਬ ਹੈ ਕਿ ਭਾਰਤ ਦੇ ਬਹੁਤ ਸਾਰੇ ਕਾਰੋਬਾਰ ਖਾਸ ਤੌਰ ਦੇ ਉੱਤੇ ਜਿਹੜੇ ਨੇਪਾਲ ਨਾਲ ਲੱਗਦੇ ਏਰੀਏ ਦੇ ਆ ਉਹ ਵੀ ਬੰਦ ਹੋਣਗੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਇਸ ਕਰਕੇ ਸੀ ਕਿ ਨੇਪਾਲ ਜਾਂਦੀਆਂ ਸੀ। ਸੋ ਗੁਆਂਢ ਦੇ ਵਿੱਚ ਜੇ ਕੋਈ ਤੱਤ ਮੱਠ ਢਿੱਲ ਹੁੰਦੀ ਹੈ, ਅਸਰ ਸਾਡੇ ਤੇ ਵੀ ਹੁੰਦਾ। ਚਲਿਏ ਹੁਣ ਆਪਾਂ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।